ਮਿਸ਼ਨ ਕੀ ਲੈ ਕੇ ਜਦੋਂ ਤੁਸੀਂ ਪੰਜਾਬ ਟੂਰ ਕੀਤਾ, ਇੰਡੀਆ ਟੂਰ ਕੀਤਾ, ਹੁਣ ਤੁਸੀਂ ਵਰਲਡ ਟੂਰ ਕਰਨ ਜਾ ਰਹੇ ਹੋ, ਤੁਹਾਡੀ ਪਲਾਨਿੰਗ ਹੈ ਉਹ, ਕੀ ਮਿਸ਼ਨ ਲੈ ਕੇ ਚੱਲਦੇ ਹੋ? ਮਿਸ਼ਨ ਜਦੋਂ ਮੈਂ ਪੰਜਾਬ ਦਾ ਟੂਰ ਕੀਤਾ ਉਦੋਂ ਤੁਸੀਂ ਵੀਡੀਓ 'ਚ ਦੇਖੇਂਗੇ, ਉਦੋਂ ਮੇਰੇ ਕੋਲ ਹਰਾ ਝੰਡਾ ਸੀ ਕਿਸਾਨੀ ਦਾ, ਜਿਹੜਾ ਮੈਂ ਪਿੱਛੇ ਲਾ ਕੇ ਰੱਖਿਆ ਹੈ। ਵਾਹ। ਪੂਰੇ ਪੰਜਾਬ ਦੇ ਟੂਰ 'ਚ ਉਦੋਂ ਵੀ ਬਹੁਤ ਲੋਕਾਂ ਨੇ, ਮਤਲਬ ਕਿ ਲੋਕ ਖਾਸ ਕਰਕੇ ਬਠਿੰਡਾ ਬਰਨਾਲਾ ਏਰੀਆ, ਇਹ ਲੋਕ ਬਹੁਤ ਖੁੱਲ੍ਹੇ ਦਿਲ ਦੇ ਨਾਲ ਮਤਲਬ ਕਿ ਰੋਟੀ ਛਕਾ ਦੇਣੀ ਜਾਂ ਵੈਸੇ ਕੁਝ ਖਾਣ ਪੀਣ ਦੇਣਾ, ਇਹ ਆਮ ਗੱਲ ਸੀ। ਉੱਥੇ ਗੱਲ ਕਰੋ, ਹਰੇਕ ਕਹਿੰਦਾ ਸੀ ਵੀ ਆ ਜਾਓ ਪ੍ਰਸ਼ਾਦਾ ਛਕ ਕੇ ਜਾਓ ਜਾਂ ਕੁਛ ਖਾ ਕੇ ਜਾਓ। ਤਾਂ ਉਦੋਂ ਲੋਕਾਂ ਦਾ ਬਹੁਤ ਜ਼ਿਆਦਾ ਮੈਨੂੰ ਪਿਆਰ ਮਿਲਿਆ ਹੈ, ਮੁਕਤਸਰ ਬਠਿੰਡਾ ਬਰਨਾਲਾ ਏਰੀਆ। ਪਰ ਖਾਸ ਕਰਕੇ ਜੋ ਗੁਰਦੁਆਰਾ ਸਾਹਿਬ ਦੇ ਜੋ ਰੂਮ ਵਗੈਰਾ ਇਸ਼ੂ ਕਰਦੇ ਨੇ, ਜਾਂ ਉੱਥੇ ਦੇ ਇੱਥੋਂ ਤੱਕ ਕਿ ਜੋ ਪ੍ਰਬੰਧਕ ਨੇ, ਉਹ ਇਸ ਚੀਜ਼ ਨੂੰ ਪਤਾ ਨਹੀਂ ਤਾਂ ਕਿਉਂ ਲਾਈਟਲੀ ਬਹੁਤ ਲੈਂਦੇ ਨੇ ਸਾਈਕਲ, ਜੋ ਕਿਉਂਕਿ ਆਪਣੇ ਇਹ ਚੀਜ਼ ਇਹ ਨਵੀਂ ਹੈ ਸਾਈਕਲ ਟੂਰਿੰਗ। ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਨਹੀਂ ਹੈ ਵੀ ਤੁਸੀਂ ਸਿੱਖ ਹੋ, ਗੁਰੂ ਕੇ ਖਾਲਸੇ ਹੋ, ਆਮ ਮਤਲਬ ਸਮਝਦੇ ਵੀ ਇਹ ਕੋਈ ਆਮ ਹੀ ਇਨਸਾਨ। ਉਹਨਾਂ ਨੂੰ ਇਹ ਦੱਸਣਾ, ਚਾਹੇ ਮੈਂ ਦੱਸ ਵੀ ਦਿੰਦਾ ਸੀ ਹਾਂ ਮੇਰਾ ਇੱਦਾਂ ਮੇਰਾ ਮਿਸ਼ਨ ਹੈ, ਮੈਂ ਅੱਗੇ ਬਹੁਤ ਦੂਰ ਤੱਕ ਜਾਣਾ, ਉਹ ਮਤਲਬ ਕਿ ਜ਼ਰੂਰੀ ਨਹੀਂ ਹਰੇਕ ਬੰਦਾ। ਪਰ ਮੈਨੂੰ ਕਦੇ ਵੀ ਗੁਰਦੁਆਰਾ ਸਾਹਿਬ ਜਾ ਕੇ ਇੱਦਾਂ ਨਹੀਂ ਹੋਇਆ ਵੀ ਹਾਂ ਮੈਨੂੰ ਕੋਈ ਬਹੁਤ ਪਿਆਰ ਨਾਲ ਕੋਈ ਬੁਲਾ ਰਿਹਾ ਹੈ, ਜਾਂ ਮੈਨੂੰ, ਕਿਉਂਕਿ ਮੇਰੇ ਸਾਈਕਲ ਦਾ, ਮੇਰੇ ਸਮਾਨ ਦਾ ਵਜ਼ਨ ਹੁੰਦਾ ਹੈ 20-25 ਕਿਲੋ। ਮੈਂ ਕੋਈ ਨਾਂ ਤਾਂ ਨਹੀਂ ਲੈਣਾ ਗੁਰਦੁਆਰਾ ਸਾਹਿਬ ਦਾ, ਪਰ ਮੈਨੂੰ ਬਹੁਤ ਜਗ੍ਹਾ ਇਹ ਮਹਿਸੂਸ ਹੁੰਦਾ ਸੀ ਵੀ ਜੇ ਮੈਨੂੰ ਗਰਾਊਂਡ ਫਲੋਰ 'ਤੇ ਰੂਮ ਮਿਲ ਜਾਵੇ ਤਾਂ ਮੈਨੂੰ ਸਾਈਕਲ ਕੱਢਣਾ ਰੱਖਣਾ ਉੱਥੇ, ਕਿਉਂਕਿ ਇੱਕ ਦਿਨ ਰੁਕਣਾ ਹੁੰਦਾ ਸੀ, 1-2 ਵਾਰ ਬਾਹਰ ਵੀ ਜਾਣਾ ਕੋਈ ਸਮਾਨ। ਜਦੋਂ ਕਿ ਗਰਾਊਂਡ ਫਲੋਰ 'ਤੇ ਰੂਮ ਖਾਲੀ ਹੁੰਦੇ ਸੀ, ਹਾਂਜੀ, ਤੁਹਾਨੂੰ ਮਤਲਬ ਉੱਪਰ ਦੇ ਰੂਮ ਦੇ ਦਿੱਤਾ, ਸੈਕਿੰਡ ਥਰਡ ਫਲੋਰ ਤੇ ਵੀ ਕਈ ਵਾਰ ਦਿੰਦੇ ਸੀ। ਤੇ ਸਾਈਕਲ ਤੁਹਾਨੂੰ ਫਿਰ ਚੁੱਕ ਕੇ ਲਿਜਾਣਾ ਪੈਂਦਾ ਸੀ, ਪੌੜੀਆਂ ਤੋਂ ਚੱਕ ਕੇ। ਉਦੋਂ ਮੈਨੂੰ ਬੜਾ ਫੀਲ ਹੁੰਦਾ ਸੀ। ਅਗਰ ਇਹਨਾਂ ਘੜਮ ਚੌਧਰੀਆਂ ਨੂੰ ਕੋਈ ਮਾਇਆ ਦੇ ਗੱਫੇ ਲੈ ਕੇ ਆਵੇ, ਉਹ ਭਾਵੇਂ ਕੋਈ ਸਿੱਖੀ ਸਰੂਪ 'ਚ ਨਾ ਵੀ ਹੋਵੇ, ਉਹਨੂੰ ਬੜਾ ਵੈਲਕਮ ਕਰਦੇ ਨੇ। ਇੱਕ ਖਾਲਸਾ ਜੋ ਸਿੱਖੀ ਸਰੂਪ ਦੇ ਵਿੱਚ ਆ, ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੋਈ ਹੈ, ਔਰ ਮਤਲਬ ਕਿੱਡਾ ਪੰਥ ਦੇ ਲਈ ਮਾਣ ਹੈ ਜਤਿੰਦਰ ਸਿੰਘ ਉੱਚੀ ਰੁੜਕੀ। ਲੇਕਿਨ ਉਹਦੇ ਬਾਵਜੂਦ ਜਿਹੜੇ ਸਾਡੇ ਘੜਮ ਚੌਧਰੀ ਨੇ, ਇਹੀ ਕਾਰਨ ਹੈ ਕਿ ਅੱਜ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਉਹ ਮਤਲਬ ਉਹ ਇਹਨਾਂ ਪ੍ਰਬੰਧਕਾਂ ਨੂੰ ਮਤਲਬ ਨਫ਼ਰਤ ਕਰਨ ਲੱਗੀ ਹੈ। ਹਾਂਜੀ, ਕਿਉਂਕਿ ਇਹ ਜੋ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਚਾਹੀਦਾ ਸੀ, ਹਾਂਜੀ, ਔਰ ਜੋ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ ਵੀ ਗ੍ਰੰਥੀ ਸਿੰਘ ਦੇ ਗੁਣ 16 ਗੁਣ ਲਿਖੇ ਨੇ ਉਹਨਾਂ ਨੇ, ਹਾਂਜੀ, ਔਰ ਪ੍ਰਬੰਧਕਾਂ ਬਾਰੇ ਵੀ ਉਹਨਾਂ ਨੇ ਲਿਖਿਆ, ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਵੀ ਲਿਖਿਆ ਵੀ ਗੁਰੂ ਘਰ ਦੇ ਪ੍ਰਬੰਧਕ ਕਿਹੋ ਜਿਹੇ ਹੋਣੇ ਚਾਹੀਦੇ ਨੇ। ਅੱਜ ਕੱਲ੍ਹ ਜਿਹੜਾ ਪ੍ਰਬੰਧਕ ਆ ਉਹ ਸਿਆਸੀ ਕਿਸੇ ਪਾਰਟੀ ਦਾ ਜਿਹੜਾ ਚੌਧਰੀ ਆ ਉਹਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ, ਔਰ ਉਸੇ ਤਰ੍ਹਾਂ ਦੀ ਫਿਰ ਉਹ ਭਰਤੀ ਹੋ ਜਾਂਦੀ ਹੈ ਅੱਗੇ। ਹਾਂਜੀ, ਉਹ ਸਿਫਾਰਸ਼ੀ ਭਰਤੀ ਵੀ ਹੁੰਦੀ ਹੈ, ਬਹੁਤ ਹੁੰਦੀ ਹੈ, ਪੈਸੇ ਲੈ ਕੇ ਵੀ ਭਰਤੀ ਕਰ ਦਿੱਤੇ ਜਾਂਦੇ ਨੇ ਗੁਰੂ ਘਰਾਂ ਦੇ ਅੰਦਰ। ਉਹਨਾਂ ਦੇ ਅੰਦਰ ਜਿਹੜੀ ਉਹ ਗੁਰਮਤ ਦੀ ਸ਼ਬਦਾਵਲੀ ਜੋ ਉਹਨਾਂ ਨੂੰ ਵਰਤਣੀ ਚਾਹੀਦੀ ਆ, ਪ੍ਰੋਫੈਸ਼ਨਲ ਨਹੀਂ ਹੈ ਬਿਲਕੁਲ। ਮਤਲਬ ਇੱਕ ਬੰਦਾ ਗੁਰੂ ਘਰ ਦੇ ਵਿੱਚ ਆਉਂਦਾ ਤੇ ਬੇਸ਼ੱਕ ਉਹ ਕਲੀਨ ਸ਼ੇਵ ਆ, ਉਹਨੂੰ ਤੁਸੀਂ ਗਲੇ ਨਾਲ ਲਾਓ, ਮਿੱਠੀ ਬੋਲੀ ਬੋਲੋ, ਪਿਆਰ ਬੋਲੋ। ਆਪਣਾ ਕਦੇ ਮੈਨੂੰ ਪਹਿਲਾਂ ਹੁੰਦਾ ਸੀ, ਹੁਣ ਵੀ ਹੈਗਾ, ਪਰ ਮੈਨੂੰ ਉੱਦਾਂ ਨਹੀਂ ਲੱਗਦਾ ਹੈਗਾ ਵੀ ਹਾਂ ਗੁਰੂ ਘਰ ਚੱਲੇ ਆ ਵੀ ਆਪਣਾ ਗੁਰੂ ਘਰ ਹੈ। ਹਾਲਾਂਕਿ ਮੇਰੇ ਗੁਰੂ ਘਰ ਹੈ, ਬਹੁਤ ਵੱਡੀ ਗੱਲ ਕਹਿ ਕੇ ਨੇ ਇਹ ਮੈਨੂੰ ਨਾ ਕਦੇ ਐਂ ਨਹੀਂ ਲੱਗਦਾ ਵੀ ਇੱਕ ਬੰਦਾ ਸ਼ਾਮ ਨੂੰ ਆਉਂਦਾ ਹੈ ਸਾਈਕਲਿੰਗ ਕਰਦਾ, ਪਹਿਲੀ ਤਾਂ ਗੱਲ ਚਾਹ ਪਾਣੀ ਪਿਲਾਓ ਉਹਨੂੰ, ਬੈਠਣ ਨੂੰ ਪੱਖੇ ਥੱਲੇ ਬਿਠਾਓ, ਆਮ ਜੀ ਗੱਲ ਆਪਾਂ ਕਰਦੇ ਹਾਂ। ਬਿਲਕੁਲ, ਇਹ ਸਾਡਾ ਸਾਡੀ ਇੱਕ ਸੱਭਿਅਤਾ ਦੇ ਵਿੱਚ ਵੀ ਹੈ, ਔਰ ਸਾਡਾ ਧਰਮ ਵੀ ਇਹ ਸਿਖਾਉਂਦਾ। ਹਾਂ, ਇਹ ਚੀਜ਼ ਮੈਨੂੰ ਕਿਤੇ ਵੀ ਨਹੀਂ ਮਿਲੀ, ਇੱਕ ਵੀ ਗੁਰਦੁਆਰਾ ਸਾਹਿਬ 'ਚ ਪੂਰੇ ਪੰਜਾਬ 'ਤੇ। ਹਾਲਾਂਕਿ ਮੈਂ ਤਕਰੀਬਨ 40-45 ਗੁਰਦੁਆਰਾ ਸਾਹਿਬ ਜਿਹੜੇ ਹਿਸਟੋਰੀਕਲ ਨੇ ਵੱਡੇ ਵੱਡੇ, ਉਹਨਾਂ 'ਚ ਵੀ ਜਾਇਆ ਆ। ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫੀਲ ਹੋਈ ਹੈ। ਘੜਮ ਚੌਧਰੀਓ ਸੁਣੋ, ਤੁਸੀਂ ਮਲੇਸ਼ੀਆ ਦੇ ਗੁਰਦੁਆਰੇ, ਸਿੰਗਾਪੁਰ ਦੇ ਗੁਰਦੁਆਰੇ, ਉੱਥੇ ਜਾ ਕੇ ਤੁਸੀਂ ਉਹਨਾਂ ਦਾ ਉਹ ਗੁਰਦੁਆਰਾ ਨਾਲ ਉਹਨਾਂ ਦਾ ਵਰਤਾਓ ਦੇਖੋ। ਉਹ ਰੋਇਆ ਉੱਥੇ ਜਾ ਕੇ, ਉਹ ਮਲੇਸ਼ੀਆ ਜਾ ਕੇ ਉਹਦੇ ਕੋਲ ਪੈਸੇ ਮੁੱਕ ਗਏ। ਹਾਲਾਂਕਿ ਜਿਹੜੇ ਇੱਥੋਂ ਬੰਦੇ ਗਏ ਹੋਏ ਸੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਆ। ਪਰ ਉਹੀ ਗੱਲ ਫੇਰ ਹੈ, ਗੁਰਦੁਆਰਾ ਸਾਹਿਬ ਆਸਰੇ ਵਾਸਤੇ ਬਣੇ ਹੋਏ ਨੇ, ਪਰ ਨਾਂ ਦੇ ਹੀ ਆਸਰੇ ਨੇ। ਨਿਸ਼ਾਨ ਸਾਹਿਬ ਦਾ ਮਤਲਬ ਇਹੀ ਹੈ ਬਈ ਹੇ ਰਾਹੀ, ਹੇ ਜਾਣ ਵਾਲਿਆ, ਜੇ ਤੈਨੂੰ ਕਿਤੇ ਟਿਕਾਣਾ ਨਹੀਂ ਮਿਲਦਾ, ਕਿਤੇ ਪ੍ਰਸ਼ਾਦਾ ਨਹੀਂ ਮਿਲਦਾ, ਤੂੰ ਮੇਰੀ ਸ਼ਰਨ ਵਿੱਚ ਆ। ਜੀਵਨ ਚਲਨੇ ਕਾ ਨਾਮ, ਚਲਤੇ ਰਹੋ ਸੁਬਹ ਸ਼ਾਮ, ਕਿ ਰਸਤਾ कट जाएगा मित्रा, कि बादल थम जाएगा मित्रा।
और एक रास्ता है ज़िंदगी जो थम गए तो कुछ नहीं। एक नौजवान ਤੁਹਾਡੇ ਸਾਹਮਣੇ ਮੇਰੇ ਨਾਲ ਬੈਠੇ ਨੇ, ਸਰਦਾਰ ਜਤਿੰਦਰ ਸਿੰਘ ਉੱਚੀ ਰੁੜਕੀ ਤੋਂ, ਜਿਨ੍ਹਾਂ ਨੇ ਸਾਈਕਲ ਦੇ ਉੱਪਰ ਸਾਰੇ ਗੁਰੂ ਧਾਮਾਂ ਦੀ ਯਾਤਰਾ ਕੀਤੀ। ਔਰ ਇਹ ਗੁਰੂ ਕੇ ਸਿੰਘ ਨੇ, ਅੰਮ੍ਰਿਤਧਾਰੀ ਨੇ, ਔਰ ਪਿਛਲੇ ਤਕਰੀਬਨ 3 ਸਾਲ ਤੋਂ ਇਹਨਾਂ ਦੇ ਅੰਦਰ ਇਹ ਸ਼ੌਂਕ ਜਾਗਿਆ ਸਾਈਕਲਿੰਗ ਦਾ। ਆਲ ਇੰਡੀਆ ਟੂਰ ਵੀ ਕਰ ਚੁੱਕੇ ਨੇ ਇਹ, ਔਰ ਪਰਸੋਂ ਹੀ ਅਨੰਦਪੁਰ ਸਾਹਿਬ ਤੋਂ ਵਾਪਸ ਆਏ ਨੇ ਇਹ। ਇਹਨਾਂ ਦੇ ਮਨ ਦੇ ਅੰਦਰ ਹਰ ਵਕਤ ਰਹਿੰਦਾ ਵੀ ਮੈਂ ਗੁਰਦੁਆਰੇ ਸਾਹਿਬ ਜਾਂ ਜਿਹੜੇ ਵੀ ਇਤਿਹਾਸਕ ਸਥਾਨ ਨੇ ਉਹਨਾਂ ਦੀ ਯਾਤਰਾ ਕਰਾਂ। ਇਹ ਇਹਨਾਂ ਦਾ ਇੱਕ ਬਲਬਲਾ ਅੰਦਰ, ਇਹਨਾਂ ਦਾ ਇੱਕ ਸ਼ੌਂਕ ਹੈ ਔਰ ਇਹਨਾਂ ਦੀ ਆਸਥਾ ਗੁਰੂ ਨਾਨਕ ਸਾਹਿਬ ਦੇ ਦਰ ਘਰ ਪ੍ਰਤੀ ਔਰ ਗੁਰਦੁਆਰੇ ਸਾਹਿਬ ਦੇ ਵਿੱਚੋਂ ਹੀ, ਭਾਵ ਗੁਰੂ ਤੋਂ ਹੀ ਇਹਨਾਂ ਨੂੰ ਇਹ ਸਾਰੀ ਦਾਤ ਪ੍ਰਾਪਤ ਹੈ। ਅੱਜ ਪੂਰੀ ਦੁਨੀਆ ਵਿੱਚ ਮਸ਼ਹੂਰ ਨੇ ਸਰਦਾਰ ਜਤਿੰਦਰ ਸਿੰਘ ਰੁੜਕੀ ਜੋ ਮੇਰੇ ਨਾਲ ਬੈਠੇ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਮਨ ਦੇ ਅੰਦਰ ਇਹ ਜਿਹੜਾ ਸ਼ੌਂਕ ਹੈ ਇਹ ਕਿਸ ਤਰ੍ਹਾਂ ਉਤਪੰਨ ਹੋਇਆ? ਇਹ +2 ਮੈਂ ਕੀਤੀ ਹੈ ਪਾਇਨੀਅਰ ਪਬਲਿਕ ਸਕੂਲ ਗੱਜਣ ਮਾਜਰਾ ਤੋਂ, ਅਤੇ ਉਸ ਤੋਂ ਬਾਅਦ +2 ਤੱਕ ਬੰਦਾ ਸੀਮਿਤ ਹੁੰਦਾ ਹੈ, ਘਰ ਤੋਂ ਸਕੂਲ, ਸਕੂਲ ਤੋਂ ਘਰ। ਉਸ ਤੋਂ ਬਾਅਦ ਜਦੋਂ ਮੈਂ ਬਾਹਰ ਨਿਕਲਿਆ, ਕਾਲਜ ਦੀ ਲਾਈਫ 'ਚ ਆਇਆ, ਤਾਂ ਕਾਲਜ ਦੀ ਲਾਈਫ ਮੈਨੂੰ ਕੋਈ ਜ਼ਿਆਦਾ ਸੂਟੇਬਲ ਨਹੀਂ ਲੱਗੀ ਹੈਗੀ। ਮਤਲਬ ਕਿ ਜਿਵੇਂ ਨਾ ਮੇਰੇ ਅੰਦਰੋਂ ਹੀ ਹੈਗਾ ਸੀ ਵੀ ਇਹ ਕੋਈ ਜ਼ਿਆਦਾ ਕੋਈ ਸੱਚ ਨਹੀਂ ਹੈਗਾ, ਸਾਰਾ ਬਸ ਪਸਾਰੇ ਵਾਂਗ ਹੀ ਹੈ। ਉਦੋਂ ਮੈਂ ਮੋਨਾ ਹੁੰਦਾ ਸੀ ਅਤੇ ਇੰਨੀ ਕੋਈ ਸੋਝੀ ਵੀ ਨਹੀਂ ਸੀ। ਹੌਲੀ ਹੌਲੀ ਉੱਥੇ ਲੋਕਲ ਗੁਰਦੁਆਰਾ ਸਾਹਿਬ ਡੇਰਾ ਬਸੀ ਹੈ ਅੰਦਰ ਜਾ ਕੇ ਮਾਰਕੀਟ 'ਚ, ਹੌਲੀ ਹੌਲੀ ਸ਼ਾਮ ਨੂੰ ਉੱਥੇ ਜਾਣਾ, ਰੋਜ਼ ਤਕਰੀਬਨ ਨਾਲ ਦੋਸਤਾਂ ਮਿੱਤਰਾਂ ਨੂੰ ਵੀ ਲੈ ਜਾਣਾ। ਹੌਲੀ 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 ਉੱਥੇ ਜਾ ਕੇ ਉੱਥੋਂ ਮੇਰਾ ਪਿਆਰ ਗੁਰੂ ਘਰ ਵੱਲ ਵਧਣਾ ਸ਼ੁਰੂ ਹੋਇਆ, ਅਤੇ ਉੱਥੇ ਪੜ੍ਹਾਈ ਵੱਲ ਮੇਰਾ ਝੁਕਾਅ ਸੀ ਉਹ ਘਟਣਾ ਸ਼ੁਰੂ ਹੋ ਗਿਆ, ਅਤੇ ਇੱਧਰ ਜ਼ਿਆਦਾ ਸਿੱਖੀ ਵਾਲੇ ਪਾਸੇ ਮੇਰਾ ਜ਼ਿਆਦਾ ਸਿੱਖੀ ਸਾਹਿਤ ਪੜ੍ਹਨ ਦਾ, ਬਾਣੀ ਪੜ੍ਹਨ ਦਾ, ਉਸ ਪਾਸੇ ਮੈਂ ਉਦੋਂ ਬਹੁਤ ਜ਼ਿਆਦਾ ਉੱਧਰ ਮੇਰਾ ਝੁਕਾਅ ਹੋਇਆ। ਹੌਲੀ ਹੌਲੀ ਫਿਰ ਮਹਾਰਾਜ ਦੇ 52 ਬਚਨ ਆਉਂਦੇ ਨੇ, ਜਿੱਥੇ ਮਹਾਰਾਜ ਨੇ 52 ਬਚਨ, ਗੁਰੂ ਕਲਗੀਧਰ ਪਾਤਸ਼ਾਹ ਦੇ 52 ਬਚਨ। ਹਾਂ, ਉਹਨਾਂ 'ਚੋਂ ਇੱਕ ਬਚਨ ਹੈ ਵੀ ਤੀਰਥ ਯਾਤਰਾ ਕੇਵਲ ਗੁਰੂ ਧਾਮਾਂ ਦੀ ਕਰਨੀ। ਹਾਂ, ਇਹ ਬਚਨ ਹੈ ਮਹਾਰਾਜ। ਉਹ ਮੇਰੇ ਉਹੀ ਲਾਈਨ ਮੇਰੇ ਅੱਜ ਤੋਂ ਜਦੋਂ ਮੈਂ ਇੰਜੀਨੀਅਰਿੰਗ ਕੀਤੀ ਆ, ਉਹ ਇੰਨਾ ਕਿ ਮੇਰੇ ਅੰਦਰ ਉਹ ਘਰ ਕਰ ਗਿਆ। ਮਤਲਬ ਕਿ ਮੈਨੂੰ ਇਹ ਲੱਗਦਾ ਵੀ ਇੱਕ ਤਾਂ ਇਹਦੇ ਜਦੋਂ ਮੈਂ ਨਵੀਂ ਜਗ੍ਹਾ ਜਾਂਦਾ, ਇੱਕ ਤਾਂ ਮੇਰਾ ਮਨ ਹੈ ਉਹ ਰੋਜ਼ ਦੀਆਂ ਝੰਜਟਾਂ ਤੋਂ, ਟੈਨਸ਼ਨਾਂ ਤੋਂ ਦੂਰ ਹੁੰਦਾ ਹੈ, ਅਤੇ ਦੂਜਾ ਗੁਰੂ ਘਰ ਦੇ ਦਰਸ਼ਨ ਹੁੰਦੇ ਨੇ। ਮਤਲਬ ਕਿ ਉਸੇ ਲਾਈਨ ਨੂੰ ਪਕੜ ਕੇ ਸਭ ਤੋਂ ਪਹਿਲਾਂ ਮੈਂ ਪੌਂਟਾ ਸਾਹਿਬ ਜਾਣਾ ਸ਼ੁਰੂ ਕੀਤਾ। ਪੌਂਟਾ ਸਾਹਿਬ ਡੇਰਾ ਬਸੀ ਤੋਂ ਕੋਈ 100 ਕਿਲੋਮੀਟਰ ਹੈ, ਉੱਥੋਂ ਬੱਸ ਜਾਂਦੀ ਹੈ ਅਤੇ 2-3 ਘੰਟੇ ਤੱਕ ਉੱਥੇ ਪਹੁੰਚ ਜਾਂਦੀ ਹੈ। ਹੌਲੀ ਹੌਲੀ ਮੈਂ ਇੱਦਾਂ ਜਾਣਾ ਸ਼ੁਰੂ ਕੀਤਾ, ਪੌਂਟਾ ਸਾਹਿਬ ਜਾਣਾ ਸ਼ੁਰੂ ਕੀਤਾ। ਫਿਰ ਮੇਰੇ ਦੋਸਤ ਨੇ ਅਨੰਦਪੁਰ ਸਾਹਿਬ ਦੇ, ਉੱਥੇ ਟ੍ਰੇਨ ਹੈ, ਟ੍ਰੇਨ ਤੋਂ ਅਸੀਂ ਅਨੰਦਪੁਰ ਸਾਹਿਬ ਚਲੇ ਜਾਣਾ। ਹੌਲੀ 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 ਜਦੋਂ ਜਿਵੇਂ ਉੱਧਰੋਂ ਡਿਗਰੀ ਪੂਰੀ ਹੁੰਦੀ ਗਈ, ਇੱਧਰੋਂ ਮੇਰਾ ਇਹ ਵੀ ਕੰਟੀਨਿਊ ਇੱਦਾਂ ਹੁੰਦਾ ਰਿਹਾ। ਡਿਗਰੀ ਤੁਸੀਂ ਕਾਹਦੇ 'ਚ ਕੀਤੀ ਹੈ? ਮਕੈਨੀਕਲ ਇੰਜੀਨੀਅਰਿੰਗ। ਮਕੈਨੀਕਲ ਇੰਜੀਨੀਅਰਿੰਗ। ਔਰ ਕਿੱਥੋਂ ਕੀਤੀ? ਸ੍ਰੀ ਸੁਖਮਨੀ ਕਾਲਜ ਡੇਰਾ ਬਸੀ ਤੋਂ। ਡੇਰਾ ਬਸੀ ਤੋਂ, ਹਾਂਜੀ। ਠੀਕ ਹੈ। ਇਹ ਕਿਹੜੇ ਸਾਲ ਕੀਤੀ? 2007 ਤੋਂ 2011 ਦਾ ਬੈਚ ਸੀ ਮੇਰਾ ਇਹ। ਠੀਕ ਹੈ। 2011 'ਚ ਫਿਰ ਉੱਥੋਂ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਮੈਂ ਥੋੜ੍ਹਾ ਚਿਰ ਜੋਬ ਕੀਤੀ ਹੈ, 6-7 ਮਹੀਨੇ, ਪਰ ਉੱਥੇ ਵੀ ਕੋਈ ਮੇਰਾ ਮਨ ਬਾਹਲਾ ਲੱਗਿਆ ਨਹੀਂ, ਕਿਉਂਕਿ ਮੇਰਾ ਘੁੰਮਣ ਫਿਰਨ ਦਾ ਸ਼ੁਰੂ ਤੋਂ ਹੀ ਹੈ ਸੀ। ਇੱਕ ਜਗ੍ਹਾ ਮੈਨੂੰ ਕੋਈ ਬੰਨਣ, ਜੇ ਕੋਈ ਮਤਲਬ ਕਿ ਕੋਈ ਮੈਨੂੰ ਬੰਨ੍ਹ ਕੇ ਰੱਖੇ ਜਾਂ ਕੋਈ ਆਪਣੀ ਮਰਜ਼ੀ ਨਾਲ ਮੈਨੂੰ ਚਲਾਵੇ ਜਾਂ ਮੈਂ ਕਿਸੇ ਦੇ ਅੰਡਰ ਹਾਂ, ਉਹ ਮੈਨੂੰ ਸ਼ੁਰੂ ਤੋਂ ਹੀ ਇੱਦਾਂ ਕਰਨਾ ਸੀ। ਮੈਂ ਮਤਲਬ ਕਿ ਆਜ਼ਾਦ ਸੋਚਦਾ ਬੰਦਾ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਖਾਲਸੇ ਨੂੰ ਆਜ਼ਾਦ ਬਣਾਇਆ। ਹਾਂਜੀ, ਆਜ਼ਾਦ। ਹਾਂਜੀ, ਮੇਰਾ ਖਾਲਸਾ ਆਜ਼ਾਦ ਹੈ। ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਜਦੋਂ ਡਿਗਰੀ ਪੂਰੀ ਹੋਈ, ਉਸ ਤੋਂ ਬਾਅਦ ਤਾਂ ਫਿਰ ਮੈਨੂੰ ਖੁੱਲ੍ਹੇ ਮਿਲ ਗਈ, ਕਿਉਂਕਿ ਮੈਂ ਘਰਦਿਆਂ ਨੂੰ ਵੀ ਮੇਰੇ ਬਾਰੇ ਪਤਾ ਹੀ ਹੈ ਵੀ ਕਿੱਦਾਂ ਦਾ, ਉਹਨਾਂ ਨੇ ਵੀ ਕੋਈ ਬਾਹਲਾ ਰੋਕਿਆ ਨਹੀਂ ਹੈਗਾ ਮੈਨੂੰ। ਅਤੇ ਉਰੇ ਆ ਕੇ ਫਿਰ ਮੈਂ ਇੱਕ ਸਾਈਕਲ ਲਿਆ ਜੋ ਮੇਰੇ ਕੋਲ ਹੈ ਨਹੀਂ, ਅਤੇ ਉਹ ਪਿੱਛੋਂ ਬੀਬੀ ਜਿਹੜੇ ਮੇਰੇ ਦਾਦੀ ਜੀ ਸੀ, ਅਤੇ ਉਦੋਂ ਉਹਨਾਂ ਨੇ ਕਿਸੇ ਨੂੰ ਦੇ ਤਾ ਜਾਂ ਕਿ ਮੈਨੂੰ ਯਾਦ ਨਹੀਂ, ਤਾਂ ਉਹ ਸਾਈਕਲ 'ਤੇ ਫਿਰ ਮੈਂ ਰਾੜਾ ਸਾਹਿਬ ਸੰਤ ਈਸ਼ਰ ਸਿੰਘ ਜੀ ਮਹਾਰਾਜ, ਅਤੇ ਰਾੜਾ ਸਾਹਿਬ ਜਾਣਾ ਸ਼ੁਰੂ ਕੀਤਾ। ਹੌਲੀ ਹੌਲੀ ਫਿਰ ਮੈਨੂੰ ਸਾਈਕਲਿੰਗ ਦਾ ਮੈਨੂੰ ਸ਼ੁਰੂ ਸੀ, ਪਰ ਮੈਨੂੰ ਫਿਰ ਇੱਕ ਬਹਾਨਾ ਮਿਲ ਗਿਆ ਵੀ ਕਿਉਂ ਨਾ ਗੁਰਦੁਆਰਾ ਸਾਹਿਬ ਆਪਾਂ ਸਾਈਕਲ 'ਤੇ ਜਾਈਏ। ਅਤੇ
ਕੁਛ ਮੇਰੇ ਵਿੱਚ ਇਹ ਹੈ ਵੀ ਮੈਨੂੰ ਕੋਈ ਥੱਕਦਾ ਥੁੱਕਦਾ ਮੈਂ ਘੱਟ ਤੀ ਸਾਈਕਲ ਦਾ ਮੈਨੂੰ ਸ਼ੁਰੂ ਤੋਂ ਹੀ ਇਹ ਸੀ ਵੀ ਵੱਧ ਤੋਂ ਵੱਧ ਮੈਨੂੰ ਕੋਈ ਲੰਬੀ ਕੋਈ ਹੋਵੇ ਦੂਰੀ ਉਹ ਮੈਨੂੰ ਕੋਈ ਬਾਹਲਾ ਫਰਕ ਨਹੀਂ ਸੀ ਕਰਦੇ। ਹੌਲੀ 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 ਵੱਧਦਾ ਜਦੋਂ ਮੈਂ 25-26 ਸਾਲ ਦੀ ਹੋਇਆ ਤਾਂ ਉਸ ਤੋਂ ਬਾਅਦ ਫਿਰ ਮੈਂ ਇਹ ਸਾਈਕਲ ਲਿਆ ਜਿਹੜਾ ਪਿੱਛੇ ਖੜਾ ਹੈ ਮੇਰਾ ਦੂਜਾ ਸਾਈਕਲ। ਇਹ ਦੂਜਾ ਸਾਈਕਲ ਆ। ਅੱਛਾ, ਦੂਸਰਾ ਸੀ। ਇਹਦੇ ਨਾਲ ਦਾ ਪਹਿਲਾ ਸਾਈਕਲ ਕਿ ਮੈਂ ਡੇਰਾਬੱਸੀ ਲਿਆ ਸੀ ਜਿਹੜਾ ਮੈਂ ਬਹੁਤ ਵਰਤਿਆ, ਉਹ ਇਹਦੇ ਨਾਲ ਦਾ ਸੀ। ਫਿਰ ਮੈਂ ਇਹ ਸਾਈਕਲ ਲਿਆ। ਇਹ ਸਾਈਕਲ ਤੇ ਫਿਰ ਸਭ ਤੋਂ ਪਹਿਲਾਂ ਮੈਂ ਪਾਉਂਟਾ ਸਾਹਿਬ ਫੇਰ ਗਿਆ, ਜੋ ਕਿ YouTube ਤੇ ਮੈਂ ਵੀਡੀਓ ਪਾਈ ਹੋਈ ਆ। ਸਭ ਤੋਂ ਪਹਿਲੀ ਵੀਡੀਓ ਜਦੋਂ ਮੈਂ, ਕਿਉਂਕਿ ਮੈਨੂੰ ਇਹ ਸੀ ਵੀ ਜਿੱਥੋਂ ਇਹ ਮੇਰਾ ਸ਼ੁਰੂ ਹੋਇਆ ਪਾਉਂਟਾ ਸਾਹਿਬ ਤੋਂ, ਉੱਥੋਂ ਹੀ ਫਿਰ ਮੈਂ ਦੁਬਾਰਾ ਇਹਨੂੰ ਨਾ ਇੱਕ ਇਹੋ ਜਿਹੇ ਤਰੀਕੇ ਨਾਲ ਸ਼ੁਰੂ ਕੀਤਾ ਵੀ ਜੋ ਮੈਂ ਚੀਜ਼ ਦੇਖਦਾ ਜਾ ਕੇ ਨਵੀਂ ਜਗ੍ਹਾ ਗੁਰਦੁਆਰਾ ਸਾਹਿਬ ਜਾਂ ਰਾਹ 'ਚ ਮੈਨੂੰ ਜੋ ਲੋਕ ਮਿਲਦੇ ਨੇ, ਰਾਹ ਲੋਕਾਂ ਦਾ ਰਹਿਣ ਸਹਿਣ, ਨਵੀਆਂ ਚੀਜ਼ਾਂ, ਕਿਉਂ ਨਾ ਮੈਂ ਉਹ ਲੋਕਾਂ ਨੂੰ ਦਿਖਾਵਾਂ। ਫਿਰ ਇਸ ਤੋਂ ਬਾਅਦ ਹੀ ਮੈਂ ਫਿਰ YouTube ਚੈਨਲ ਸ਼ੁਰੂ ਕਰ ਲਿਆ ਆਪਣਾ, ਜਿਹਦੇ ਵਿੱਚ ਮੈਂ ਪ੍ਰੋਪਰ ਜਿੰਨਾ ਕੁ ਵੀ ਮੇਰੇ ਤੋਂ ਹੋ ਸਕਦਾ ਸੀ, ਕੋਈ ਕਹਿੰਦਾ ਮੈਂ ਪ੍ਰੋਫੈਸ਼ਨਲ ਤਾਂ ਹੈ ਨਹੀਂ, ਜਿੰਨਾ ਕੁ ਵੀ ਮੇਰੇ ਤੋਂ ਹੋ ਸਕਦਾ ਸੀ ਫਿਰ ਮੈਂ ਪਾਉਂਟਾ ਸਾਹਿਬ ਦੀ ਪਹਿਲੀ ਵੀਡੀਓ ਬਣਾਈ ਇਹ ਸਾਈਕਲ 'ਤੇ ਹੀ। ਹਾਲਾਂਕਿ ਇਹ ਸਿੰਗਲ ਗੇਅਰ ਹੈ, ਉੱਥੇ ਪਹਾੜੀਆਂ ਨੇ, ਕਾਫੀ ਪਹਾੜੀਆਂ ਦੇ ਵਿੱਚ ਗੇਅਰ ਸਾਈਕਲ ਹੀ ਚੱਲਦੇ ਨੇ, ਪਰ ਮੈਨੂੰ ਸਿੰਗਲ ਗੇਅਰ ਨਹੀਂ, ਮਤਲਬ ਕਿ ਮੈਨੂੰ ਇੰਨਾ ਚਾਅ ਹੁੰਦਾ ਸੀ ਮੈਂ ਬਿਨਾਂ ਗੇਅਰਾਂ ਤੋਂ ਹੀ ਇਹਨੂੰ ਲੈ ਵੜਦਾ ਸੀ ਪਹਾੜਾਂ ਦੇ ਵਿੱਚ ਵੀ। ਮੈਂ ਇਹ ਨਹੀਂ ਦੇਖਦਾ ਸੀ ਵੀ ਉੱਥੇ ਪਹਾੜ ਨੇ, ਚੱਲੂ ਕਿ ਨਹੀਂ ਚੱਲੂ, ਬਸ ਜੋ ਚੀਜ਼ ਇੱਕ ਵਾਰ ਠਾਣ ਲਈ ਉਹ ਕਰਨੀ ਹੈ। ਇੱਦਾਂ ਦਾ ਮੇਰਾ ਸ਼ੁਰੂ ਤੋਂ ਹੀ ਰਿਹਾ ਹੈ। ਫਿਰ ਪਾਉਂਟਾ ਸਾਹਿਬ ਤੋਂ ਆ ਕੇ ਦਿੱਲੀ ਕਿਸਾਨ ਮੋਰਚਾ ਸ਼ੁਰੂ ਹੋ ਗਿਆ। ਇਹ ਕੋਈ ਪਿਛਲੇ ਸਾਲ ਦੀ ਉਹ ਗੱਲ ਹੈ, ਸਰਦੀਆਂ 'ਚ। ਅਗਲਾ ਫਿਰ ਮੈਂ ਦਿੱਲੀ 'ਤੇ ਗਿਆ, ਉਹਦੀ ਵੀਡੀਓ ਵੀ ਮੈਂ ਪਾਈ ਹੋਈ ਹੈ। ਇੱਥੋਂ ਰੁਕਿਆ ਹਰਿਆਣੇ ਤੋਂ ਅੱਗੇ ਜਿੱਥੇ ਜਿੱਥੇ ਮੈਂ ਰੁਕਿਆ ਸਾਰੀ ਉਹਦੀ ਪ੍ਰੋਪਰ ਹੈ। ਅਤੇ ਉੱਥੇ ਜਾ ਕੇ ਵੀ ਜਦੋਂ ਦਿੱਲੀ ਗਿਆ ਆਪਣਾ ਬਾਰਡਰ 'ਤੇ ਵੀ ਉੱਥੇ ਜਿਹੜੇ ਪੱਤਰਕਾਰ ਸੀ ਉਹਨਾਂ ਨੇ ਵੀ ਮੈਨੂੰ ਤਕਰੀਬਨ ਸਾਰਿਆਂ ਨੇ ਉਹਨਾਂ ਨੇ ਇੰਟਰਵਿਊ ਕੀਤੀਆਂ ਹੋਈਆਂ ਨੇ, ਜੋ ਨੈੱਟ 'ਤੇ ਵੀ ਹੈਗੀਆਂ ਨੇ ਉੱਥੇ। ਕਿਉਂਕਿ ਉਦੋਂ ਤੱਕ ਇਹ ਗੱਲ ਹੈ, ਦਿੱਲੀ ਜਾਣ ਤੋਂ ਪਹਿਲਾਂ ਮੈਂ ਪੰਜਾਬ ਦਾ ਇੱਕ ਪੂਰਾ ਚੱਕਰ ਕੱਢਦਾ ਸੀ। ਪੰਜਾਬ ਦੇ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਨੇ, ਮੈਨੂੰ ਆਏ ਸੀ ਵੀ ਆਪਣਾ ਇਤਿਹਾਸ ਉਹਨਾਂ ਨਾਲ ਜੁੜਿਆ ਹੋਇਆ ਹੈ ਵੀ ਮੈਂ ਸਾਈਕਲਿੰਗ ਕਰ ਸਕਦਾ। ਫਿਰ ਮੈਂ ਉਹ ਪੂਰਾ ਇੱਥੋਂ ਕਪੂਰਗੜ੍ਹ ਸਾਡੇ ਨੇੜੇ ਪਿੰਡ ਆ 2 ਕਿਲੋਮੀਟਰ 'ਤੇ, ਜਿੱਥੇ ਮਹਾਰਾਜ ਦੀਆਂ ਨਿਸ਼ਾਨੀਆਂ ਪਈਆਂ ਨੇ ਬਹੁਤ ਪੁਰਾਣੀਆਂ ਅਤੇ ਕਪੂਰਗੜ੍ਹ, ਫਿਰ ਨਾਭੇ ਘੋੜਿਆਂ ਵਾਲਾ ਗੁਰਦੁਆਰਾ, ਫਿਰ ਅੱਗੇ ਦਮਦਮਾ ਸਾਹਿਬ, ਫਿਰ ਅੱਗੇ ਉਹ ਆਪਣਾ ਮੁਕਤਸਰ ਸਾਹਿਬ, ਇੱਧਰੋਂ ਫਿਰ ਮੁੜਦੇ ਹੋਏ ਇਹ ਆਪਣਾ ਅੰਮ੍ਰਿਤਸਰ, ਫਿਰ ਲੁਧਿਆਣਾ। ਇਹ ਮੈਂ ਪੂਰਾ ਇੱਕ ਚੱਕਰ ਕਰਦਾ। ਹਾਲਾਂਕਿ ਕੁਛ ਪਾਰਟ ਉਹਦਾ ਬਟਾਲੇ ਵਾਲਾ ਸਾਈਡ ਦਾ ਉੱਪਰਲਾ ਰਹਿ ਗਿਆ, ਉਹ ਕਦੇ ਫੇਰ ਕਵਰ ਕਰੂੰਗਾ। ਤਾਂ ਉਹ ਸਾਰਾ ਕਵਰ ਕਰਨ ਤੋਂ ਬਾਅਦ ਮੈਂ ਦਿੱਲੀ ਗਿਆ। ਦਿੱਲੀ ਵੀ ਸਾਡੇ ਪਿੰਡੋਂ ਟਰਾਲੀਆਂ ਆਪਣਾ ਜਥੇ ਜਾਂਦੇ ਨੇ, ਟਰਾਲੀਆਂ ਜਾਂਦੀਆਂ ਨੇ। ਉੱਥੇ ਜਾ ਕੇ ਵੀ ਬਹੁਤ ਲੋਕਾਂ ਨੇ ਸਪੋਰਟ ਕੀਤੀ ਆ, ਬਹੁਤ ਤਰ੍ਹਾਂ ਦੇ ਲੋਕ ਮਿਲੇ ਨੇ। ਅਤੇ ਉੱਥੇ ਜਾ ਕੇ ਮੇਰਾ, ਉਦੋਂ ਤੱਕ ਮੈਂ ਇਕੱਲਾ ਸੀ, ਮੈਨੂੰ ਕਿਸੇ ਦਾ ਨਾ ਕੋਈ ਬਾਹਲਾ ਹੈ ਨਹੀਂ ਸੀ। ਉਦੋਂ ਮੇਰਾ ਅੰਦਰ ਇਹ ਹੋਇਆ ਵੀ ਕਿਉਂ ਨਾ ਆਪਾਂ ਇੰਡੀਆ ਤੋਂ ਬਾਹਰ ਵੀ ਨਿਕਲਿਆ ਜਾਵੇ, ਵੀ ਜਦੋਂ ਮੈਂ ਇੰਨਾ ਦੂਰ ਤੱਕ ਜਾ ਸਕਦਾ ਵੀ ਮੈਂ ਇੰਡੀਆ ਤੋਂ ਬਾਹਰ ਵੀ ਜਾ ਸਕਦਾ। ਅਤੇ ਜਦੋਂ, ਕਿਉਂਕਿ ਉਸ ਤੋਂ ਪਹਿਲਾਂ ਹੀ ਮੇਰੇ ਦਿਲ 'ਚ ਇਹ ਸੀ ਵੀ ਮੈਂ ਇੱਕ ਇੰਟਰਨੈਸ਼ਨਲ ਰਾਈਡ ਮੈਂ ਜ਼ਰੂਰ ਕਰੂੰਗਾ। ਅਤੇ ਇਹੀ ਮੈਂ ਉਹਨਾਂ ਨੂੰ ਜੋ ਮੇਰੇ ਤੋਂ ਪੁੱਛਦੇ ਸੀ ਵੀ ਤੁਸੀਂ ਕਿਵੇਂ ਆ, ਕਿਉਂਕਿ ਉਦੋਂ ਕਿਸਾਨ ਅੰਦੋਲਨ ਸੀ, ਉਹ ਇੰਨਾ ਮਤਲਬ ਕਿ ਉਹ ਸੀ, ਮੈਨੂੰ ਇਹ ਸੀ ਵੀ ਜਦੋਂ ਆਪਣੀਆਂ ਜ਼ਮੀਨਾਂ ਹੀ ਨਹੀਂ ਰਹੀਆਂ ਹੈਗੀਆਂ ਫਿਰ ਆਪਾਂ ਇੱਥੇ ਕਰਨਾ ਕੀ ਆ। ਤਾਂ ਕਰਕੇ ਜਦੋਂ ਕਦੇ ਬਾਹਰ ਜਾਵਾਂਗੇ ਤਾਂ ਸਾਡਾ ਇਹ ਟੌਪਿਕ ਵੀ ਨਾਲ ਰਹੂਗਾ ਵੀ ਅਸੀਂ ਆਪਣੇ ਪੰਜਾਬ ਨੂੰ ਵੀ ਸਪੋਰਟ ਕਰਨਾ ਰਾਈਡ ਦੇ ਨਾਲ। ਅਤੇ ਉਸ ਤੋਂ ਬਾਅਦ ਜਦੋਂ ਮੈਂ ਦਿੱਲੀ ਤੋਂ ਵਾਪਸ ਮੁੜਿਆ, ਦਿੱਲੀ ਤੋਂ ਵਾਪਸ ਆ ਕੇ ਫਿਰ ਮੈਂ ਲੇਹ ਲਦਾਖ ਦਾ ਟੂਰ ਕੀਤਾ। ਲੇਹ ਲਦਾਖ ਟੂਰ ਕਰਨ 'ਚ ਇੱਕ ਥੋੜ੍ਹਾ ਜਿਹਾ ਗੈਪ ਹੈ ਜੋ ਮੈਂ ਦੱਸਣਾ ਚਾਹੁੰਦਾ। ਦਿੱਲੀ ਤੋਂ ਵਾਪਸ ਆ ਕੇ ਮੈਂ ਰਾੜਾ ਸਾਹਿਬ, ਮੈਂ ਸੋਚਿਆ ਵੀ ਚਲੋ ਹੁਣ ਬਹੁਤ ਚਿਰ ਹੋ ਗਿਆ ਰਾੜਾ ਸਾਹਿਬ, ਮੈਂ ਤਕਰੀਬਨ ਜਾਂਦਾ ਹੀ ਹੁੰਦਾ ਹਫ਼ਤੇ 10 ਦਿਨ ਬਾਅਦ। ਮੈਂ ਰਾੜਾ ਸਾਹਿਬ ਜਾ ਰਿਹਾ ਸੀ ਅਤੇ ਜਰਗ ਕੋਲ ਜਾ ਕੇ ਇੱਕ ਹੋਰ ਭਾਈ ਸਾਹਿਬ ਨੇ, ਉਹਨਾਂ ਦਾ ਵੀ ਚੈਨਲ ਹੈ, ਉਹਨਾਂ ਨੇ ਮੇਰੀ ਇੰਟਰਵਿਊ ਕੀਤੀ ਅਤੇ ਉਹ ਇੰਟਰਵਿਊ ਉਹਨਾਂ ਨੇ ਨੈੱਟ 'ਤੇ ਪਾਤੀ। ਇੱਧਰੋਂ ਮੈਂ ਜਦੋਂ ਵੀਡੀਓ ਬਣਾਈ ਮੈਂ ਵੀ ਨੈੱਟ 'ਤੇ ਉਹ ਪੋਸਟ ਕਰਤੀ। ਅਤੇ ਇੱਦਾਂ ਹੀ ਲੁਧਿਆਣੇ ਤੋਂ ਇੱਕ ਵੀਰ ਜੀ ਨੇ, ਉਹਨਾਂ ਦਾ ਨਾਮ ਵੀ ਜਤਿੰਦਰ ਸਿੰਘ ਹੈ, ਮੇਰਾ ਨਾਮ ਵੀ ਜਤਿੰਦਰ ਸਿੰਘ ਹੈ, ਉਹਨਾਂ ਦਾ ਨਾਮ ਵੀ ਜਤਿੰਦਰ ਸਿੰਘ। ਉਹ ਲੁਧਿਆਣੇ ਤੋਂ ਨੇ। ਉਹ ਵੀ ਮੇਰੇ ਵਾਂਗ ਘੁੰਮਣ ਫਿਰਨ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ। ਹਾਲਾਂਕਿ ਉਹ ਸਾਈਕਲਿੰਗ ਵੀ ਕਰਦੇ ਨੇ, ਪਰ ਮੇਰਾ ਕਿਉਂਕਿ ਮੈਂ ਸਾਈਕਲਿੰਗ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ। ਉਹਨਾਂ ਦਾ ਪਲਾਨ ਸੀ, ਉਦੋਂ ਉਹ ਕਾਰ ਦਾ ਪਲਾਨ ਕਰ ਰਹੇ ਸੀ ਇੰਡੀਆ ਤੋਂ ਕੈਨੇਡਾ, ਵੀ ਕਾਰ 'ਤੇ ਜਾਣਾ ਸੀ। ਉਹਨਾਂ ਨੇ ਤਕਰੀਬਨ ਕੁਦਰਤੀ ਉਹਨਾਂ ਨੇ ਮੇਰੀ ਵੀਡੀਓ ਦੇਖੀ, ਕਿਉਂਕਿ ਮੈਂ ਥੰਬਨੇਲ ਲਾਇਆ ਹੋਇਆ ਸੀ ਪੰਜਾਬ ਤੋਂ ਕੈਨੇਡਾ।
ਉੱਥੋਂ ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ, ਸਾਡਾ ਆਪਸ 'ਚ ਹੋਇਆ, ਨੰਬਰ ਅਸੀਂ ਇੱਕ ਦੂਜੇ ਨੂੰ ਦਿੱਤੇ, ਗੱਲਬਾਤ ਹੋਣ ਲੱਗੀ ਤੇ ਥੋੜ੍ਹੇ ਦਿਨਾਂ ਬਾਅਦ ਹੀ ਉਹ ਮੇਰੇ ਘਰ ਆ ਗਏ। ਅੱਗੇ ਅੱਗੇ ਗੱਲ ਚੱਲਦੀ ਗਈ ਤੇ ਫਿਰ ਅਸੀਂ ਦੋਨਾਂ ਜਣਿਆਂ ਨੇ ਮਿਲ ਕੇ ਇਹ ਸਾਈਕਲ ਲਿਆ ਜਿਹੜਾ ਤੁਸੀਂ ਤੁਹਾਡੇ ਨਾਲ ਖੜਾ ਹੈ, ਇਹ ਵਾਲਾ ਜਿਹਦੇ ਉੱਤੇ ਆਹ ਤੁਹਾਡਾ ਹਾਂਜੀ ਆ ਰਿਹਾ, ਹਾਂਜੀ, ਫੋਲੋ ਔਨ YouTube ਜਿਪਸੀ ਸਿੰਘ, ਜਿਪਸੀ ਇਹ ਸਿੰਘ ਚੈਨਲ ਦਾ ਨਾਮ ਹੈ, ਇਹ ਚੈਨਲ ਦਾ ਨਾਮ ਹੈ, ਹਾਂਜੀ। ਠੀਕ ਹੈ। ਤੇ ਇਹ ਸਾਈਕਲ ਅਸੀਂ ਲਿਆ, ਇਹ ਸਾਈਕਲ ਨੂੰ ਲੈ ਕੇ ਮੈਂ ਲੇਹ ਲਦਾਖ ਗਿਆ। ਲੇਹ ਲਦਾਖ ਦੀ ਵੀਡੀਓ ਵੀ ਸਾਰੀ ਉਹ ਅੱਛਾ, ਲੇਹ ਲਦਾਖ ਇਸੇ ਸਾਈਕਲ ਤੇ, ਇਸੇ ਸਾਈਕਲ ਤੇ, ਹਾਂਜੀ। ਲੇਹ ਤੱਕ, ਲੇਹ ਤੱਕ, ਲਦਾਖ ਉਹਦਾ ਹੋਰ ਪਾਰਟ ਹੈ, ਮੇਰਾ ਸਿਰਫ ਲੇਹ ਤੱਕ ਹੀ ਸੀ। ਇੱਥੋਂ ਲੁਧਿਆਣੇ ਤੋਂ ਫਿਰ ਪਠਾਨਕੋਟ ਤੋਂ ਸ਼੍ਰੀਨਗਰ ਮੈਂ 3-4 ਦਿਨ ਰਿਹਾ, ਫਿਰ ਅੱਗਰ ਕਾਰਗਿਲ, ਲੇਹ ਤੋਂ ਮਨਾਲੀ ਤੇ ਫਿਰ ਘਰ ਵਾਪਸੀ। ਇਹ ਕਿੰਨੇ ਦਿਨਾਂ ਦਾ ਟੂਰ ਸੀ ਜਿਹੜਾ ਲੇਹ ਤੱਕ ਸੀ? 15 ਦਿਨਾਂ ਦਾ ਸਾਈਕਲ ਤੇ, 15 ਦਿਨਾਂ ਦਾ, ਰੁੜਕੀ ਉੱਚੀ ਤੋਂ, ਹਾਂਜੀ, ਤੇ ਲੇਹ ਤੱਕ 15 ਦਿਨਾਂ 15 ਦਿਨ ਵਾਪਸੀ। 15ਵੇਂ ਦਿਨ ਮੈਂ ਵਾਪਸ ਆ ਗਿਆ ਸੀ, ਕਿਉਂਕਿ ਲੇਹ ਤੱਕ ਹੀ ਮੇਰਾ ਪਲਾਨ ਸੀ। ਲੇਹ ਤੋਂ ਜੋ ਮਨਾਲੀ ਵਾਲਾ ਜੋ ਪਾਰਟ ਹੈ, ਉੱਥੇ ਗੱਡੀਆਂ ਬਹੁਤ ਮੁਸ਼ਕਿਲ ਨਾਲ ਚੱਲਦੀਆਂ ਨੇ। ਫਿਰ ਅਸੀਂ ਮੈਂ ਸਾਈਕਲ ਨੂੰ ਮੈਂ ਗੱਡੀ 'ਚ ਰੱਖਿਆ, ਜਿੱਥੇ ਤੱਕ ਵੀ ਜਿੰਨੀ ਕਿ ਸਾਈਕਲਿੰਗ ਹੋ ਸਕਦੀ ਉੱਥੇ ਸਾਈਕਲਿੰਗ ਕੀਤੀ ਜਾਣੀ। ਲੇਹ ਤੋਂ ਮਨਾਲੀ ਤੱਕ ਦਾ ਜੋ ਮੋਸਟ ਆਫ ਦਾ ਪਾਰਟ ਹੈ ਉਹ ਮੈਂ ਗੱਡੀ 'ਚ ਕਵਰ ਕੀਤਾ, ਕਿਉਂਕਿ ਇੱਕ ਤਾਂ ਉੱਥੇ 200-300 ਕਿਲੋਮੀਟਰ ਤੱਕ ਕੋਈ ਇਸਟੈਬਲਿਸ਼ਮੈਂਟ ਨਹੀਂ ਹੈਗੀ, ਕੋਈ ਉੱਥੇ ਦੁਕਾਨ ਨਹੀਂ, ਕੋਈ ਮਤਲਬ ਕਿ ਕੋਈ ਮੈਡੀਕਲ ਨਹੀਂ ਮਿਲ ਸਕਦਾ। ਇਹਦੇ 'ਤੇ ਜੋ ਲੇਹ ਲਦਾਖ ਵਾਲਾ ਮੈਂ ਕੀਤਾ ਹੈ, ਇਹਦੇ 'ਚ ਮੈਂ ਇੱਕ ਨੋਟ ਕੀਤੀ ਹੈ ਵੀ ਜਿੰਨਾ ਆਪਾਂ ਨੂੰ ਇੱਥੇ ਬੈਠਿਆਂ ਨੂੰ ਦੁਨੀਆ ਲੱਗਦੀ ਹੈ ਵੀ ਪਤਾ ਨਹੀਂ ਕੀ ਹੈ, ਉਨੇ ਹੀ ਜ਼ਿਆਦਾ ਲੋਕ ਸਪੋਰਟ ਕਰਦੇ ਨੇ। ਜਿਸ ਤਰ੍ਹਾਂ ਤੁਸੀਂ ਹੁਣ ਕਹਿ ਕੇ ਹਟੇ ਹੋ ਵੀ ਜਦੋਂ ਤੁਸੀਂ ਲੇਹ ਉੱਧਰ ਗਏ, ਹਿਮਾਚਲ ਵਿੱਚ ਗਏ, ਤਾਂ 200 ਕਿਲੋਮੀਟਰ ਤੱਕ ਤੁਸੀਂ ਦੱਸ ਰਹੇ ਹੋ ਵੀ ਕੋਈ ਮੈਡੀਸਨ ਉੱਥੇ ਤਾਂ ਜੇ ਤੁਹਾਨੂੰ ਕੋਈ ਲੋੜ, ਮੰਨ ਲਓ ਗੱਡੀ ਉੱਥੇ ਇੱਕ ਸਾਨੂੰ ਮਿਲੇ, ਉਹਨਾਂ ਦੀ ਗੱਡੀ ਨੂੰ ਪੈਂਚਰ ਹੋਇਆ ਸੀ ਗੁਰਦੇ, ਉਹਨਾਂ ਕੋਲ ਪੈਚ ਵੀ ਨਹੀਂ ਸੀ, ਨਾ ਕੋਈ ਪੰਪ ਸੀ। ਉਹਨਾਂ ਨੇ ਉਹ ਲੇਹ ਤੋਂ ਮਨਾਲੀ ਆ ਰਹੇ ਸੀ, ਉਹਨਾਂ ਨੇ ਮਨਾਲੀ ਤੋਂ ਬੰਦਾ ਮੰਗਾਇਆ, ਉਹਨੇ 5000 ਸਿਰਫ ਪੈਂਚਰ ਦਾ ਲਿਆ ਹੈ। 5000 ਮਨਾਲੀ ਪੈਂਚਰ ਦਾ, ਕਿਉਂਕਿ ਮਨਾਲੀ ਤੋਂ ਜੋ ਉਹਨਾਂ ਨੇ ਜਾਣਾ, ਉਹਨਾਂ ਨੇ ਆਪਣੇ ਉਹਦੇ ਤੇ ਜਾਣਾ ਹੈ, ਫਿਰ ਉਹਨਾਂ ਨੇ ਵਾਪਸ ਵੀ ਜਾਣਾ ਹੈ। ਇਹ ਕਾਰਨ ਕੀ, ਮਤਲਬ ਐਸਾ ਕਿਉਂ? ਕਾਰਨ ਕਿਉਂਕਿ ਉਹ ਜਿਹੜਾ ਰੂਟ ਹੈ ਉਹ ਹਜੇ ਬਣਿਆ ਨਹੀਂ ਹੈਗਾ। ਜਦੋਂ ਤੁਸੀਂ YouTube ਤੇ ਸਰਚ ਕਰਨਗੇ ਉੱਥੇ ਹਜੇ ਵੀ ਕੰਸਟਰਕਸ਼ਨ ਚੱਲ ਰਹੀ ਹੈ ਰੋਡ ਦੀ। 2-3 ਵਾਰ ਸਾਡੀ ਗੱਡੀ ਮਤਲਬ ਕਿ ਨਦੀ ਦੇ ਵਿੱਚ ਦੀ ਵੀ ਗਈ ਹੈ, ਕਿਉਂਕਿ ਉਹ ਏਰੀਆ ਜਿਹੜਾ ਹਜੇ ਉਹ ਇੰਨਾ ਹਜੇ ਯੂਜ਼ ਨਹੀਂ ਹੋਇਆ ਹੈਗਾ। ਆਰਮੀ ਜ਼ਿਆਦਾ ਯੂਜ਼ ਕਰਦੀ ਆ, ਹਜੇ ਪਬਲਿਕ ਵਾਸਤੇ ਇੰਨਾ ਉਹ ਨਹੀਂ ਹੋ, ਕਿਉਂਕਿ ਨਾ ਤਾਂ ਉੱਧਰ ਕੋਈ ਟਨਲ ਹੈ। ਜਿਹੜਾ ਲੇਹ ਤੱਕ ਹੈ, ਲੇਹ ਤੱਕ ਬਹੁਤ ਵਧੀਆ ਰੂਟ ਹੈ, ਕਿਉਂਕਿ ਲੇਹ ਤੱਕ ਜ਼ਿਆਦਾ ਟ੍ਰੈਫਿਕ ਹੈ। ਉਹ ਲੇਹ ਤੱਕ ਕੀ ਹੈ, ਜੋ ਲੋਕ ਰਹਿੰਦੇ ਨੇ, ਜੋ ਕਸ਼ਮੀਰੀ ਲੋਕ ਨੇ, ਉਹ ਲੇਹ ਤੱਕ ਹੀ ਨੇ। ਲੇਹ ਤੋਂ ਜੋ ਮਨਾਲੀ ਵਾਲਾ, ਉੱਥੇ ਇੰਨੀ ਜ਼ਿਆਦਾ ਰਿਹਾਇਸ਼ ਲੋਕਾਂ ਦੀ ਹੈ ਹੀ ਨਹੀਂ। ਪਰ ਫਿਰ ਵੀ ਜਿਹੜੀ ਹਿਮਾਚਲ ਗੌਰਮੈਂਟ ਆ ਉਹਨੂੰ ਇਸ ਪਾਸੇ ਬਿਲਕੁਲ ਸੋਚਣਾ ਚਾਹੀਦਾ। ਇੱਕ ਤਾਂ ਉੱਥੋਂ ਆਰਮੀ ਜਾ ਰਹੀ ਹੈ ਸਾਰੀ, ਹੈ ਨਾ, ਔਰ ਪਬਲਿਕ ਵੀ ਜਾ ਰਹੀ ਹੈ। ਜਿਸ ਤਰ੍ਹਾਂ ਤੁਸੀਂ ਗਏ ਹੋ, ਤੁਸੀਂ ਪਬਲਿਕ ਦੇ ਵਿੱਚ ਆ ਗਏ, ਹੈ ਨਾ, ਤੇ ਮਤਲਬ ਬਹੁਤ ਜ਼ਰੂਰੀ ਹੈ ਇਹ ਚੀਜ਼। ਹਿਮਾਚਲ ਦੇ CM ਅਗਰ ਦੇਖ ਰਹੇ ਨੇ ਤਾਂ ਜ਼ਰੂਰ ਇਸ ਚੀਜ਼ ਨੂੰ ਨੋਟ ਕਰਨ, ਜਾਂ ਹੋਰ ਜਿਹੜੇ ਉਹਨਾਂ ਦੇ ਮੁੱਖ ਮੰਤਰੀ ਦੇਖ ਰਹੇ ਨੇ, ਕੋਈ ਕੈਬਨਿਟ ਮੰਤਰੀ, ਵੀ ਇਹ ਇੱਕ ਬਹੁਤ ਵੱਡੀ ਘਾਟ ਹੈ। ਹਿਮਾਚਲ ਪ੍ਰਦੇਸ਼ ਦੀ ਗੌਰਮੈਂਟ, ਪ੍ਰਸ਼ਾਸਨ ਇਸ ਪਾਸੇ ਖਿਆਲ ਕਰੇ। ਜੋ ਸਰਦਾਰ ਜਤਿੰਦਰ ਸਿੰਘ ਜੋ ਸਾਈਕਲਿਸਟ ਨੇ ਔਰ ਜੋ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ, ਇਸ ਵਕਤ ਵਰਲਡ ਫੇਮਸ ਹੋ ਚੁੱਕੇ ਨੇ, ਔਰ ਜਿਪਸੀ ਸਿੰਘ ਇਹਨਾਂ ਦਾ YouTube ਦੇ ਉੱਪਰ ਚੈਨਲ ਹੈ ਜੋ ਤੁਸੀਂ ਆ ਵੇਖ ਰਹੇ ਹੋ ਸਾਰਾ। ਔਰ ਹੁਣ ਇਹ ਵਰਲਡ ਟੂਰ ਲਾ ਰਹੇ ਨੇ, ਵਰਲਡ ਟੂਰ। ਹਾਂਜੀ, ਜਿਹੜਾ ਹੋਰ ਉਸ ਤੋਂ ਬਾਅਦ ਕੀ ਹੋਇਆ? ਲੇਹ ਲਦਾਖ ਤੋਂ ਬਾਅਦ ਫਿਰ ਮੈਨੂੰ ਮਹੀਨਾ ਕੁ ਹੋਇਆ ਟੂਰ ਕੀਤੇ ਨੂੰ। ਉਸ ਤੋਂ ਬਾਅਦ ਫਿਰ ਮੈਂ, ਇੱਕ ਤਾਂ ਗਰਮੀ ਬਹੁਤ ਜ਼ਿਆਦਾ ਸੀ, ਮੀਂਹ ਪੈ ਰਹੇ ਸੀ, ਫਿਰ ਮੈਂ ਕੁਛ ਚਿਰ ਵੇਟ ਕੀਤਾ। 2-3 ਦਿਨ ਪਹਿਲਾਂ ਹੀ ਫਿਰ ਅਨੰਦਪੁਰ ਸਾਹਿਬ ਜਾ ਕੇ ਆਇਆ ਮੈਂ, ਹਜੇ ਕੱਲ੍ਹ ਹੀ ਆਇਆ। ਅਤੇ ਹੁਣ ਸਾਡਾ ਪਲਾਨ ਦੋਨਾਂ ਦਾ ਇਹ ਸੀ ਵੀ ਅਸੀਂ ਨੇਬਰਿੰਗ ਕੰਟਰੀ 'ਚ ਜਾਈਏ, ਨੇਪਾਲ, ਭੂਟਾਨ, ਬੰਗਲਾਦੇਸ਼ ਵੀ, ਇਹਨਾਂ ਨੂੰ ਕਵਰ ਕਰੀਏ ਐਟਲੀਸਟ, ਜੇ ਅਸੀਂ ਬਾਹਰ ਨਹੀਂ ਜਾ ਸਕਦੇ। ਤਾਂ ਜਦੋਂ ਅਸੀਂ ਨੈੱਟ 'ਤੇ ਸਰਚ ਕੀਤਾ, ਨੇਪਾਲ 'ਚ ਵੀ ਕਰੋਨਾ ਦੀਆਂ ਰੈਸਟ੍ਰਿਕਸ਼ਨਸ ਬਹੁਤ ਜ਼ਿਆਦਾ ਨੇ। ਹਾਲਾਂਕਿ ਉੱਥੇ ਕੋਈ ਵੀਜ਼ੇ ਦੀ ਲੋੜ ਨਹੀਂ, ਪਰ ਕਰੋਨਾ ਕਰਕੇ ਉੱਥੇ ਵੀ ਹਜੇ ਜ਼ਿਆਦਾ ਥੋੜ੍ਹੀ ਸਖਤਾਈ ਆ। ਭੂਟਾਨ ਦਾ ਬਿਲਕੁਲ ਹੀ ਬੰਦ ਹੈ, ਅਤੇ ਬੰਗਲਾਦੇਸ਼ ਜਾਣ ਦਾ ਸਵਾਲ ਹੀ ਨਹੀਂ ਹੈਗਾ, ਕਿਉਂਕਿ ਭੂਟਾਨ ਬੰਗਲਾਦੇਸ਼ ਦੀ ਨਾਲ ਹੀ ਹੈ। ਤਾਂ ਕਰਕੇ ਜੋ ਸਾਡਾ ਇਸ ਸਾਲ ਦੇ ਐਂਡ ਤੱਕ ਨੇਪਾਲ ਦਾ ਟੂਰ ਹੋਊਗਾ। ਉਸ ਤੋਂ ਪਹਿਲਾਂ ਅਗਰ 10-15 ਦਿਨ 'ਚ ਹੇਮਕੁੰਟ ਸਾਹਿਬ ਦੇ ਗੇਟ ਖੁੱਲ੍ਹਦੇ ਨੇ ਤਾਂ ਅਸੀਂ ਹੇਮਕੁੰਟ ਸਾਹਿਬ ਪੈਦਲ ਜਾਵਾਂਗੇ ਰਿਸ਼ੀਕੇਸ਼ ਤੋਂ, ਜਿਹਦੇ ਵਿੱਚ ਮੇਰੇ ਪਿੰਡੋਂ ਹੀ 3-4 ਸਾਥੀ ਨੇ ਜੋ ਹਰੇਕ ਸਾਲ ਉੱਥੇ ਜਾਂਦੇ ਨੇ, ਹੇਮਕੁੰਟ ਪੈਦਲ ਜਾਂਦੇ ਨੇ। ਹਾਂ,
ਉਹਨਾਂ ਨੇ ਇਸ ਵਾਰ ਮੈਨੂੰ ਨਾਲ ਰਲਾਇਆ ਹੈ, ਕਿਉਂਕਿ ਉਹਨਾਂ ਕੋਲ ਵੀਡੀਓ ਵਗੈਰਾ ਦਾ ਥੋੜ੍ਹਾ ਜਿਹਾ ਉਹਨਾਂ ਨੂੰ ਘੱਟ ਹੈ, ਤਾਂ ਕਰਕੇ ਅਸੀਂ ਫਿਰ ਉਹ ਹੇਮਕੁੰਟ ਸਾਹਿਬ ਦਾ ਵੀ ਪ੍ਰੋਪਰ ਵਲੌਗ ਬਣਾਵਾਂਗੇ। ਤੇ ਇਹ ਤਾਂ ਹੈਗਾ ਸਾਡਾ ਇਸ ਸਾਲ ਦਾ ਪਲਾਨ। ਅਗਲੇ ਸਾਲ ਅਗਰ ਕਰੋਨਾ ਥੋੜ੍ਹਾ ਜਿਹਾ ਰਿਲੈਕਸ ਹੁੰਦਾ ਹੈ, ਬਾਕੀ ਕੰਟਰੀਆਂ ਥੋੜ੍ਹਾ ਜਿਹਾ ਜ਼ਿਆਦਾ ਲਾਕ ਕਰਦੀਆਂ ਨੇ, ਤਾਂ ਫਿਰ ਅਸੀਂ ਇੱਥੋਂ ਸਾਰਾ ਆਪਣਾ ਜੋ ਬਾਈਕ ਹੈ, ਬਾਈਕ ਸਾਡੇ ਕੋਲ 2 ਬਾਈਕ ਹੋਣਗੀਆਂ। ਇੱਦਾਂ ਜੋ ਪਿੱਛੇ ਤੁਸੀਂ ਸਮਾਨ ਦੇਖ ਰਹੇ ਹੋ, ਇੱਦਾਂ ਹੀ ਸਾਰਾ ਕੁਝ ਸਮਾਨ ਹੋਗਾ, 2 ਬੈਗ ਹੋਣਗੇ। ਹਾਂ, ਉਹ ਪਿੱਛੇ ਉਹਦੇ 'ਚ ਟੈਂਟ ਹੈ, ਸਲੀਪਿੰਗ ਬੈਗ ਆ, ਥੱਲੇ ਟੈਂਟ ਦੇ ਥੱਲੇ ਇੱਕ ਸਪੋਰਟ ਹੁੰਦੀ ਹੈ, ਵਾਟਰਪ੍ਰੂਫ ਸ਼ੀਟ ਹੁੰਦੀ ਹੈ, ਉਹ ਵੀ ਹੈ। ਤੇ ਉਹ ਸਾਡੇ ਕੋਲ ਉਹ ਗੇਅਰ ਅਸੀਂ ਇੱਥੋਂ ਹੀ ਪੈਕ ਕਰਕੇ ਚੱਲਾਂਗੇ ਸਾਰਾ ਕੁਝ। ਤੇ ਬਾਈਕ ਦੇ ਇਹਦੇ ਅਗਲੇ ਪਿਛਲੇ ਟਾਇਰ ਖੁੱਲ ਜਾਂਦੇ ਨੇ ਸਾਈਕਲ ਦੇ, ਉਹ ਖੁੱਲ੍ਹ ਕੇ ਬਿਲਕੁਲ ਛੋਟਾ ਜਿਹਾ ਸਾਈਕਲ ਬਣ ਜਾਂਦਾ। ਉਹਨੂੰ ਜ਼ਿਆਦਾ ਗੱਤੇ ਦੇ ਡੱਬੇ 'ਚ ਪਾ ਲਓ, ਨਹੀਂ ਇੱਕ ਬਾਈਕ ਕਵਰ ਮਿਲਦਾ ਹੈ, ਆਪਣਾ ਕੈਰੀਜ ਬਾਕਸ ਹੁੰਦਾ ਜਾਂ ਫਿਰ ਉਹਦੇ 'ਚ ਪਾ ਲਓ। ਸਾਡਾ ਪਲੇਨ ਹੈ ਵੀ ਇੱਥੋਂ ਅਸੀਂ ਵੀਅਤਨਾਮ ਜਾਈਏ ਬਾਏ ਏਅਰ। ਅੱਛਾ, ਉੱਥੇ ਜਾ ਕੇ ਸਾਰਾ ਕੁਝ ਬਾਈਕ ਵਗੈਰਾ ਰੈਡੀ ਕਰਕੇ ਉੱਥੋਂ ਸਾਈਕਲਿੰਗ ਕਰਦੇ ਕਰਦੇ ਅਸੀਂ ਵੀਅਤਨਾਮ ਤੋਂ ਥਾਈਲੈਂਡ ਤੋਂ ਮਿਆਂਮਾਰ, ਫਿਰ ਅਸਾਮ ਗੁਹਾਟੀ ਦੇ ਰਸਤੇ ਇੰਡੀਆ 'ਚ ਐਂਟਰ ਕਰੀਏ। ਇਹ ਸਾਡਾ ਨੈਕਸਟ ਈਅਰ ਦਾ ਪਲਾਨ ਹੈ। ਮਿਸ਼ਨ ਕੀ ਲੈ ਕੇ ਜਦੋਂ ਤੁਸੀਂ ਪੰਜਾਬ ਟੂਰ ਕੀਤਾ, ਇੰਡੀਆ ਟੂਰ ਕੀਤਾ, ਹੁਣ ਤੁਸੀਂ ਵਰਲਡ ਟੂਰ ਕਰਨ ਜਾ ਰਹੇ ਹੋ, ਤੁਹਾਡੀ ਪਲਾਨਿੰਗ ਹੈ ਉਹ, ਕੀ ਮਿਸ਼ਨ ਲੈ ਕੇ ਚੱਲਦੇ ਹੋ? ਮਿਸ਼ਨ ਜਦੋਂ ਮੈਂ ਪੰਜਾਬ ਦਾ ਟੂਰ ਕੀਤਾ ਉਦੋਂ ਤੁਸੀਂ ਵੀਡੀਓ 'ਚ ਦੇਖੇਂਗੇ, ਉਦੋਂ ਮੇਰੇ ਕੋਲ ਹਰਾ ਝੰਡਾ ਸੀ ਕਿਸਾਨੀ ਦਾ, ਜਿਹੜਾ ਮੈਂ ਪਿੱਛੇ ਲਾ ਕੇ ਰੱਖਿਆ ਹੈ ਪੂਰੇ ਪੰਜਾਬ ਦੇ ਟੂਰ 'ਚ। ਉਦੋਂ ਵੀ ਬਹੁਤ ਲੋਕਾਂ ਨੇ ਮਤਲਬ ਕਿ ਲੋਕ ਖਾਸ ਕਰਕੇ ਬਠਿੰਡਾ ਬਰਨਾਲਾ ਏਰੀਆ, ਇਹ ਲੋਕ ਬਹੁਤ ਖੁੱਲ੍ਹੇ ਦਿਲ ਦੇ ਨਾਲ ਮਤਲਬ ਕਿ ਰੋਟੀ ਛਕਾ ਦੇਣੀ ਜਾਂ ਵੈਸੇ ਕੁਝ ਖਾਣ ਪੀਣ ਦੇਣਾ, ਇਹ ਆਮ ਗੱਲ ਸੀ। ਉੱਥੇ ਗੱਲ ਕਰੋ, ਹਰੇਕ ਕਹਿੰਦਾ ਸੀ ਵੀ ਆ ਜਾਓ ਪ੍ਰਸ਼ਾਦਾ ਛਕ ਕੇ ਜਾਓ ਜਾਂ ਕੁਝ ਖਾ ਕੇ ਜਾਓ। ਤਾਂ ਉਦੋਂ ਲੋਕਾਂ ਦਾ ਬਹੁਤ ਜ਼ਿਆਦਾ ਮੈਨੂੰ ਪਿਆਰ ਮਿਲਿਆ ਹੈ, ਮੁਕਤਸਰ ਬਠਿੰਡਾ ਬਰਨਾਲਾ ਏਰੀਆ। ਜਿਹੜਾ ਅਸੀਂ ਮਿਸ਼ਨ ਸੋਚ ਰਹੇ ਹਾਂ ਜਦੋਂ ਅਸੀਂ ਇੰਡੀਆ ਤੋਂ ਬਾਹਰ ਜਾਣਾ, ਪਹਿਲਾਂ ਤਾਂ ਸਾਡਾ ਇਹ ਹੋਊਗਾ ਵੀ ਜੋ ਯੂਥ ਹੈ, ਯੂਥ ਆਪਣੇ ਆਪ ਨੂੰ ਫਿੱਟ ਰੱਖੇ। ਫਿੱਟ ਉਹ ਤਾਂ ਰੱਖੂਗਾ ਜੇ ਉਹ ਕਿਸੇ ਨਸ਼ੇ ਤੋਂ ਮੁਕਤ ਹੋਊਗਾ। ਬਿਲਕੁਲ। ਤਾਂ ਸਾਡਾ ਮਿਸ਼ਨ ਹੋਊਗਾ ਵੀ ਯੂਥ ਨੂੰ ਆਪਾਂ ਨਸ਼ਾ ਮੁਕਤ ਕਰੀਏ। ਅਸੀਂ ਚਾਹੁੰਦੇ ਹਾਂ ਵੀ ਯੂਥ ਸਾਡੇ ਕੋਲੋਂ ਇੰਸਪਾਇਰ ਹੋਵੇ, ਕਿਉਂਕਿ ਜਦੋਂ ਤੁਸੀਂ YouTube ਤੇ ਦੇਖੇਂਗੇ ਉਹ ਤਾਂ ਬਹੁਤ ਜ਼ਿਆਦਾ ਨੌਜਵਾਨਾਂ ਦੀਆਂ ਇੰਟਰਵਿਊ ਇਹੋ ਜਿਹੀਆਂ ਨੇ ਜਿਹੜੇ ਮਤਲਬ ਕਿ ਬਹੁਤ ਜ਼ਿਆਦਾ ਨਸ਼ਾ ਕਰਦੇ ਸੀ, ਫਿਰ ਉਹ ਵਰਕਆਊਟ ਕਰਨ ਲੱਗੇ ਜਿਮ 'ਚ ਜਾ ਕੇ, ਕੋਈ ਸਾਈਕਲਿੰਗ ਕਰਨ ਲੱਗਿਆ, ਤਾਂ ਹੌਲੀ ਹੌਲੀ ਉਹ ਆਪਣਾ ਨਸ਼ਾ ਉਹਨਾਂ ਨੇ ਛੱਡਤਾ। ਤਾਂ ਸਾਡਾ ਵੀ ਇਹੀ ਮਿਸ਼ਨ ਹੋਊਗਾ ਵੀ ਅਸੀਂ ਆਪਣੇ ਯੂਥ ਨੂੰ ਨਸ਼ਾ ਮੁਕਤ ਕਰੀਏ, ਔਰ ਸਾਈਕਲਿੰਗ ਦੇ ਜੋ ਆਮ ਪਬਲਿਕ ਹੈ ਉਹਨੂੰ ਸਾਈਕਲਿੰਗ ਦੇ ਬੈਨੀਫਿਟ ਦੱਸੀਏ। ਇਹਦੇ 'ਚ 2-3 ਚੀਜ਼ਾਂ ਨੇ। ਇੱਕ ਤਾਂ ਦੇਖੋ ਪੈਟਰੋਲ ਦੇ ਹੁਣ ਰੇਟ ਕਿੰਨੇ ਜ਼ਿਆਦਾ ਹੋ ਗਏ ਨੇ, 100 ਤੋਂ ਉੱਪਰ ਹੋ ਗਿਆ। ਬਿਲਕੁਲ। ਤੇ ਸਾਡਾ ਜੋ ਪੰਜਾਬ ਦੇ ਹੈਗੇ ਨੇ ਖਾਸ ਕਰਕੇ ਜੋ ਵੀ ਲੋਕ ਮੋਟਰਾਂ 'ਤੇ ਜਾਂਦੇ ਨੇ, ਉਹ ਸਾਡੀ ਮੇਰੀ ਅਤੇ ਮੇਰੇ ਪਾਰਟਨਰ ਵੱਲੋਂ ਰਿਕੁਐਸਟ ਆ ਵੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਉੱਥੇ ਸਾਈਕਲ ਯੂਜ਼ ਕਰੀਏ। ਸਕੂਟਰ ਜੋ ਆਪਣੀ ਐਕਟਿਵਾ ਮੋਟਰਸਾਈਕਲ ਆ, ਇਹ ਘੱਟ ਯੂਜ਼ ਕਰੀਏ। ਉਸ ਤੋਂ ਬਿਨਾਂ ਵੀ ਆਪਾਂ ਕਿਸੇ ਨੇੜਲੇ ਸ਼ਹਿਰ ਜਾਣਾ ਹੈ, ਕੋਈ ਉੱਥੋਂ ਚੀਜ਼ ਲੈਣ ਜਾਣੀ ਹੈ ਛੋਟੀ ਮੋਟੀ, ਕਿਉਂਕਿ ਮੇਰੀ ਵੀ ਆਦਤ ਹੈ, ਮੈਂ ਅਮਲੋਹ ਜਾਣਾ ਸਾਈਕਲ 'ਤੇ ਜਾਣਾ, ਕੋਈ ਵੀ ਚੀਜ਼, ਕੋਈ ਦਵਾਈ ਲੈਣੀ ਹੈ, ਕੋਈ ਸੌਦਾ ਮਾੜਾ ਮੋਟਾ ਲਿਆਉਣਾ। ਅਮਲੋਹ ਕਿੰਨਾ ਪੈ ਜਾਂਦਾ ਇੱਥੋਂ? 8 ਕਿਲੋਮੀਟਰ। 8 ਜਾਣ 8 ਆਉਣ, 16 ਕਿਲੋਮੀਟਰ। ਹਾਂ, ਉਹ ਮੈਂ ਦੂਜੇ ਤੀਜੇ ਦਿਨ ਉੱਥੇ ਜਾਣਾ, ਕਿਉਂਕਿ ਸਾਈਕਲਿੰਗ ਦਾ ਹੁਣ ਜਿਵੇਂ BP ਦੀ ਕਿੰਨੀ ਪ੍ਰੋਬਲਮ ਵੱਧ ਰਹੀ ਹੈ, ਹਰੇਕ ਦੂਜੇ ਤੀਜੇ ਬੰਦੇ ਨੂੰ BP ਦੀ ਪ੍ਰੋਬਲਮ ਹੈ, ਹਰੇਕ ਦੂਜੇ ਤੀਜੇ ਬੰਦੇ ਨੂੰ ਸ਼ੂਗਰ ਦੀ, ਗੋਡਿਆਂ ਦੀ ਪ੍ਰੋਬਲਮ ਹੈ। ਤਾਂ ਸਾਈਕਲਿੰਗ ਦੇ ਤੁਸੀਂ ਜੇ ਬੈਨੀਫਿਟ ਕੱਢ ਕੇ ਦੇਖੋ ਤਾਂ ਇੱਕ ਤੁਹਾਨੂੰ ਫ੍ਰੀ 'ਚ ਮਿਲਣ ਵਾਲਾ, ਤੁਸੀਂ ਫ੍ਰੀ 'ਚ ਆਪਣੇ ਉਹ ਦਵਾਈਆਂ ਤੋਂ, ਡਾਕਟਰਾਂ ਦਾ ਜਿਹਨੂੰ ਉਹਨਾਂ ਦੇ ਬਿੱਲ ਨੇ ਉਹਨਾਂ ਤੋਂ ਖਹਿੜਾ ਚਾਹੇ ਤੁਸੀਂ ਬਿਲਕੁਲ ਠੀਕ ਹੋ, ਇਹ ਨਹੀਂ ਜ਼ਰੂਰੀ ਨਹੀਂ ਹੈਗਾ ਵੀ ਜੇ ਤੁਹਾਨੂੰ ਬਿਮਾਰੀ ਲੱਗੀ ਆ ਤੁਸੀਂ ਤਾਂ ਹੀ ਸਾਈਕਲਿੰਗ ਕਰਨੀ ਆ। ਬਿਲਕੁਲ, ਇਹ ਜ਼ਰੂਰੀ ਨਹੀਂ। ਅਗਰ ਤੁਸੀਂ ਬਿਲਕੁਲ ਫਿੱਟ ਹੋ ਤਾਂ ਵੀ ਘੱਟੋ ਘੱਟ ਤੁਸੀਂ 5-6 ਕਿਲੋਮੀਟਰ ਸਵੇਰੇ ਸ਼ਾਮ ਸਾਈਕਲਿੰਗ ਕਰੋ। ਤਾਂ ਆਮ ਪਬਲਿਕ ਵਾਸਤੇ ਸਾਡਾ ਇਹ ਮਿਸ਼ਨ ਹੋਊਗਾ ਕਿ ਜਦੋਂ ਅਸੀਂ ਬਾਹਰ ਜਾਵਾਂਗੇ ਤਾਂ ਅਸੀਂ ਲਿਸਟ ਬਣਾਈ ਹੋਈ ਆ ਹਰੇਕ ਸਾਈਕਲਿੰਗ ਕਲੱਬਸ ਦੀ। ਉਹ ਸਾਈਕਲਿੰਗ ਕਲੱਬ ਦੇ ਨਾਲ ਜਾ ਕੇ ਅਸੀਂ ਮੀਟਿੰਗ ਕਰਾਂਗੇ, ਉਹਨਾਂ ਨਾਲ ਆਪਣੇ ਐਕਸਪੀਰੀਅੰਸ ਦੱਸਾਂਗੇ, ਉਹਨਾਂ ਦੀ ਲੋਕਲ ਲਾਈਫ ਬਾਰੇ ਪੁੱਛਾਂਗੇ। ਤਾਂ ਜਿੱਥੇ ਜਿੱਥੇ ਅਸੀਂ ਜਾਵਾਂਗੇ ਹਰੇਕ ਬੰਦੇ ਨੂੰ ਅਸੀਂ ਸਾਈਕਲਿੰਗ ਕਰਨ ਵਾਸਤੇ ਪ੍ਰੇਰਿਤ ਕਰਦੇ ਰਹਾਂਗੇ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਸੀਂ ਬਠਿੰਡਾ ਸਾਈਡ ਗਏ ਤਾਂ ਪਬਲਿਕ ਨੇ ਜਿਹੜੀ ਸੀ, ਲੋਕ ਸੀ ਜੋ ਵੀ ਪਿੰਡਾਂ ਦੇ ਜਾਂ ਹੋਰ ਸ਼ਹਿਰਾਂ ਦੇ, ਉਹ ਤੁਹਾਨੂੰ ਵੈਲਕਮ ਕਰਦੇ ਸੀ, ਪ੍ਰਸ਼ਾਦਾ ਪਾਣੀ ਵੀ ਛਕਾਉਂਦੇ ਸੀ। ਤੁਸੀਂ ਹਿਸਟੋਰੀਕਲ ਗੁਰੂ ਧਾਮਾਂ ਦੀ ਵੀ ਯਾਤਰਾ ਕਰ ਚੁੱਕੇ ਹੋ। ਹਾਂਜੀ। ਜਦੋਂ ਤੁਸੀਂ ਗੁਰਦੁਆਰੇ ਸਾਹਿਬ ਜਾਂਦੇ ਹੋ, ਹਾਂਜੀ, ਉੱਥੋਂ ਦੇ ਪ੍ਰਬੰਧਕਾਂ ਦਾ ਔਰ ਉੱਥੋਂ ਦੇ
ਇੱਕ ਤਾਂ ਤੁਸੀਂ ਸਿੱਖੀ ਸਰੂਪ ਚੋਂ ਹਾਂਜੀ ਸਾਬਤ ਸੂਰਤ ਦਸਤਾਰ ਸਿਰਾ ਹਾਂਜੀ ਪੂਰੇ ਤੁਸੀਂ ਗੁਰੂ ਕੇ ਖਾਲਸੇ ਹੋ, ਹਾਂਜੀ। ਸਜੇ ਹੋਏ ਹੋ, ਤੁਹਾਡਾ ਸਿੱਖੀ ਸਰੂਪ ਹੈ। ਜਦੋਂ ਤੁਸੀਂ ਗੁਰਦੁਆਰੇ ਸਾਹਿਬ 'ਚ ਜਾਂਦੇ ਹੋ, ਉੱਥੋਂ ਦੇ ਪ੍ਰਬੰਧਕ ਜਾਂ ਉਹ ਸੇਵਾਦਾਰ, ਕਿਉਂਕਿ ਤੁਹਾਨੂੰ ਕਮਰੇ ਦੀ ਵੀ ਜ਼ਰੂਰਤ ਹੁੰਦੀ ਹੈ, ਤੁਸੀਂ ਥੱਕ ਜਾਂਦੇ ਹੋ, ਰੈਸਟ ਕਰਨ ਦੀ ਲੋੜ ਹਾਂ, ਥਕਾਵਟ ਹੁੰਦੀ ਹੈ, ਤੁਸੀਂ ਚਾਹੁੰਦੇ ਹੋ ਰਿਲੈਕਸ ਹੋਣਾ ਚਾਹੁੰਦੇ ਹੋ, ਮਤਲਬ ਤੁਹਾਡੇ ਨਾਲ ਵਰਤਾਓ ਕਿੱਦਾਂ ਦਾ ਹੁੰਦਾ? ਖੁੱਲ੍ਹ ਕੇ ਦੱਸੋ ਇਸ ਚੀਜ਼ ਨੂੰ। ਜਿੱਦਾਂ ਪਹਿਲਾਂ ਮੈਂ ਸੋਚਿਆ ਸੀ ਵੀ ਹਾਂ ਇੱਕ ਇਹ ਨਵੀਂ ਚੀਜ਼ ਹੈ, ਮਤਲਬ ਕਿ ਮੈਨੂੰ ਜਿੱਥੇ ਵੀ ਮੈਂ ਜਾਊਂਗਾ ਸਪੋਰਟ ਮਿਲੂਗੀ, ਸਪੋਰਟ ਮਿਲਦੀ ਹੈ, ਇਹੋ ਜਿਹੀ ਗੱਲ ਨਹੀਂ, ਪਰ ਖਾਸ ਕਰਕੇ ਜੋ ਗੁਰਦੁਆਰਾ ਸਾਹਿਬ ਦੇ ਜੋ ਰੂਮ ਵਗੈਰਾ ਇਸ਼ੂ ਕਰਦੇ ਨੇ ਜਾਂ ਉੱਥੇ ਦੇ ਇੱਥੋਂ ਤੱਕ ਕਿ ਜੋ ਪ੍ਰਬੰਧਕ ਨੇ ਉਹ ਇਸ ਚੀਜ਼ ਨੂੰ ਪਤਾ ਨਹੀਂ ਤਾਂ ਕਿਉਂ ਲਾਈਟਲੀ ਬਹੁਤ ਲੈਂਦੇ ਨੇ ਸਾਈਕਲ, ਜੋ ਕਿਉਂਕਿ ਆਪਣੇ ਇਹ ਚੀਜ਼ ਇਹ ਨਵੀਂ ਹੈ ਸਾਈਕਲ ਟੂਰਿੰਗ। ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਨਹੀਂ ਹੈ ਵੀ ਤੁਸੀਂ ਸਿੱਖ ਹੋ, ਗੁਰੂ ਕੇ ਖਾਲਸੇ ਹੋ, ਉਹਨਾਂ ਆਮੇ ਮਤਲਬ ਸਮਝਦੇ ਵੀ ਇਹ ਕੋਈ ਆਮ ਹੀ ਇਨਸਾਨ। ਉਹਨਾਂ ਨੂੰ ਇਹ ਦੱਸਣਾ ਚਾਹੇ ਮੈਂ ਦੱਸ ਵੀ ਦਿੰਦਾ ਸੀ ਹਾਂ ਮੇਰਾ ਇੱਦਾਂ ਮੇਰਾ ਮਿਸ਼ਨ ਹੈ, ਮੈਂ ਅੱਗੇ ਬਹੁਤ ਦੂਰ ਤੱਕ ਜਾਣਾ, ਉਹ ਮਤਲਬ ਕਿ ਜ਼ਰੂਰੀ ਨਹੀਂ ਹਰੇਕ ਬੰਦਾ, ਪਰ ਮੈਨੂੰ ਕਦੇ ਵੀ ਗੁਰਦੁਆਰਾ ਸਾਹਿਬ ਜਾ ਕੇ ਇੱਦਾਂ ਨਹੀਂ ਹੋਇਆ ਵੀ ਹਾਂ ਮੈਨੂੰ ਕੋਈ ਬਹੁਤ ਪਿਆਰ ਨਾਲ ਕੋਈ ਬੁਲਾ ਰਿਹਾ ਹੈ ਜਾਂ ਮੈਨੂੰ, ਕਿਉਂਕਿ ਮੇਰੇ ਸਾਈਕਲ ਦਾ ਮੇਰੇ ਸਮਾਨ ਦਾ ਵਜ਼ਨ ਹੁੰਦਾ ਹੈ 20-25 ਕਿਲੋ। ਮੈਂ ਕੋਈ ਨਾਂ ਤਾਂ ਨਹੀਂ ਲੈਣਾ ਗੁਰਦੁਆਰਾ ਸਾਹਿਬ ਦਾ, ਪਰ ਮੈਨੂੰ ਬਹੁਤ ਜਗ੍ਹਾ ਇਹ ਮਹਿਸੂਸ ਹੁੰਦਾ ਸੀ ਵੀ ਜੇ ਮੈਨੂੰ ਗਰਾਊਂਡ ਫਲੋਰ 'ਤੇ ਰੂਮ ਮਿਲ ਜਾਵੇ ਤਾਂ ਮੈਨੂੰ ਸਾਈਕਲ ਕੱਢਣਾ ਰੱਖਣਾ ਉੱਥੇ, ਕਿਉਂਕਿ ਇੱਕ ਦਿਨ ਰੁਕਣਾ ਹੁੰਦਾ ਸੀ, 1-2 ਵਾਰ ਬਾਹਰ ਵੀ ਜਾਣਾ ਕੋਈ ਸਮਾਨ। ਜਦੋਂ ਕਿ ਗਰਾਊਂਡ ਫਲੋਰ 'ਤੇ ਰੂਮ ਖਾਲੀ ਹੁੰਦੇ ਸੀ, ਹਾਂਜੀ, ਤੁਹਾਨੂੰ ਮਤਲਬ ਉੱਪਰ ਦੇ ਰੂਮ ਦੇ ਦਿੱਤਾ, ਸੈਕਿੰਡ ਥਰਡ ਫਲੋਰ ਤੇ ਵੀ ਕਈ ਵਾਰ ਦਿੰਦੇ ਸੀ। ਤੇ ਸਾਈਕਲ ਤੁਹਾਨੂੰ ਫਿਰ ਚੁੱਕ ਕੇ ਲਿਜਾਣਾ ਪੈਂਦਾ ਸੀ, ਪੌੜੀਆਂ ਤੋਂ ਚੱਕ ਕੇ। ਉਦੋਂ ਮੈਨੂੰ ਬੜਾ ਫੀਲ ਹੁੰਦਾ ਸੀ, ਕਿਉਂਕਿ ਹਾਲਾਂਕਿ ਮੈਂ ਇਹ ਚੀਜ਼ ਆਪਣੇ ਵਾਸਤੇ ਕਰ ਰਿਹਾ, ਮਤਲਬ ਕਿ ਕਿਸੇ ਤੇ ਮੈਂ ਕੋਈ ਆਸਾਨ ਨਹੀਂ ਕਰ ਰਿਹਾ, ਬੇਸ਼ੱਕ ਚੀਜ਼ ਆਪਣੇ ਵਾਸਤੇ ਕਰ ਰਹੇ ਹੋ, ਸਾਈਕਲਿੰਗ ਜਿਹੜੀ ਆ ਆਪਣੇ ਵਾਸਤੇ ਕਰ ਰਹੇ ਹੋ, ਚਲੋ ਇੱਕ ਮਿਸ਼ਨ ਵੀ ਲੈ ਕੇ ਚੱਲੇ ਹੋ ਗੁਰੂ ਨਾਨਕ ਸਾਹਿਬ ਦਾ, ਗੁਰੂ ਦਾ। ਲੇਕਿਨ ਪਹਿਲੀ ਗੱਲ ਤਾਂ ਇਹ ਹੈ ਵੀ ਤੁਹਾਡਾ ਜਿਹੜਾ ਵਜੂਦ ਹੈ, ਤੁਸੀਂ ਸਿੱਖੀ ਸਰੂਪ ਦੇ ਵਿੱਚੋਂ, ਤੁਸੀਂ ਗੁਰੂ ਕੇ ਖਾਲਸੇ ਹੋ। ਜਿਹੜੇ ਗੁਰਦੁਆਰੇ ਸਾਹਿਬਾਂ ਦੇ ਵਿੱਚ ਬੈਠੇ ਨੇ ਉਹ ਆਪਣੇ ਆਪ ਨੂੰ ਬਹੁਤ ਵੀ ਅਸੀਂ ਕੱਟੜ ਖਾਲਸੇ ਹਾਂ, ਹੈ ਨਾ, ਤੇ ਉਹਨਾਂ ਦੇ ਮਨ ਦੇ ਅੰਦਰ ਕੋਈ ਦਇਆ ਦੀ ਭਾਵਨਾ ਨਹੀਂ ਹੈ, ਜਾਂ ਉਹਨਾਂ ਨੂੰ ਮਤਲਬ ਕੋਈ ਤਮੀਜ਼ ਔਰ ਤਹਿਜ਼ੀਬ ਜਿਹੜੀ ਹੋਣੀ ਚਾਹੀਦੀ ਹੈ ਗੁਰਮਤਿ ਦੇ ਅਨੁਸਾਰ ਉਹ ਨਹੀਂ ਹੈ, ਮਤਲਬ ਨਫ਼ਰਤ ਕਰਦੇ ਨੇ। ਹਾਲਾਂਕਿ ਉਹ ਖੁਦ ਮਤਲਬ ਕਿ ਦਸਤਾਰ ਬੰਨ੍ਹਦੇ ਨੇ, ਮਹਾਰਾਜ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਪਰ ਮੈਂ ਜ਼ਿਆਦਾ ਇਸ ਚੀਜ਼ ਨੂੰ ਜ਼ਿਆਦਾ ਨਹੀਂ ਖਿੱਚਣਾ ਚਾਹੁੰਦਾ, ਪਰ ਉਹ ਪਤਾ ਨਹੀਂ ਕਿਉਂ ਨਫ਼ਰਤ ਕਰਦੇ ਨੇ। ਜੇ ਉਹਨਾਂ ਨੂੰ ਕੋਈ ਚੀਜ਼ ਇੱਦਾਂ ਦੀ ਮਿਲੇ ਵੀ ਹਾਂ ਜਿਹਦੇ 'ਚ ਸਾਡਾ ਕੁਝ ਬੈਨੀਫਿਟ ਹੁੰਦਾ, ਫਿਰ ਉਹ ਬਹੁਤ ਪਿੱਛੇ ਫਿਰਦੇ ਨੇ, ਆਓ ਜੀ ਆ। ਪਰ ਜੇ ਕੋਈ ਇੱਦਾਂ ਦਾ ਕੋਈ ਗੱਲ ਦੱਸੇ, ਮਤਲਬ ਕਿ ਜ਼ਿਆਦਾ ਉਹ ਸੀਰੀਅਸ ਨਹੀਂ ਲੈਂਦੇ ਹੈਗੇ ਵੀ ਯਾਰ ਕੋਈ, ਅਗਰ ਇਹਨਾਂ ਘੜਮ ਚੌਧਰੀਆਂ ਨੂੰ ਕੋਈ ਮਾਇਆ ਦੇ ਗੱਫੇ ਲੈ ਕੇ ਆਵੇ, ਉਹ ਭਾਵੇਂ ਕੋਈ ਸਿੱਖੀ ਸਰੂਪ 'ਚ ਨਾ ਵੀ ਹੋਵੇ, ਉਹਨੂੰ ਬੜਾ ਵੈਲਕਮ ਕਰਦੇ ਨੇ। ਇੱਕ ਖਾਲਸਾ ਜੋ ਸਿੱਖੀ ਸਰੂਪ ਦੇ ਵਿੱਚ ਆ, ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੋਈ ਹੈ, ਔਰ ਮਤਲਬ ਕਿੱਡਾ ਪੰਥ ਦੇ ਲਈ ਮਾਣ ਹੈ ਜਤਿੰਦਰ ਸਿੰਘ ਉੱਚੀ ਰੁੜਕੀ। ਲੇਕਿਨ ਉਹਦੇ ਬਾਵਜੂਦ ਜਿਹੜੇ ਸਾਡੇ ਘੜਮ ਚੌਧਰੀ ਨੇ, ਇਹੀ ਕਾਰਨ ਹੈ ਕਿ ਅੱਜ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਉਹ ਮਤਲਬ ਉਹ ਇਹਨਾਂ ਪ੍ਰਬੰਧਕਾਂ ਨੂੰ ਮਤਲਬ ਨਫ਼ਰਤ ਕਰਨ ਲੱਗੀ ਹੈ। ਹਾਂਜੀ, ਕਿਉਂਕਿ ਇਹ ਜੋ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਚਾਹੀਦਾ ਸੀ, ਹਾਂਜੀ, ਔਰ ਜੋ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ ਵੀ ਗ੍ਰੰਥੀ ਸਿੰਘ ਦੇ ਗੁਣ 16 ਗੁਣ ਲਿਖੇ ਨੇ ਉਹਨਾਂ ਨੇ, ਹਾਂਜੀ, ਔਰ ਪ੍ਰਬੰਧਕਾਂ ਬਾਰੇ ਵੀ ਉਹਨਾਂ ਨੇ ਲਿਖਿਆ, ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਵੀ ਲਿਖਿਆ ਵੀ ਗੁਰੂ ਘਰ ਦੇ ਪ੍ਰਬੰਧਕ ਕਿਹੋ ਜਿਹੇ ਹੋਣੇ ਚਾਹੀਦੇ ਨੇ। ਅੱਜ ਕੱਲ੍ਹ ਜਿਹੜਾ ਪ੍ਰਬੰਧਕ ਆ ਉਹ ਸਿਆਸੀ ਕਿਸੇ ਪਾਰਟੀ ਦਾ ਜਿਹੜਾ ਚੌਧਰੀ ਆ ਉਹਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ, ਔਰ ਉਸੇ ਤਰ੍ਹਾਂ ਦੀ ਫਿਰ ਉਹ ਭਰਤੀ ਹੋ ਜਾਂਦੀ ਅੱਗੇ। ਹਾਂਜੀ, ਉਹ ਸਿਫਾਰਸ਼ੀ ਭਰਤੀ ਵੀ ਹੁੰਦੀ ਹੈ, ਬਹੁਤ ਹੁੰਦੀ ਹੈ, ਪੈਸੇ ਲੈ ਕੇ ਵੀ ਭਰਤੀ ਕਰ ਦਿੱਤੇ ਜਾਂਦੇ ਨੇ ਗੁਰੂ ਘਰਾਂ ਦੇ ਅੰਦਰ। ਉਹਨਾਂ ਦੇ ਅੰਦਰ ਜਿਹੜੀ ਉਹ ਗੁਰਮਤ ਦੀ ਸ਼ਬਦਾਵਲੀ ਜੋ ਉਹਨਾਂ ਨੂੰ ਵਰਤਣੀ ਚਾਹੀਦੀ ਆ, ਪ੍ਰੋਫੈਸ਼ਨਲ ਨਹੀਂ ਹੈਗੀ ਉਹ ਬਿਲਕੁਲ। ਮਤਲਬ ਇੱਕ ਬੰਦਾ ਗੁਰੂ ਘਰ ਦੇ ਵਿੱਚ ਆਉਂਦਾ ਤੇ ਬੇਸ਼ੱਕ ਉਹ ਕਲੀਨ ਸ਼ੇਵ ਆ, ਉਹਨੂੰ ਤੁਸੀਂ ਗਲੇ ਨਾਲ ਲਾਓ, ਮਿੱਠੀ ਬੋਲੀ ਬੋਲੋ, ਪਿਆਰ ਬੋਲੋ, ਲੇਕਿਨ ਤੁਸੀਂ ਜਾਓਗੇ ਤਾਂ ਉੱਥੋਂ ਮਤਲਬ ਨਾ ਜਿਸ ਤਰ੍ਹਾਂ ਇੱਕ ਜ਼ਹਿਰ ਜੀ ਉਗਲਦੇ ਹੁੰਦੇ ਨੇ ਨਫ਼ਰਤ ਦੀ, ਹੈ ਨਾ। ਆਪਣਾ ਤਾਂ ਲੱਗਦਾ ਹੀ ਨਹੀਂ ਵੀ ਜਦੋਂ ਗੁਰੂ ਘਰ ਜਾਂਦੇ ਆ ਨਾ, ਆਪਣਾ ਕਦੇ ਮੈਨੂੰ ਪਹਿਲਾਂ ਹੁੰਦਾ ਸੀ, ਹੁਣ ਵੀ ਹੈਗਾ, ਪਰ ਮੈਨੂੰ ਉੱਦਾਂ ਨਹੀਂ ਲੱਗਦਾ ਹੈਗਾ ਵੀ ਹਾਂ ਗੁਰੂ ਘਰ ਚੱਲੇ ਆ ਵੀ ਆਪਣਾ ਗੁਰੂ ਘਰ ਹੈ। ਹਾਲਾਂਕਿ ਮੇਰੇ ਗੁਰੂ ਘਰ ਹੈ ਨਾ, ਬਹੁਤ ਵੱਡੀ ਗੱਲ ਕਹਿ ਕੇ ਨੇ ਇਹ ਮੈਨੂੰ ਨਾ ਕਦੇ ਐਂ ਨਹੀਂ ਲੱਗਦਾ ਵੀ ਇੱਕ ਬੰਦਾ ਸ਼ਾਮ ਨੂੰ ਆਉਂਦਾ ਹੈ, ਸਾਈਕਲਿੰਗ ਕਰਦਾ, ਪਹਿਲੀ ਤਾਂ ਗੱਲ ਆ ਚਾਹ ਪਾਣੀ ਪਿਲਾਓ ਉਹਨੂੰ, ਬੈਠਣ ਨੂੰ ਪੱਖੇ ਥੱਲੇ ਬਿਠਾਓ, ਆਮ ਜੀ ਗੱਲ ਆਪਾਂ ਕਰਦੇ ਹਾਂ। ਬਿਲਕੁਲ, ਇਹ ਸਾਡਾ ਇੱਕ ਸਾਡੀ ਇੱਕ ਸੱਭਿਅਤਾ ਦੇ ਵਿੱਚ ਵੀ ਹੈ, ਔਰ ਸਾਡਾ ਧਰਮ ਵੀ ਇਹ ਸਿਖਾਉਂਦਾ। ਹਾਂ, ਇਹ ਚੀਜ਼ ਮੈਨੂੰ ਕਿਤੇ ਵੀ ਨਹੀਂ ਮਿਲੀ, ਇੱਕ ਵੀ ਗੁਰਦੁਆਰਾ ਸਾਹਿਬ 'ਚ ਪੂਰੇ ਪੰਜਾਬ 'ਤੇ। ਹਾਲਾਂਕਿ
ਮੈਂ ਤਕਰੀਬਨ 40-45 ਗੁਰਦੁਆਰਾ ਸਾਹਿਬ ਜਿਹੜੇ ਹਿਸਟੋਰੀਕਲ ਨੇ ਵੱਡੇ ਵੱਡੇ, ਉਹਨਾਂ 'ਚ ਵੀ ਜਾਇਆ ਆ। ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫੀਲ ਹੋਈ ਹੈ। ਕੜਮ ਚੌਧਰੀਓ ਸੁਣੋ, ਤੁਸੀਂ ਜਤਿੰਦਰ ਸਿੰਘ ਜੀ ਕਹਿ ਰਹੇ ਨੇ ਵੀ ਮੈਂ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਮੇਰਾ ਆਪਣਾ, ਉਹ ਸਭ ਦਾ ਸਾਂਝਾ, ਕਿਉਂਕਿ ਗੁਰੂ ਸਭ ਦਾ ਸਾਂਝਾ ਹੈ ਜੀ। ਔਰ ਉਸ ਦੇ ਬਾਵਜੂਦ ਕੜਮ ਚੌਧਰੀਓ ਜੋ ਤੁਸੀਂ ਪ੍ਰਬੰਧਕ ਹੋ, ਇਹ ਨਹੀਂ ਅਸੀਂ ਕਹਿੰਦੇ ਵੀ ਸਾਰਿਆਂ ਦੇ ਵਿੱਚ ਐਸਾ ਕੁਛ ਹੈ, ਬਹੁਤਾਤ ਦੇ ਵਿੱਚ ਐਸਾ ਕੁਛ ਹੋ ਰਿਹਾ ਹੈ ਵੀ ਤੁਸੀਂ ਗੁਰੂ ਘਰ ਜੋ ਗੁਰੂ ਨਾਨਕ ਸਾਹਿਬ ਦਾ ਘਰ ਹੈ ਉਹਨੂੰ ਆਪਣੀ ਜੱਦੀ ਜ਼ਗੀਰ ਬਣਾ ਕੇ ਬੈਠ ਕੇ, ਬਿਜ਼ਨਸ ਬਣਾ ਕੇ ਬਹਿ ਗਏ ਉਹਨਾਂ ਚੀਜ਼ਾਂ ਨੂੰ। ਔਰ ਉਹਨਾਂ ਗੁਰੂ ਘਰਾਂ ਦੇ ਵਿੱਚ ਹੀ ਤੁਹਾਡੇ ਮੁਕੱਦਮੇ ਚੱਲ ਰਹੇ ਨੇ, ਕੇਸ ਚੱਲ ਰਹੇ ਨੇ। ਸੰਗਤ ਚਾਹੁੰਦੀ ਹੈ ਵੀ ਅਸੀਂ ਪ੍ਰਬੰਧਕ ਬਦਲੀਏ, ਪਰ ਇਹ ਜਿਹੜੇ ਕੜਮ ਚੌਧਰੀ ਨੇ, ਮਤਲਬ ਇਹ ਕੋਈ ਨਾ ਕੋਈ ਸਿਆਸੀ ਖੇਡ ਐਸੀ ਖੇਡਦੇ ਨੇ, ਸੰਗਤ ਦੀ ਤਾਂ ਪਰਵਾਹ ਨਹੀਂ ਕਰਦੇ। ਜਦੋਂ ਇੱਕ ਸਿੱਖ ਦੀ ਪਰਵਾਹ ਨਹੀਂ ਕਰਦੇ ਤਾਂ ਇਹ ਸੰਗਤ ਦੀ ਪਰਵਾਹ ਕਿੱਥੋਂ ਕਰਦੇ ਹੋਣਗੇ? ਨਹੀਂ, ਬਹੁਤ। ਇੱਕ ਨਾ ਮੈਂ ਤੁਹਾਨੂੰ ਹੋਰ ਦੱਸਦਾ, ਉਹ ਮੈਂ ਪਿਛਲੇ ਸਾਲ ਬੁੱਕ ਪੜ੍ਹੀ ਸੀ। ਇੱਕ ਸਾਈਕਲਿਸਟ ਹੀ ਆਪਣਾ ਰਵਿਦਾਸ ਭਾਈਚਾਰੇ ਚੋਂ ਸਾਈਕਲਿਸਟ ਸੀ। ਠੀਕ, ਉਹ ਸਾਈਕਲਿਸਟ, ਉਹ ਵੀ ਸਾਈਕਲਿਸਟ ਹੀ ਦਲਿਤ ਪਰਿਵਾਰ ਵਿੱਚੋਂ। ਹਾਂ, ਰਵਿਦਾਸ ਭਾਈਚਾਰੇ ਸੀ। ਉਹਨਾਂ ਨੇ ਵੀ ਮੇਰੇ ਵਾਂਗੀ ਇੰਟਰਨੈਸ਼ਨਲ ਬਹੁਤ ਟੂਰ ਕੀਤੇ ਨੇ। ਉਹਦੀ ਤੁਸੀਂ ਕਦੇ ਬੁੱਕ ਪੜ੍ਹਿਓ, ਉਹਨਾਂ ਨੇ ਬੁੱਕ ਵੀ ਲਿਖੀ ਹੋਈ ਹੈ, ਸਾਈਕਲਨਾਮਾ। ਸਾਈਕਲਨਾਮਾ ਉਹ ਬੁੱਕ ਦਾ ਨਾਂ ਹੈ। ਉਹ ਮੇਰੇ ਤੋਂ ਕੋਈ ਪੜ੍ਹਨ ਵਾਸਤੇ ਲੈ ਗਿਆ, ਤੇ ਉਹ ਮੈਂ ਤੁਹਾਨੂੰ ਫੋਟੋ, ਵੀਰ ਜੀ ਫੋਟੋ ਉਹਦੀ ਪਾ ਦੇਣਗੇ ਜਦੋਂ ਵੀਡੀਓ ਚੱਲ ਰਹੀ ਆ। ਤਾਂ ਉਦੋਂ ਤੁਸੀਂ ਨਾ, ਇਹ ਤਾਂ ਚਲੋ ਰਹੇਗੀ ਨਾ ਆਪਣੇ ਇੱਥੇ ਗੁਰਦੁਆਰਾ ਸਾਹਿਬ ਦੀ ਗੱਲ, ਮਲੇਸ਼ੀਆ ਦੇ ਗੁਰਦੁਆਰੇ, ਸਿੰਗਾਪੁਰ ਦੇ ਗੁਰਦੁਆਰੇ, ਉੱਥੇ ਜਾ ਕੇ ਤੁਸੀਂ ਉਹਨਾਂ ਦਾ ਉਹ ਗੁਰਦੁਆਰਾ ਨਾਲ ਉਹਨਾਂ ਦਾ ਵਰਤਾਓ ਦੇਖੋ। ਉਹ ਰੋਇਆ ਉੱਥੇ ਜਾ ਕੇ। ਉਹ ਮਲੇਸ਼ੀਆ ਜਾ ਕੇ ਉਹਦੇ ਕੋਲ ਪੈਸੇ ਮੁੱਕ ਗਏ, ਹਾਲਾਂਕਿ ਜਿਹੜੇ ਇੱਥੋਂ ਬੰਦੇ ਗਏ ਹੋਏ ਸੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਆ। ਪਰ ਉਹੀ ਗੱਲ ਫੇਰ ਹੈ, ਗੁਰਦੁਆਰਾ ਸਾਹਿਬ ਆਸਰੇ ਵਾਸਤੇ ਬਣੇ ਹੋਏ ਨੇ, ਪਰ ਨਾਂ ਦੇ ਹੀ ਆਸਰੇ ਨੇ। ਨਿਸ਼ਾਨ ਸਾਹਿਬ ਦਾ ਮਤਲਬ ਇਹੀ ਹੈ ਬਈ ਹੇ ਰਾਹੀ, ਇਹ ਜਾਣ ਵਾਲਿਆ, ਜੇ ਤੈਨੂੰ ਕਿਤੇ ਟਿਕਾਣਾ ਨਹੀਂ ਮਿਲਦਾ, ਕਿਤੇ ਪ੍ਰਸ਼ਾਦਾ ਨਹੀਂ ਮਿਲਦਾ, ਤੂੰ ਮੇਰੀ ਸ਼ਰਨ ਵਿੱਚ ਆ। ਨਿਸ਼ਾਨ ਸਾਹਿਬ ਪ੍ਰਤੀਕ ਹੈ ਇਸ ਚੀਜ਼ ਦਾ। ਦੂਰ ਨਿਸ਼ਾਨ ਸਾਹਿਬ ਤੇ ਲਾਈਟ ਲੱਗੀ ਹੋਈ ਹੈ, ਉਹ ਮਤਲਬ ਜਾਣ ਵਾਲੇ ਜਿਹੜਾ ਰਸਤੇ ਵਿੱਚ ਜਾ ਰਿਹਾ ਨਾ ਕੋਈ ਮੁਸਾਫਰ, ਜਾਂ ਜੋ ਰਾਹ ਭਟਕ ਚੁੱਕਿਆ, ਉਹਨੂੰ ਸੰਦੇਸ਼ ਦੇ ਰਿਹਾ ਹੋ ਸਾਡਾ ਨਿਸ਼ਾਨ ਸਾਹਿਬ। ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਬਈ ਤੂੰ ਆ ਮੇਰੀ ਸ਼ਰਨ ਵਿੱਚ ਆ, ਇੱਥੇ ਮੈਂ ਤੈਨੂੰ ਰਹਿਣ ਵਾਸਤੇ ਟਿਕਾਣਾ ਵੀ ਦਊਂ। ਇਹ ਰੱਬ ਦਾ ਘਰ ਹੈ, ਇਹ ਗੁਰੂ ਨਾਨਕ ਦਾ ਘਰ ਹੈ, ਤੂੰ ਆ, ਇਹ ਸਭ ਦਾ ਸਾਂਝਾ ਘਰ ਹੈ। ਜਦੋਂ ਕਿ ਬਾਣੀ ਕਹਿੰਦੀ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਲੇਕਿਨ ਉਹਨਾਂ ਹੀ ਗੁਰੂ ਘਰਾਂ ਦੇ ਵਿੱਚ ਜਦੋਂ ਐਸੀ ਨਫ਼ਰਤ ਦੀ ਭਾਵਨਾ ਉੱਥੋਂ ਉੱਠਦੀ ਹੈ ਤਾਂ ਕੀ ਅਸਰ ਪੈਂਦਾ ਹੈ? ਅਸਰ ਮੈਂਟਲੀ ਬਹੁਤ ਜ਼ਿਆਦਾ ਪੈਂਦਾ ਹੈ। ਕਿਉਂ ਜਿਹੜਾ ਅਸੀਂ ਹੁਣ ਰੂਟ ਬਣਾ ਰਹੇ ਹਾਂ ਇੰਡੀਆ ਤੋਂ ਮਿਆਂਮਾਰ ਦਾ, ਉਹਦੇ 'ਚ ਅਸੀਂ ਬਣਾਏ ਹੋਏ ਨੇ ਵੀ 80 ਕਿਲੋਮੀਟਰ ਬਾਅਦ ਜਦ ਅਸੀਂ ਸਟੇ ਕਰਨੀ ਹੈ ਵੀ ਉਹਦੇ ਨੇੜੇ ਤੇੜੇ ਕੋਈ ਗੁਰਦੁਆਰਾ ਹੈਗਾ ਹੈ। ਅਗਰ ਗੁਰਦੁਆਰਾ ਕੋਈ ਨਹੀਂ ਮਿਲਦਾ, ਕੋਈ ਹੋਟਲ ਹੈਗਾ ਹੈ। ਹੁਣ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਵੀ ਜਿਸ ਹਿਸਾਬ ਨਾਲ ਸਾਨੂੰ ਕਿ ਮਿਲ ਰਿਹਾ ਵੀ ਗੁਰਦੁਆਰਾ ਸਾਹਿਬ ਦਾ, ਅਸੀਂ ਬਿਲਕੁਲ ਉਹ ਲਿਸਟ 'ਚ ਉਹਦਾ ਨਾਂ ਹੀ ਕੱਢਤਾ ਹੈ। ਤੁਹਾਨੂੰ ਸਹੀ ਗੱਲ ਦੱਸੀਏ, ਅਸੀਂ ਆਪਣੇ ਟੈਂਟ ਲੈ ਲਏ ਨੇ, 2 ਟੈਂਟ ਲੈ ਲਏ ਨੇ ਸਾਡੇ ਕੋਲ। ਬੜੀ ਨਮੋਸ਼ੀ ਵਾਲੀ ਗੱਲ ਹੈ, ਮਤਲਬ ਕਿ ਪੂਰੇ ਪੰਥ ਲਈ ਔਰ ਇਹਨਾਂ ਕੜਮ ਚੌਧਰੀਆਂ ਦੇ ਲਈ। ਪਰ ਇਹ ਕੜਮ ਚੌਧਰੀ ਐਸੇ ਨੇ ਕਿ ਬੇਸ਼ਰਮੀ ਦੀਆਂ ਹਰ ਹੱਦਾਂ ਪਾਰ ਕਰ ਜਾਂਦੇ ਨੇ। ਇਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਦੀ ਆਸਥਾ ਨਾਲ, ਕਿਸੇ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਦੀ ਹੈ। ਇਹ ਬਹੁਤ ਵੱਡਾ ਦੁਖਾਂਤ ਹੈ ਪੰਥ ਦੇ ਅੰਦਰ। ਔਰ ਇਸੇ ਕਰਕੇ ਲੋਕ ਜਿਹੜੇ ਨੇ ਸਿੱਖੀ ਵਾਲੇ ਪਾਸੇ ਤੋਂ ਟੁੱਟਦੇ ਜਾ ਰਹੇ ਨੇ। ਕਿਉਂ ਟੁੱਟਦੇ ਨੇ? ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹ ਸਾਈਕਲਨਾਮਾ ਦੇ ਵਿੱਚ ਉਹ ਬੰਦਾ ਰੋਇਆ ਜਾ ਕੇ। ਉਹ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਮੈਂ ਤੁਹਾਨੂੰ ਦੱਸੂਗਾ। ਜਿਸ ਘਰ ਦੇ ਵਿੱਚ ਰੋਂਦਾ ਵੀ ਹੱਸਦਾ ਜਾਂਦਾ ਵਾਪਸ, ਉਸੇ ਘਰ ਦੇ ਪ੍ਰਤੀ ਜਾਂ ਉਸੇ ਘਰ ਵਿੱਚ ਜਾ ਕੇ ਇੱਕੋ ਦਲਿਤ ਪਰਿਵਾਰ ਦਾ ਜਿਹੜਾ ਸਾਈਕਲਿਸਟ ਆ, ਵਰਲਡ ਫੇਮਸ ਹੈ, ਸਾਈਕਲਨਾਮਾ ਜੀ ਦੀ ਪੁਸਤਕ ਹੈ, ਉਹਦੇ ਵਿੱਚ ਉਹ ਆਪਣਾ ਦੁਖਾਂਤ ਦੱਸਦਾ ਵੀ ਮੇਰੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਹੁੰਦਾ। ਜਦੋਂ ਇਹ ਸਾਡੇ ਸਾਹਮਣੇ ਪ੍ਰਮਾਣ ਬੈਠੇ ਨੇ, ਉਹ ਸਾਈਕਲਨਾਮਾ ਜਿਨ੍ਹਾਂ ਨੇ ਪੁਸਤਕ ਲਿਖੀ ਉਹ ਸਾਈਕਲਿਸਟ ਪ੍ਰਮਾਣ ਨੇ, ਤਾਂ ਫਿਰ ਬੜੀਆਂ ਬਿਲਡਿੰਗਾਂ, ਕਰੋੜਾਂ ਰੁਪਈਆ ਲਾ ਦਿੱਤਾ ਜਾਂਦਾ ਉੱਥੇ ਉਹਨਾਂ 'ਤੇ। ਇਹ ਦਿਖਾਵਾ ਜੀ। ਸਾਡੇ ਕੋਲ ਸਿਰਫ ਇੱਕ ਅਡੰਬਰ ਔਰ ਪਖੰਡ ਹੈ ਉਹਨਾਂ ਪ੍ਰਬੰਧਕਾਂ ਦਾ, ਹੈ ਨਾ। ਅਸੀਂ ਚਾਹੁੰਦੇ ਹਾਂ ਵੀ ਗੁਰਦੁਆਰੇ ਸਾਹਿਬ ਅਲੀਸ਼ਾਨ ਬਣਨੇ ਚਾਹੀਦੇ ਨੇ, ਮਹਿੰਗੇ ਤੋਂ ਮਹਿੰਗਾ ਉਹਨਾਂ ਦੇ ਵਿੱਚ ਸਾਰਾ ਸਮਾਨ ਲੱਗੇ, ਪਰ ਇਹ ਨਹੀਂ। ਅੱਗੇ ਜਿਹੜੇ ਗੁਰਦੁਆਰੇ ਸਾਹਿਬ ਸੀਗੇ ਉਹ ਕੱਚੇ ਹੁੰਦੇ ਸੀਗੇ, ਪਰ ਲੋਕਾਂ ਦੇ ਜਿਹੜੇ ਮਨ, ਉਹ ਆਸਥਾ ਪੱਕੀ ਹੁੰਦੀ ਸੀ। ਅੱਜ ਬੜੇ ਕਰੋੜਾਂ ਰੁਪਈਆ ਲੱਗ ਰਹੇ ਨੇ। ਪਿੰਡਾਂ ਵਿੱਚ ਕਿੰਨੇ ਗੁਰਦੁਆਰੇ ਸਾਹਿਬ ਨੇ ਦੇਖ ਲਓ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ,
1920 ਚ ਇੱਕ ਸਰਦਾਰ ਧੰਨਾ ਸਿੰਘ ਸਾਈਕਲਿਸਟ ਸੀ। ਧੰਨਾ ਸਿੰਘ ਸਾਈਕਲਿਸਟ, ਹਾਂ, ਪਟਿਆਲਾ ਰਿਆਸਤ 'ਚ ਉਹ ਜੌਬ ਕਰਦੇ ਸੀ ਮਹਾਰਾਜੇ ਕੋਲ। ਉਹ ਵੀ ਸਾਈਕਲਿੰਗ ਦੇ ਬਹੁਤ ਸ਼ੌਕੀਨ ਸੀ। ਉਹਨਾਂ ਨੇ ਵੀ ਇੰਡੀਆ ਦੇ ਬਹੁਤ ਸਾਰੇ ਤਕਰੀਬਨ ਗੁਰਦੁਆਰਾ ਸਾਹਿਬ ਦੇ ਟੂਰ ਕੀਤੇ। ਐਡੀ ਮੋਟੀ ਬੁੱਕ ਲਿਖੀ ਹੋਈ ਹੈ ਪੰਜਾਬੀ ਸਾਥੀ ਜਲੰਧਰ ਵਾਲਿਆਂ ਨੇ, ਉਹ ਪ੍ਰਕਾਸ਼ਨ ਉਹ ਕਰਾਈ ਆ, ਉਹ ਬਾਹਰਲੀ ਸੰਗਤ ਨੇ ਹੈਲਪ ਕੀਤੀ ਉਹਨਾਂ ਦੀ। ਅਤੇ ਉਹ ਐਡੀ ਮੋਟੀ ਬੁੱਕ ਆ, ਤੁਸੀਂ ਬਾਜ਼ਾਰ 'ਚੋਂ ਲੈ ਸਕਦੇ ਹੋ। ਅਤੇ ਇਹ ਸਾਈਕਲਿੰਗ ਮੇਰੇ ਕਹਿਣ ਦਾ ਮਤਲਬ ਹੈ ਕੋਈ ਨਵੀਂ ਚੀਜ਼ ਨਹੀਂ, ਬਹੁਤ ਚਿਰ ਤੋਂ ਚੱਲੀ ਆ ਰਹੀ ਹੈ। ਉਹਨੂੰ ਆਪਾਂ ਇੱਕ ਸਾਧਨ ਬਣਾ ਲਿਆ। ਹਰੇਕ ਬੰਦੇ ਦਾ ਕੋਈ ਸਾਈਕਲ 'ਤੇ ਜਾਂਦਾ, ਕੋਈ ਮੋਟਰਸਾਈਕਲ 'ਤੇ, ਕੋਈ ਗੱਡੀ, ਕੋਈ ਮਤਲਬ ਕਿ ਬਹੁਤ ਉਹਦੇ ਨਾਲ ਜਾਂਦਾ ਹੈ। ਤਾਂ ਮੇਰਾ ਇਹ ਹੈ ਵੀ ਜੋ ਸਰਦਾਰ ਧੰਨਾ ਸਿੰਘ ਦਾ ਜੋ ਮਿਸ਼ਨ ਹੈ ਉਹ ਰਹਿ ਗਿਆ ਹੈ, ਕਿਉਂਕਿ ਲੋਕਾਂ ਲਈ ਬੇਸ਼ੱਕ ਇਹ ਸਾਈਕਲ ਇੱਕ ਸਾਧਨ ਹੈ। ਹਾਂਜੀ, ਮੈਂ ਇਸ ਚੀਜ਼ ਨਾਲ ਸਹਿਮਤ ਹਾਂ। ਹਰ ਬੰਦੇ ਦਾ ਕੋਈ ਨਾ ਕੋਈ ਸਾਧਨ ਹੁੰਦਾ ਹੈ। ਕਿਸੇ ਕੋ ਹੁਣ ਕਾਰ ਆ ਗਈ, ਸਮਾਂ ਬਦਲ ਗਿਆ, ਬਾਈਕ ਆ ਗਏ, ਪਹਿਲਾਂ ਇਹ ਸਾਈਕਲ ਸੀ ਜਾਂ ਘੋੜੇ ਸੀਗੇ, ਉਹ ਸਾਧਨ ਸੀਗੇ। ਲੇਕਿਨ ਇਹ ਤੁਹਾਡਾ ਸਿਰਫ ਸਾਧਨ ਨਹੀਂ, ਇਹ ਇੱਕ ਮਿਸ਼ਨ ਵੀ ਹੈ ਗੁਰੂ ਨਾਨਕ ਦਾ। ਮਿਸ਼ਨ ਜ਼ਰੂਰ ਮਿਸ਼ਨ ਹੈ। ਇਹ ਮਿਸ਼ਨ ਨਾ ਸਰਦਾਰ ਧੰਨਾ ਸਿੰਘ ਦਾ ਮੇਰੀ ਇੱਛਾ ਹੈ ਵੀ ਉਹ ਪੂਰਾ ਕਰਨਾ ਹੈ। ਉਹ ਇੰਡੀਆ ਕਵਰ ਕਰ ਚੁੱਕੇ ਸੀ ਉਹ, ਅਤੇ ਕਿਸੇ ਵਜ੍ਹਾ ਨਾਲ ਉਹਨਾਂ ਦੀ ਉਹ ਚਲੇ ਗਏ ਸੀ, ਸੱਚਖੰਡ ਚਲੇ ਗਏ ਸੀ। ਅਤੇ ਉਹਨਾਂ ਦਾ ਵੀ ਇਹ ਸੀ ਵੀ ਜਦੋਂ ਮਹਾਰਾਜ ਇਰਾਕ ਗਏ ਨੇ, ਈਰਾਨ ਗਏ ਨੇ, ਤੁਰਕਮਾਨਿਸਤਾਨ ਹੋ ਗਿਆ, ਹੋਰ 2-3 ਜਿਹੜੀਆਂ ਅਰਬ ਕੰਟਰੀ ਨੇ ਜਿੱਥੇ ਜਿੱਥੇ ਵੀ ਗਏ ਨੇ, ਉਹ ਉਦਾਸੀਆਂ ਮੌਕੇ ਵੀ ਉਹ ਜਾ ਕੇ ਮੈਂ ਉੱਥੇ ਜਾ ਕੇ ਦੇਖਾਂ, ਉਹਨਾਂ ਨੂੰ ਡਾਕੂਮੈਂਟਰੀ ਬਣਾਵਾਂ, ਉਹਨਾਂ ਦੀ ਉਹ ਚੀਜ਼ ਨੂੰ ਮੈਂ ਸਾਂਭ ਕੇ ਰੱਖਾਂ। ਤਾਂ ਇਸ ਸਾਰੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਸਾਡਾ ਉੱਥੋਂ ਇਹ ਨਾਰਥ ਈਸਟ ਦਾ ਪਲਾਨ ਹੈ। ਪਹਿਲੇ ਉਹਦੇ ਪਾਰਟ, ਦੂਜੇ ਪਾਰਟ 'ਚ ਅਸੀਂ ਯੂਰਪ ਅਤੇ ਅਰਬ ਕੰਟਰੀਆਂ ਕਵਰ ਕਰਾਂਗੇ, ਤੀਜੇ ਪਾਰਟ 'ਚ ਅਸੀਂ ਕੈਨੇਡਾ, ਅਮਰੀਕਾ, ਸਾਊਥ ਅਮਰੀਕਾ ਕਰਾਂਗੇ, ਤਾਂ ਕਿ 2-3 ਸਾਲ ਚੱਲੂਗਾ। ਇਹ ਨਹੀਂ ਹੋਊਗਾ ਵੀ ਅਸੀਂ ਇੱਕ ਵਾਰ ਸਾਈਕਲ ਨਿਕਲ ਕੇ ਵੀ ਮੁੜ ਕੇ ਵਾਪਸ ਪੂਰੇ ਦੁਨੀਆ ਦਾ ਚੱਕਰ ਕੱਢ ਕੇ ਆਵਾਂਗੇ। ਇੱਦਾਂ ਪੋਸੀਬਲ ਨਹੀਂ ਹੈਗਾ, ਕਿਉਂਕਿ ਕਰੋਨਾ ਕਰਕੇ ਜਾਂ ਅਲੱਗ-ਅਲੱਗ ਕੰਟਰੀਆਂ ਦੇ ਬਾਰਡਰਸ ਦੇ ਰੂਲਸ ਨੇ, ਉਸ ਕਰਕੇ ਤਾਂ ਕਰਕੇ ਅਸੀਂ ਬਹੁਤ ਚਿਰ ਤੋਂ ਇਸ ਪਾਸੇ ਲੱਗੇ ਹੋਏ ਹਾਂ। ਇਹਨੂੰ ਅਸੀਂ ਡਿਵਾਈਡ ਕਰ ਲਿਆ ਹੈ। ਇਹ ਸਾਰਾ ਟੂਰ ਹੋਣ ਤੋਂ ਬਾਅਦ ਮੈਂ ਜੋ ਸਰਦਾਰ ਧੰਨਾ ਸਿੰਘ ਜੀ ਦਾ ਰਹਿ ਗਿਆ ਮਿਸ਼ਨ ਹੈ ਉਹ ਜ਼ਰੂਰ ਪੂਰਾ ਕਰੂੰਗਾ, ਕਿਉਂਕਿ ਉਹਨਾਂ ਦੀ ਇਹ ਇੱਛਾ ਸੀ ਵੀ ਮੈਂ ਇਹ ਸਾਰਾ ਕੁਝ ਕਵਰ ਕਰੂੰਗਾ। ਸਰਦਾਰ ਧੰਨਾ ਸਿੰਘ ਜੀ ਦੇ ਮਿਸ਼ਨ ਨੂੰ ਪੂਰਾ ਕਰਨਗੇ ਸਰਦਾਰ ਜਤਿੰਦਰ ਸਿੰਘ ਰੁੜਕੀ, ਔਰ ਇਹਨਾਂ ਦਾ ਇਹ ਸੰਕਲਪ ਹੈ, ਇਹਨਾਂ ਦਾ ਇਹ ਪ੍ਰਣ ਵੀ ਹੈ ਵੀ ਜੋ ਉਹਨਾਂ ਦਾ ਮਿਸ਼ਨ ਅਧੂਰਾ ਰਹਿ ਗਿਆ ਸੀ ਉਹਨੂੰ ਵੀ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕਰੂੰਗਾ। ਗੁਰ ਕਿਰਪਾ ਸਦਕਾ, ਗੁਰੂ ਨਾਨਕ ਸਾਹਿਬ ਦੀ ਰਹਿਮਤ ਸਦਕਾ, ਸਾਹਿਬ ਦੀ ਕਿਰਪਾ ਸਦਕਾ, ਸਾਹਿਬ ਦੇ ਫਜ਼ਲ ਸਦਕਾ। ਲੇਕਿਨ ਦੁਖਾਂਤ ਵਾਲੀ ਗੱਲ ਵੇਖੋ, ਇਹ ਕਹਿੰਦੇ ਵੀ ਜੋ ਹੁਣ ਅਸੀਂ ਟੂਰ ਬਣਾ ਰਹੇ ਹਾਂ, ਵਰਲਡ ਟੂਰ ਬਣਾ ਰਹੇ ਹਾਂ, ਵੀ ਉਹਦੇ ਵਿੱਚ ਅਸੀਂ ਹੁਣ ਅਗਰ ਪੜਾਅ ਕਰਾਂਗੇ ਕਿਤੇ ਤਾਂ ਇਹ ਹੋਟਲਾਂ 'ਚ ਕਰਾਂਗੇ, ਗੁਰਦੁਆਰੇ ਸਾਹਿਬ 'ਚ ਨਹੀਂ ਕਰਾਂਗੇ। ਕਿਉਂਕਿ ਬਹੁਤ ਵੱਡਾ ਇਹ ਦੁਖਾਂਤ ਵਾਪਰ ਰਿਹਾ। ਇਕੱਲੇ ਜਤਿੰਦਰ ਸਿੰਘ ਜੀ ਦੇ ਨਾਲ ਹੀ ਨਹੀਂ, ਬਹੁਤ ਲੋਕਾਂ ਦੇ ਨਾਲ, ਸ਼ਾਇਦ ਲੱਖਾਂ ਲੋਕਾਂ ਦੇ ਨਾਲ ਹੀ ਇਹੋ ਜਿਹੇ ਵਰਤਾਅ ਹੁੰਦੇ ਹੋਣਗੇ। ਲੱਖਾਂ ਕੀ ਸ਼ਾਇਦ ਕਰੋੜਾਂ ਦੇ ਨਾਲੇ ਹੁੰਦੇ ਹੋਣਗੇ, ਜਿਹੜੇ ਲੋਕ ਸਾਹਮਣੇ ਨਹੀਂ ਆਉਂਦੇ। ਕਮਰੇ ਲੈਣ ਜਾਂਦੇ ਨੇ, ਉਹਨਾਂ ਨੂੰ ਇਸ ਤਰੀਕੇ ਨਾਲ ਟੌਰਚਰ ਕੀਤਾ ਜਾਂਦਾ ਜਿਵੇਂ ਉਹ ਗੁਰਦੁਆਰੇ ਸਾਹਿਬ 'ਚ ਨਹੀਂ ਆਏ, ਕਿਸੇ CIA ਸਟਾਫ ਦੇ ਦਫ਼ਤਰ 'ਚ ਬੈਠੇ ਹੋਣ। ਭਾਵੇਂ ਉਹ ਭੈਣ ਭਰਾ ਨੇ, ਭਾਵੇਂ ਉਹ ਹਸਬੈਂਡ ਵਾਈਫ ਨੇ, ਲੇਕਿਨ ਉਹਨਾਂ ਦੇ ਨਾਲ ਵਰਤਾਓ ਐਸਾ ਹੁੰਦਾ। ਸਾਡੇ ਗੁਰੂ ਜਿਹੜੇ ਘੜਮ ਚੌਧਰੀ ਨੇ, ਜਾਂ ਜੋ ਸਾਡਾ ਪ੍ਰਬੰਧਕੀ ਨਿਜ਼ਾਮ ਜੋ ਖਰਾਬ ਹੋ ਚੁੱਕਿਆ, ਵਿਗੜ ਚੁੱਕਿਆ, ਮੈਂ ਕਹੂੰਗਾ ਵਿਗੜ ਚੁੱਕਿਆ ਨਿਜ਼ਾਮ, ਉਹ ਇਸ ਤਰੀਕੇ ਨਾਲ ਵਰਤਾਓ ਕਰਨਗੇ ਔਰ ਜਿਵੇਂ ਮਹਿਸੂਸ ਹੁੰਦਾ ਕਿਸੇ ਨੂੰ ਉੱਥੇ ਜਾਣ ਵਾਲੇ ਨੂੰ ਗੁਰੂ ਘਰ ਦੇ ਵਿੱਚ ਵੀ ਮੈਂ ਕਿਤੇ ਗੁਰਦੁਆਰੇ ਸਾਹਿਬ ਨਹੀਂ, ਕਿਤੇ CIA ਸਟਾਫ ਦੇ ਦਫ਼ਤਰ ਬੈਠਾ। ਐਸੀ ਪੁੱਛ ਕੇ ਜਿਵੇਂ IB ਵਾਲੇ ਪੁੱਛ ਕਰਦੇ ਨੇ, ਰਾਹ ਵਾਲੇ ਪੁੱਛ ਕਰਦੇ ਨੇ। ਉਹ ਇੱਕ ਬੰਦਾ ਆਇਆ, ਉਹ ਵਿਚਾਰਾ ਥੱਕਿਆ ਹਾਰਾ ਆਇਆ, ਉਹਦੀ ਆਸਥਾ ਨੂੰ ਤੁਸੀਂ ਭੰਗ ਕਰਦੇ ਹੋ, ਠੇਸ ਪਹੁੰਚਾਉਂਦੇ ਹੋ। ਇਹ ਸਭ ਤੋਂ ਵੱਡੇ ਪਾਪੀ ਇਹ ਘੜਮ ਚੌਧਰੀ ਨੇ, ਇਹ ਜੋ ਕਿ ਇਹ ਪ੍ਰਬੰਧਕ ਨੇ, ਉਹ ਪ੍ਰਬੰਧਕ ਨੇ ਜਿਨ੍ਹਾਂ ਨੇ ਗੁਰੂ ਘਰਾਂ ਦੇ ਨਿਜ਼ਾਮ ਨੂੰ ਬਿਲਕੁਲ ਵਿਗਾੜਿਆ ਹੋਇਆ ਹੈ ਸਿਆਸਤ ਦੇ ਬਲਬੂਤੇ ਦੇ ਉੱਪਰ। ਔਰ ਉਹਨਾਂ ਦੇ ਆਪਣੇ ਕੋਈ ਅਖਲਾਕ ਨਹੀਂ, ਉਹਨਾਂ ਦੇ ਆਪਣੇ ਕੋਈ ਜੀਵਨ ਨਹੀਂ। ਲੇਕਿਨ ਜਦੋਂ ਜੀਵਨ ਵਾਲੇ ਸਿੰਘ ਇਹੋ ਜਿਹੇ ਜਤਿੰਦਰ ਸਿੰਘ ਜੀ ਵਰਗੇ ਜਾਂਦੇ ਨੇ ਉੱਥੇ, ਤਾਂ ਮਨ ਨੂੰ ਠੇਸ ਪਹੁੰਚਾਉਂਦੇ ਨੇ। ਸੋਚਣ ਵਾਲੀ ਗੱਲ ਹੈ, ਇੱਕ ਸਵਾਲੀਆ ਫਿਕਰਾ ਹੈ ਇਹ ਬਾਤ ਜੋ ਹੈ। ਸੋਚੋ ਤੁਸੀਂ। ਹਾਂ, ਕੋਈ ਇਹ ਜ਼ਰੂਰੀ ਨਹੀਂ ਵੀ ਮੈਂ ਹੀ ਜਾਣਾ, ਕੋਈ ਵੀ ਤੁਹਾਡੇ ਕੋਲ ਆਉਂਦਾ, ਕੋਈ ਵੀ ਆਉਂਦਾ, ਚਾਹੇ ਕੋਈ ਵਿਦੇਸ਼ੀ ਹੈ, ਚਾਹੇ ਕੋਈ ਉਹ ਮੋਨਾ ਹੈ। ਜਦੋਂ ਉਹ ਜਤਿੰਦਰ ਸਿੰਘ ਜੀ ਆਪਣਿਆਂ ਨਾਲ ਐਸਾ ਵਰਤਾਓ ਕਰ ਰਹੇ ਨੇ, ਮਤਲਬ ਇੱਕ ਗੁਰੂ ਕੇ ਸਿੱਖ ਨਾਲ ਐਸਾ ਵਰਤਾਓ ਕਰ ਰਹੇ ਨੇ, ਖੁਦ ਉਹ ਗੁਰੂ ਕੇ ਸਿੱਖ ਖਵਾਉਂਦੇ ਨੇ, ਤਾਂ ਫਿਰ ਉਹ ਦੂਸਰਿਆਂ ਨਾਲ ਉਹਨਾਂ ਦਾ ਵਰਤਾਓ ਕਿੱਦਾਂ ਦਾ ਹੋਏਗਾ? ਹੁੰਦਾ ਜੀ 100% ਉਹ ਇੱਦਾਂ ਬਿਹੇਵ ਕਰਦੇ ਨੇ। ਹੋਰ ਤਾਂ ਹੋਰ, ਅਗਰ
SGPC ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਵੀਡੀਓ ਦੇਖ ਰਿਹਾ ਜਾਂ ਕੋਈ ਵੀ ਉਹਨਾਂ ਦਾ ਪ੍ਰਬੰਧਕ ਇਹ ਬਿਲਕੁਲ ਚੀਜ਼ ਦੇਖ ਸੁਣ ਰਹੇ ਰਿਹਾ ਨੇ, ਸਭ ਦੇਖ ਰਹੇ ਨੇ, ਸੁਣ ਰਹੇ ਨੇ ਉਹ। ਇਹ ਜੋ ਸਾਡਾ ਰੂਟ ਦਾ ਜੋ ਖਰਚਾ ਹੈ ਇਹ ਉਹ ਵੀ ਚੱਕ ਸਕਦੇ ਨੇ, ਕੋਈ ਜ਼ਿਆਦਾ ਲੰਬਾ ਚੌੜਾ ਖਰਚੇ ਵਾਲੀ ਗੱਲ ਨਹੀਂ ਹੈਗੀ ਵੀ ਬਿਲਕੁਲ, ਜੇ ਬਿਲਕੁਲ। ਕਿਉਂਕਿ ਸਾਡਾ ਮਿਸ਼ਨ ਹੈ ਵੀ ਅਸੀਂ ਇਹਨੂੰ ਇੱਕ ਡਾਕੂਮੈਂਟਰੀ ਬਣਾਉਣਾ ਚਾਹੁੰਦੇ ਹਾਂ। ਇੱਕ ਕਿਸੇ ਇਸਤਰੀ ਨੂੰ ਮਕਾਨ ਬਣਾਤਾ, ਫਿਰ ਅਖਬਾਰਾਂ ਦੀਆਂ ਸੁਰਖੀਆਂ ਆਉਣਗੀਆਂ, ਲੇਕਿਨ ਜੋ ਗੁਰਦੁਆਰੇ ਸਾਹਿਬ ਦੇ ਵਿੱਚ ਰਹਿ ਰਹੇ ਨੇ, ਜੋ ਆ ਰਹੇ ਨੇ, ਉਹਨਾਂ ਵਾਸਤੇ ਕਮਰਾ ਨਹੀਂ ਹੈ। ਇੱਕ ਕਹਿੰਦੇ ਅਸੀਂ ਰਾਸ਼ਨ ਦੇ ਰਹੇ ਹਾਂ ਜੀ, ਅਸੀਂ 100 ਬੰਦਿਆਂ ਨੂੰ ਰਾਸ਼ਨ ਦੇ ਦਿੱਤਾ, ਲੇਕਿਨ ਇੱਕ ਬੰਦਾ ਗੁਰੂ ਘਰ ਵਿੱਚ ਆਉਂਦਾ, ਉਹਨੂੰ ਪ੍ਰਸ਼ਾਦੇ ਤੋਂ ਵੀ ਮਤਲਬ ਜਵਾਬ ਮਿਲ ਜਾਂਦਾ। ਕਿੱਡੀ ਬੜੀ, ਫਿਰ ਆਪਾਂ ਇਸ ਚੀਜ਼ ਨੂੰ ਕੀ ਕਹਾਂਗੇ ਕਿ ਇਹ ਧਰਮ ਦਾ ਕਰਮ ਹੋ ਰਿਹਾ ਜਾਂ ਸਿਰਫ ਇੱਕ ਦਿਖਾਵੇ ਤੇ ਤੁਲ ਗਏ ਹਾਂ ਅਸੀਂ। ਬਹੁਤ ਦਿਖਾਵਾ ਹੋ ਰਿਹਾ ਸਭ, ਬਹੁਤਾਤ ਵਿੱਚ ਹੋ ਰਿਹਾ ਹੈ ਸਭ ਕੁਝ। ਕਈ ਕੰਟਰੀ 'ਚ ਜਿੱਥੇ ਨਾ ਜਿਵੇਂ ਮਿਆਂਮਾਰ ਹੋ ਗਿਆ ਜਾਂ ਵੀਅਤਨਾਮ, ਲਾਓਸ, ਗੁਰਦੁਆਰਾ ਸਾਹਿਬ ਉੱਥੇ ਹੈਗੇ ਨੇ, ਛੋਟੇ ਛੋਟੇ ਗੁਰਦੁਆਰਾ ਸਾਹਿਬ ਨੇ, ਔਰ ਉਹ ਜਿੱਥੇ ਵੀ ਉੱਥੇ ਸਿੱਖ ਰਹਿੰਦੇ ਨੇ ਉਹਨਾਂ ਨੇ ਆਪਣੀ ਆਬਾਦੀ ਦੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਬਣਾਏ ਹੋਏ ਨੇ। ਤਾਂ ਸਾਡਾ ਮਿਸ਼ਨ ਨਾਲ ਇਹ ਵੀ ਹੋਊਗਾ ਵੀ ਅਸੀਂ ਉਹ ਲੋਕਲ ਉੱਥੇ ਸੰਗਤ ਨੂੰ ਜਾ ਕੇ ਮਿਲੀਏ, ਉਹਨਾਂ ਦੀਆਂ ਪ੍ਰੋਬਲਮਸ ਨੂੰ ਅਸੀਂ ਡਾਕੂਮੈਂਟ ਕਰੀਏ, ਕਿੰਨੇ ਚਿਰ ਤੋਂ ਰਹਿ ਰਹੇ ਨੇ, ਉਹਨਾਂ ਦੇ ਨਾਲ ਜਾ ਕੇ ਮਿਕਸਅਪ ਹੋਈਏ। ਤੁਸੀਂ ਪੰਜਾਬ 'ਚ ਜਾਏਗਾ ਵੈਸੇ ਵੀ ਬਹੁਤ ਖੁਸ਼ ਹੋਣਗੇ। ਮੈਂ ਜਤਿੰਦਰ ਸਿੰਘ ਜੀ, ਮੈਂ ਗੁਜਰਾਤ ਗਿਆ ਤੇ ਗੁਜਰਾਤ ਵਿੱਚ ਨਾ ਉੱਥੇ ਹਰ ਮਹੱਲੇ ਵਿੱਚ ਸਿੰਧੀ ਜਿਹੜੇ ਲੋਕ ਨੇ ਉਹ ਕਲੀਨ ਸ਼ੇਵ ਨੇ ਉਹ, ਲੇਕਿਨ ਉਹਨਾਂ ਦੇ ਨੇਮ ਬੜੇ ਪੱਕੇ ਨੇ। ਇੱਕ ਤਾਂ ਉਹ ਜਪਜੀ ਸਾਹਿਬ ਕੀਤੇ ਤੋਂ ਬਿਨਾਂ ਚਾਹ ਪਾਣੀ ਨਹੀਂ ਛਕਦੇ ਉਹਨਾਂ ਦੇ ਬੱਚੇ, ਜੋ ਕੁਛ ਮੈਂ ਉਹਨਾਂ 'ਚ ਰਹਿ ਕੇ ਦੇਖ ਕੇ ਆਇਆ। ਮੈਂ ਕਾਫੀ ਗੁਜਰਾਤ ਦਾ ਭ੍ਰਮਣ ਕੀਤਾ। ਉਸ ਤੋਂ ਬਾਅਦ ਜਦੋਂ ਤੁਸੀਂ ਉੱਥੇ ਗੁਰਦੁਆਰੇ ਸਾਹਿਬ 'ਚ ਜਾਂਦੇ ਹੋ, ਗੁਜਰਾਤ ਦੇ ਵਿੱਚ ਜਾਂਦੇ ਹੋ, ਹਾਲਾਂਕਿ ਉਹ ਕਲੀਨ ਸ਼ੇਵ ਲੋਕ ਨੇ, ਮਤਲਬ ਉਹ ਉਹਨਾਂ ਦਾ ਪਹਿਰਾਵਾ ਹੈ ਜੋ ਹੈ ਜਾਂ ਜੋ ਉਹਨਾਂ ਦੀ ਸੱਭਿਅਤਾ ਹੈ, ਸਿੰਧੀ ਲੋਕ ਨੇ ਉਹ, ਪਰ ਤੁਸੀਂ ਜਾਓ ਉਹ ਤੁਹਾਨੂੰ ਮਤਲਬ ਇੱਦਾਂ ਚੁੱਕਣਗੇ, ਉਹਨਾਂ ਨੂੰ ਚਾਅ ਚੜ੍ਹੂ ਵੀ ਸਾਡੇ ਵੀ ਕੋਈ ਗੁਰੂ ਕਾ ਸਿੱਖ ਆ ਗਿਆ, ਹਾਂਜੀ ਕੋਈ ਗੁਰੂ ਕਾ ਸਿੱਖ ਆ ਗਿਆ। ਤੇ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹੋਏ ਨੇ ਭਾਈ ਚਾਂਦ ਜੀ, ਹਾਂਜੀ ਹੋਏ, ਤੇ ਭਾਈ ਚਾਂਦ ਜੀ ਬੜੇ ਮਸ਼ਹੂਰ ਰਾਗੀ ਹੋਏ ਨੇ ਔਰ ਬਾ ਕਮਾਲ, ਬੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਸੀ ਉਹਨਾਂ ਦੇ ਉੱਪਰ। ਉਹ ਜਦੋਂ ਹਰਿਮੰਦਰ ਸਾਹਿਬ ਤੋਂ ਡਿਊਟੀ ਕਰਕੇ ਆਪਣੇ ਪਿੰਡ ਜਾਂਦੇ ਸੀ ਨਾ, ਤਾਂ ਪਿੰਡ ਵਾਲੇ ਕਹਿੰਦੇ ਸੀ ਉਹ ਭਾਈ ਚਾਂਦ ਆ ਗਏ, ਭਾਈ ਚਾਂਦ ਦੇ ਦਰਸ਼ਨ ਕਰ ਲਓ, ਉਹ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਦਰਸ਼ਨ ਹੋ ਜਾਣਗੇ, ਕਿਉਂਕਿ ਹਜ਼ੂਰੀ ਰਾਗੀ ਨੇ ਇਹ, ਮਤਲਬ ਭਾਈ ਚਾਂਦ ਜੀ, ਮਤਲਬ ਉਹ ਸਨਮਾਨ ਆਸਥਾ ਦੀ ਭਾਵਨਾ ਦੀ ਮੈਂ ਗੱਲ ਕਰ ਰਿਹਾ ਹਾਂ। ਇੱਕ ਗੁਰੂ ਕਾ ਸਿੱਖ ਜਤਿੰਦਰ ਸਿੰਘ ਬਿਲਕੁਲ ਬਾਣੇ ਦੇ ਵਿੱਚ ਹੈ, ਸਾਬਤ ਸੂਰਤ ਹੈ। ਜਦੋਂ ਇਹ ਜਾਂਦੇ ਨੇ ਕਿਸੇ ਗੁਰਦੁਆਰੇ ਸਾਹਿਬਾਂ ਦੇ ਵਿੱਚ, ਤਾਂ ਪ੍ਰਬੰਧਕਾਂ ਦਾ ਵਰਤਾਓ ਔਰ ਉੱਥੋਂ ਦੇ ਸੇਵਾਦਾਰਾਂ ਦਾ ਜੋ ਵਰਤਾਓ ਹੈ, ਉਹ ਇੰਝ ਲੱਗਦਾ ਵੀ ਇਹਨਾਂ ਨੂੰ ਗੁਰੂ ਘਰ ਦੇ ਨਾ ਪ੍ਰਬੰਧਕ ਹੋਣਾ ਚਾਹੀਦਾ, ਨਾ ਇਹਨਾਂ ਨੂੰ ਸੇਵਾਦਾਰ ਹੋਣਾ ਚਾਹੀਦਾ। ਉਹ ਐਸੇ ਲੋਕ ਨਾ ਤਮੀਜ਼ ਔਰ ਨਾ ਤਹਿਜ਼ੀਬ ਉਹਨਾਂ ਲੋਕਾਂ ਨੂੰ ਹੈ। ਬਿਲਕੁਲ ਇਹ ਮੈਂ ਕਿਸੇ ਨੂੰ ਗੱਲ ਸ਼ੇਅਰ ਵੀ ਨਹੀਂ ਕੀਤੀ, ਪਰ ਹਾਂ ਮੈਨੂੰ ਕਰਨੀ ਚਾਹੀਦੀ ਹੈ। ਇੱਕ ਦੋ ਵਾਰ ਚੀਜ਼ ਮੈਨੂੰ ਫੀਲ ਹੋਈ ਹੈ। ਅਗਰ ਆਪਾਂ ਨਹੀਂ ਕਰਾਂਗੇ ਜਤਿੰਦਰ ਸਿੰਘ ਜੀ, ਤਾਂ ਫਿਰ ਇਹ ਜਿਹੜੀਆਂ ਖਾਮੀਆਂ ਨੇ ਇਹ ਦੂਰ ਕਿਵੇਂ ਹੋਣਗੀਆਂ? ਅਗਰ ਆਪਾਂ ਆਪਣੇ ਅੰਦਰ ਇਹਨਾਂ ਨੂੰ ਜਜ਼ਬ ਕਰ ਲਵਾਂਗੇ, ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਦੇ ਨਾਲ ਐਸੇ ਵਰਤਾਓ ਹੋ ਰਹੇ ਨੇ। ਚਲੋ ਇਹ ਜੋ ਵੀ ਸੁਣ ਰਹੇ ਨੇ ਤਾਂ ਅੱਗੇ ਤੋਂ ਧਿਆਨ ਰੱਖੀਏ, ਕਿਉਂਕਿ ਅਸੀਂ ਇੱਧਰ ਨਾਰਥ ਈਸਟ ਵਾਲੇ ਪਾਸੇ ਜਾਣਾ, ਸਿੱਕਮ, ਅਸਾਮ, ਗੁਹਾਟੀ ਇੱਧਰ ਆਉਣਾ ਹੈ। ਤਾਂ ਸਾਡੀ ਰਿਕੁਐਸਟ ਆ ਵੀ ਸਾਡੇ ਤੋਂ ਬਿਨਾਂ ਕੋਈ ਹੋਰ ਵੀ ਆਵੇ, ਪਲੀਜ਼ ਉਹਨਾਂ ਨੂੰ ਸਪੋਰਟ ਕਰੋ। ਉਹ ਕੀ ਉਹਨਾਂ ਨੇ ਰਾਤ ਰਹਿਣਾ ਹੁੰਦਾ, ਬਿਲਕੁਲ ਉਹਨੂੰ ਇੱਕ ਤੁਸੀਂ ਜਿਵੇਂ ਮਹਾਰਾਜ ਕਹਿੰਦੇ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤੁਸੀਂ ਉਹਨਾਂ ਨੂੰ ਕੁਦਰਤ ਕੇ ਬੰਦੇ ਜਾਣ ਕੇ ਸਨਮਾਨ ਕਰੋ ਦਾ, ਭਾਵੇਂ ਉਹ ਕਲੀਨ ਸ਼ੇਵ ਹੈ, ਭਾਵੇਂ ਮੁਸਲਮਾਨ ਹੈ। ਇਹ ਚੀਜ਼ ਦੀ ਬਹੁਤ ਜ਼ਿਆਦਾ ਘਾਟ ਹੈ। ਕਿਉਂਕਿ ਮੈਂ ਪ੍ਰਤੱਖ ਪ੍ਰਮਾਣ ਹਾਂ ਉਹ ਚੀਜ਼ ਦਾ। ਮੈਂ ਇੱਕ ਜਗ੍ਹਾ ਗਿਆ, ਮੈਨੂੰ ਕਿਸੇ ਪਾਸੇ ਮੇਰਾ ਰੁਕਣਾ ਤਾਂ ਮੈਂ ਗੁਰਦੁਆਰੇ ਸਾਹਿਬ ਸੀ, ਪਰ ਮੈਨੂੰ ਉੱਥੇ ਥਾਂ ਨਾ ਮਿਲੀ, ਤਾਂ ਮੈਨੂੰ ਇੱਕ ਮੌਲਵੀ ਜੀ ਨੇ ਮਸਜਿਦ ਵਿੱਚ ਥਾਂ ਦਿੱਤੀ ਜੀ। ਤੁਸੀਂ ਦੇਖੋ ਹੁੰਦਾ ਇੱਦਾਂ ਹੁੰਦਾ ਹੈ ਜ਼ਿਆਦਾ। ਮੇਰੇ ਇਹੀ ਬਾਣਾ ਰੁਕਣਾ, ਮੈਂ ਗੁਰਦੁਆਰੇ ਸਾਹਿਬ ਸੀ, ਮੈਨੂੰ ਉੱਥੇ ਜਗ੍ਹਾ ਨਹੀਂ ਮਿਲੀ, ਮਸਜਿਦ ਦੇ ਮੌਲਵੀ ਜੀ ਮੈਨੂੰ ਆਪਣੇ ਕਮਰੇ ਵਿੱਚ ਲੈ ਕੇ ਗਏ, ਮੈਨੂੰ ਉਹਨਾਂ ਰਾਤ ਕਟਾਈ। ਹੁਣ ਮੈਂ ਦੱਸ ਹੀ ਦਿੰਦਾ, ਜਦੋਂ ਮੈਂ ਸ਼੍ਰੀਨਗਰ ਗਿਆ ਸੀ, ਨਹੀਂ ਆਪਣਾ ਇਹ ਊਧਮਪੁਰ ਗੁਰਦੁਆਰਾ ਸਾਹਿਬ ਆ, 2 ਗੁਰਦੁਆਰਾ ਸਾਹਿਬ, ਉੱਥੇ ਜਾ ਕੇ ਰਿਕੁਐਸਟ ਕੀਤੀ ਹੈ। ਹਾਲਾਂਕਿ ਮੇਰੇ ਕੋਲ ਆਪਣਾ ਟੈਂਟ ਸੀ, ਮੈਂ ਕਿਹਾ ਚਲੋ ਮੈਂ ਟੈਂਟ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕ 'ਚ ਲਾ ਲੈਂਦਾ। ਉਹ ਮੈਨੂੰ ਟੈਂਟ ਕਿਉਂ ਲਾਉਂਗਾ, ਉੱਥੇ ਕਮਰੇ ਨਹੀਂ ਸੀ, ਹੈਗੇ ਸੀ। ਮੈਂ ਕਿਹਾ ਵੀ ਉਹ ਕਰੋਨਾ ਕਰਕੇ ਓਬਜੈਕਸ਼ਨ ਕਰ ਰਹੇ ਸੀ। ਉਹ ਅੱਛਾ, ਕਰੋਨਾ ਕਰਕੇ ਓਬਜੈਕਸ਼ਨ ਹੋ ਰਿਹਾ ਸੀ। ਮੈਂ ਕਿਹਾ ਵੀ ਮੇਰੇ ਕੋਲ ਰਿਪੋਰਟ ਹੈਗੀ ਆ, ਨੈਗੇਟਿਵ ਆ।
ਮੈਂ ਕਿਹਾ ਵੀ ਮੈਨੂੰ ਰੋਣ ਦੀ ਲੋੜ, ਮੇਰੇ ਕੋਲ ਟੈਂਟ ਹੈ, ਮੇਰੇ ਕੋਲ ਹੁੰਦਾ ਸਾਰਾ ਸਮਾਨ, ਮੈਂ ਇੱਥੇ ਟੈਂਟ ਲਾਣਾ, ਮੈਨੂੰ ਟੈਂਟ ਲਾਉਣ ਦੀ ਪਰਮਿਸ਼ਨ ਵੀ ਨਹੀਂ ਦਿੱਤੀ ਉਹਨਾਂ ਨੇ। ਟੈਂਟ ਲਾਉਣ ਦੀ ਪਰਮਿਸ਼ਨ ਤੱਕ ਨਹੀਂ ਦਿੱਤੀ ਗੁਰੂ ਘਰ ਦੇ ਵਿੱਚ। ਰੂਮ ਤਾਂ ਦੂਰ ਦੀ ਗੱਲ ਹੈ, ਦੇਖ ਲਓ ਤੁਸੀਂ ਇੱਥੇ ਤੱਕ ਹਾਲਾਤ ਨੇ। ਇਹ ਮੈਂ ਤੁਹਾਨੂੰ ਨਾ ਅਸਲੀਅਤ ਆ ਜੋ ਮੈਂ ਅੱਖਾਂ ਨਾਲ ਦੇਖਿਆ ਹੈ, ਤੁਹਾਡੀ ਰਸਨਾ ਹੀ ਅਸਲੀਅਤ ਬਿਆਨ ਕਰਦੀ ਹੈ। ਸਾਨੂੰ ਕਿਸੇ ਪ੍ਰਮਾਣ ਦੀ ਜ਼ਰੂਰਤ ਨਹੀਂ। ਤੁਸੀਂ ਗੁਰੂ ਕੇ ਸਿੱਖ ਹੋ, ਜੋ ਗੁਰੂ ਕਾ ਸਿੱਖ ਬੋਲਦਾ ਹੈ ਉਹ ਅਸਲੀਅਤ ਹੀ ਹੁੰਦੀ ਹੈ, ਕਿਉਂਕਿ ਗੁਰੂ ਕਾ ਸਿੱਖ ਸੱਚ ਹੀ ਬੋਲੇਗਾ, ਕਦੇ ਝੂਠ ਨਹੀਂ ਬੋਲੇਗਾ। ਜਾਣੀ ਇਹ ਬਸ ਇਹੀ ਇੱਕ ਦੋ ਚੀਜ਼ਾਂ ਦੀ ਘਾਟ ਰਹੀ ਆ। ਬਾਕੀ ਹੋਰ ਮੈਨੂੰ ਟੂਰੀ ਕਰਨ 'ਚ ਕੋਈ ਪ੍ਰੋਬਲਮ ਨਹੀਂ। ਸਾਈਕਲ ਸਾਡੇ ਕੋਲ ਹੈਗੇ ਨੇ, ਵਧੀਆ ਹੈਗੇ ਨੇ। ਇਹ ਹੈ ਤਾਂ ਜੋ ਸਾਈਕਲ ਅਸੀਂ ਬਾਹਰ ਟੂਰ ਵਾਸਤੇ ਲੈ ਕੇ ਜਾ ਰਹੇ ਹਾਂ ਉਹ ਇਸ ਤੋਂ ਵੀ ਵਧੀਆ ਨੇ। ਉਹ ਕੁਝ ਕਰੋਨਾ ਦੇ ਆਉਣ ਕਰਕੇ ਉਹ ਚਾਈਨਾ ਉਹ ਸ਼ਿਪਮੈਂਟ ਆ ਉਹਨਾਂ ਦੀ ਰੁਕੀ ਹੋਈ ਹੈ। ਅਸੀਂ ਉਹ ਡਿਕੈਥਲੋਨ ਦੇ ਥਰੂ ਸਟੋਰ ਹੈ ਇੱਕ ਜ਼ੀਰਕਪੁਰ, ਡਿਕੈਥਲੋਨ ਦਾ ਸਪੋਰਟਸ ਦਾ ਹੀ ਹੈ ਉਹ ਉਹਨਾਂ ਦੇ ਸਾਈਕਲ ਲੈ ਕੇ ਜਾਵਾਂਗੇ। ਅਤੇ ਜਦੋਂ ਵੀ ਉਹ ਸਾਈਕਲ ਆਉਣਗੇ ਪ੍ਰੋਪਰ ਉਹਨਾਂ ਦੇ ਆਲੇ ਦੁਆਲੇ ਇੱਦਾਂ ਹੀ ਇਹ ਬੈਗ ਨੇ, ਇਹ ਥੋੜ੍ਹੇ ਜਿਹੇ ਹਲਕੇ ਨੇ, ਉਹ ਥੋੜ੍ਹੇ ਜਿਹੇ ਹੈਵੀ ਬੈਗ ਹੁੰਦੇ ਨੇ, ਵਾਟਰਪ੍ਰੂਫ ਬੈਗ ਹੁੰਦੇ ਨੇ। ਫਿਰ ਸਾਡੇ ਕੋਲ ਹੈਲਮਟ ਹੋਣਗੇ, 2 ਹੈਲਮਟ ਹੋਣਗੇ। ਉਹਦੇ ਨਾਲ ਅਸੀਂ ਇੱਕ ਦੂਜੇ ਨਾਲ ਕੰਟੈਕਟ ਕਰ ਸਕਦੇ ਹਾਂ। 1 ਕਿਲੋਮੀਟਰ ਤੱਕ ਰੇਂਜ ਹੁੰਦੀ ਹੈ ਉਹਨਾਂ ਦੀ। ਉਹ ਮੈਨੂੰ ਗੱਲ ਕਹਿ ਸਕਦੇ ਨੇ, ਜਿਵੇਂ ਵਾਕੀ ਟੋਕੀ ਹੁੰਦੀ ਹੈ ਨਾ ਪੁਲਿਸ ਵਾਲਿਆਂ ਦੀ, ਬਿਲਕੁਲ। ਉਹ ਹੈਲਮਟ ਦੇ ਅੰਦਰ ਹੀ ਲਾਈਟ, ਅੰਦਰ ਹੀ ਉਹਦੇ ਬਲੂਟੂਥ, ਅੰਦਰ ਹੀ ਸਪੀਕਰ। ਜਿਵੇਂ ਆਹ ਹੈਲਮਟ ਆ ਨਾ, ਆਹ ਉਹ ਹੈਲਮਟ ਹੁੰਦੇ ਇਦਾਂ ਦੇ ਹੀ ਨੇ, ਪਰ ਉਹਦੇ ਸਾਰਾ ਕੁਝ ਉਹਨਾਂ ਦੇ ਅੰਦਰ। ਹਾਂ, ਉਹ ਸਾਰਾ ਕੁਝ ਉਹਦੇ ਅੰਦਰ ਹੀ ਹੁੰਦਾ। ਉਹਦੇ ਨਾਲ ਕੀ ਹੁੰਦਾ, ਬਾਈ ਚਾਂਸ ਦੂਜਾ ਬੰਦਾ ਪਿੱਛੇ ਰਹਿ ਗਿਆ, ਮੈਂ ਅੱਗੇ ਚਲੇ ਗਿਆ, ਜਾਂ ਅਸੀਂ ਕੋਈ ਵੀਜ਼ਾ ਲਵਾਉਣਾ ਹੈ, ਵੀਜ਼ਾ ਮਤਲਬ ਕਿ ਉਹ ਅੰਦਰ ਵੀਜ਼ਾ ਲਵਾਉਣ ਚਲੇ ਗਏ, ਮੈਂ ਬਾਹਰ ਖੜਾ ਹੈ, ਤਾਂ ਅਸੀਂ ਉਹਦੇ ਨਾਲ ਕੰਟੈਕਟ 'ਚ ਰਹਿ ਸਕਦੇ ਹਾਂ। ਕਿਉਂਕਿ ਬਾਹਰ ਕੰਟਰੀ 'ਚ ਵੋਕੀ ਟੋਕੀ ਅਲਾਉਡ ਨਹੀਂ ਹੈਗੀ, ਤਾਂ ਕਰਕੇ ਅਸੀਂ ਉਹਦਾ ਸੋਲਿਊਸ਼ਨ ਲੱਭਿਆ ਵੀ ਇੱਦਾਂ ਦੇ ਅਸੀਂ ਹੈਲਮਟ ਲੈ ਕੇ ਜਾਵਾਂਗੇ। ਇਹ ਸਾਰਾ ਖਰਚਾ ਜੋ ਹੈ ਸਾਈਕਲਾਂ ਦਾ, ਜੋ ਵੀ ਤੁਸੀਂ ਹੁਣ ਵਰਲਡ ਟੂਰ ਕਰਨਾ, ਮਤਲਬ ਸਿਰਫ ਆਪਣੀ ਪਾਕਟ 'ਚੋਂ ਕਰਦੇ ਹੋ? ਹਾਂ, ਮੈਨੂੰ ਘਰ ਦੇ ਸਪੋਰਟ ਕਰਦੇ ਨੇ। ਕਿਸੇ ਸੰਸਥਾ ਨੇ, ਕਿਸੇ ਹੋਰ ਧਾਰਮਿਕ ਸੰਸਥਾ ਨੇ? ਮੈਂ ਇਹ ਕਹੂੰਗਾ ਜਿਹੜੇ ਧਰਮ ਦੇ ਠੇਕੇਦਾਰ ਨੇ, ਜਿਵੇਂ ਚੌਧਰੀ ਨੇ, ਜਿੱਦਾਂ ਅਖਬਾਰਾਂ ਦੀਆਂ ਸੁਰਖੀਆਂ ਤਾਂ ਵੀ ਅਸੀਂ ਆਹ ਕੀਤਾ, ਕਦੇ ਕਿਸੇ ਧਾਰਮਿਕ ਸੰਸਥਾ ਵੱਲੋਂ ਸਪੋਰਟ ਨਹੀਂ ਆਈ? 1-2 ਵਾਰ ਮੈਂ ਪੁੱਛਿਆ, ਸ਼੍ਰੋਮਣੀ ਕਮੇਟੀ ਸਾਡੇ ਏਰੀਆ ਦੇ ਹੀ ਨੇ, ਅਮਲੋਹ ਦੇ, ਮੈਂ ਨਾਂ ਨਹੀਂ ਲਾਉਂਗਾ ਉਹਨਾਂ ਦਾ, ਅਮਲੋਹ ਏਰੀਆ ਦੇ ਹੀ ਨੇ ਉਹਨਾਂ ਨਾਲ ਮੈਂ ਗਿਆ ਵੀ ਉਹਨਾਂ ਕੋਲ, ਅਤੇ ਦੁਬਾਰਾ ਉਹਨਾਂ ਨੂੰ ਫੋਨ ਕੀਤਾ, ਪਰ ਉਹਨਾਂ ਦਾ ਰਿਸਪੌਂਸ ਚੰਗਾ ਨਹੀਂ ਆਇਆ ਹੈਗਾ। ਕੋਈ ਰਿਸਪੌਂਸ ਨਹੀਂ ਆਇਆ? ਕੋਈ ਰਿਸਪੌਂਸ। ਇਹ ਤਾਂ ਵੈਸੇ ਕਹਿਣ ਦੀ ਕੋਈ ਗੱਲ ਹੁੰਦੀ ਨਹੀਂ, ਇਹ ਤਾਂ YouTube 'ਤੇ ਸਾਰਾ ਕੁਝ ਆਪਾਂ ਜੋ ਵੀ ਦੇਖੋ, ਹਰੇਕ ਬੰਦਾ ਫੋਨ 'ਤੇ ਜੁੜਿਆ ਰਹਿੰਦਾ। ਮੇਰੀਆਂ ਵੀਡੀਓਜ਼ ਵੀ ਕਾਫੀ YouTube 'ਤੇ ਜਾਂ ਵੈਸੇ ਐਂ ਮਤਲਬ ਕਹਿੰਦੇ ਸੋਸ਼ਲ ਮੀਡੀਆ। ਇਲਾਕੇ ਦਾ ਹੀ ਮਾਣ ਨਹੀਂ, ਪੰਜਾਬ ਦਾ ਹੀ ਮਾਣ ਨਹੀਂ, ਤੁਸੀਂ ਮਤਲਬ ਪੰਥ ਦਾ ਮਾਣ ਹੋ ਇਸ ਵਕਤ। ਕਿਉਂਕਿ ਜੋ ਸਿੱਖੀ ਸਰੂਪ ਦੇ ਵਿੱਚੋਂ ਨਾ ਪੰਥ ਦਾ ਮਾਣ ਹੋ, ਨਾ ਇਲਾਕੇ ਦਾ, ਨਾ ਆਪਾਂ ਕਹਾਂਗੇ ਵੀ ਚਲੋ ਇਕੱਲੇ ਪੰਜਾਬ ਦਾ। ਮਤਲਬ ਇਹ ਤੁਹਾਡੀ ਗੱਲ ਆ ਗਈ ਹੁਣ ਪੰਥਕ, ਲੇਕਿਨ ਜਿਹੜੇ ਪੰਥਕ ਚੌਧਰੀ ਬਣੇ ਹੋਏ ਨੇ ਉਹਨਾਂ ਵੱਲੋਂ ਕਿਸੇ ਕਿਸਮ ਦੀ ਮਦਦ ਨਹੀਂ ਜਤਿੰਦਰ ਸਿੰਘ ਜੀ ਨੂੰ, ਔਰ ਜੋ ਵੀ ਖਰਚਾ ਕਰਦੇ ਨੇ ਪਰਿਵਾਰ ਵੱਲੋਂ ਕਰਦੇ ਨੇ। ਇਹ ਵੀ ਇੱਕ ਦੁਖਾਂਤ ਹੈ। ਇੱਕ ਗੱਲ ਅਸੀਂ ਕਹਿੰਦੇ ਹਾਂ ਵੀ ਅਸੀਂ ਬਹੁਤ ਬੜੀ ਅਸੀਂ ਹੱਲਾਸ਼ੇਰੀ ਦਿੰਦੇ ਹਾਂ ਜਾਂ ਬੜੀ ਸਪੋਰਟ ਕਰਦੇ ਹਾਂ ਅਸੀਂ ਗੁਰੂ ਕੇ ਸਿੱਖਾਂ ਦੀ। ਕਿੰਨੀ ਕੁ ਸਪੋਰਟ ਕਰਦੇ ਹੋ ਉਹਦਾ ਪ੍ਰਤੱਖ ਪ੍ਰਮਾਣ ਤੁਹਾਡੇ ਸਾਹਮਣੇ ਹੈ। ਇਹ ਜੋ ਮੇਰੇ ਵਾਈਫ ਨੇ ਨਾ, ਕੁਲਵਿੰਦਰ ਕੌਰ, ਇਹ ਸ਼ਹੀਦ ਸਿੰਘ ਦੇ ਘਰੋਂ ਨੇ। ਇਹ ਸ਼ਹੀਦ ਸਿੰਘ ਕਿਹੜੇ ਸ਼ਹੀਦ ਸਿੰਘ? ਕੁਲਦੀਪ ਸਿੰਘ ਜੀ, ਵਰਪਾਲ ਪਿੰਡ ਆ ਉੱਧਰ ਅੰਮ੍ਰਿਤਸਰ। ਗੁਰਦੀਪ ਸਿੰਘ ਵਰਪਾਲ ਹੋਏ। ਵਰਪਾਲ ਪਿੰਡ ਆ ਨਾ, ਬਹੁਤ ਬੜਾ ਪਿੰਡ। ਹਾਂ, ਵਰਪਾਲ। ਉੱਥੋਂ ਦੇ ਉਹ ਤੁਹਾਡੀ ਜਿਹੜੀ ਤੁਹਾਡੇ ਸਾਲਾ ਸੀ ਉਹ? ਨਹੀਂ, ਹਾਂ, ਉਹ ਮੇਰੇ ਉਹਨਾਂ ਦੀ ਲੜਕੀ ਸੀ। ਇਹ ਮਹਾਲੀ ਪੜ੍ਹੇ ਨੇ, ਕੁਲਵਿੰਦਰ ਕੌਰ ਮੇਰੇ ਵਾਈਫ ਨੇ। ਕੁਲਦੀਪ ਸਿੰਘ ਵਰਪਾਲ ਜੋ ਸ਼ਹੀਦ ਸਿੰਘ ਨੇ? ਹਾਂ, ਮੇਰੇ ਸਿੰਘਣੀ ਦੇ ਡੈਡੀ ਸੀ ਉਹ, ਮੇਰੇ ਸਹੁਰਾ ਪਿਤਾ ਜੀ ਸੀ। ਸੌਰੀ ਡੈਡੀ ਸੀ ਤੁਹਾਡੀ ਮਿਸਿਸ ਦੇ ਪਿਤਾ, ਤੁਹਾਡੇ ਸਹੁਰਾ ਸਾਹਿਬ ਨੇ? ਹਾਂਜੀ। ਕੁਲਦੀਪ ਸਿੰਘ ਵਰਪਾਲ, ਸ਼ਾਇਦ ਮੈਂ ਭੁੱਲਦਾ ਨਾ ਹੋਵਾਂ, ਇਹ BTF ਕੇ ਬੱਬਰ ਖਾਲਸਾ ਸੀ, ਇੱਦਾਂ ਦੇ ਹੀ ਸੀ ਕੁਛ ਉਹ ਕਿਉਂਕਿ ਉਹਦਾ ਉਹਨਾਂ ਦਾ ਡੈਥ ਸਰਟੀਫਿਕੇਟ ਪੁਲਿਸ ਨੇ ਦਿੱਤਾ ਨਹੀਂ ਹੈਗਾ ਉਹਨਾਂ ਨੂੰ। ਅੱਛਾ, ਇਹਨਾਂ ਦਾ ਮੁਕਾਬਲਾ ਹੋਇਆ ਸੀ? ਇਹਨਾਂ ਨੂੰ ਘਰੋਂ ਲੈ ਗਏ ਸੀ ਚੱਕ ਕੇ। ਇਹ ਲੰਗਰ ਪਾਣੀ ਦੀ ਸੇਵਾ ਕਰਦੇ ਸੀ ਇਹ ਸਿੰਘਾਂ ਦੀ। ਹਾਂ, ਜ਼ਿਆਦਾ ਤਾਂ ਮੈਨੂੰ ਨਹੀਂ ਪਤਾ ਹੈਗਾ, ਨਾ ਮੈਂ ਪੁੱਛਿਆ, ਪਰ ਉਹਨਾਂ ਦੇ ਜੋ ਉਹ ਘਰ ਵਾਲਿਆਂ ਦਾ ਉਹ ਦੱਸਣ ਅਨੁਸਾਰ ਵੀ ਉਹ ਲੰਗਰ ਪਾਣੀ ਦੀ ਸੇਵਾ ਕਰਦੇ ਹੁੰਦੇ ਸੀ। 2-3 ਮੁੰਡੇ ਹੋਰ ਸੀ ਉਹਨਾਂ ਦਾ। ਸ਼ਹੀਦ ਪਰਿਵਾਰ ਦੀ ਧੀ, ਸ਼ਹੀਦ ਦੀ ਧੀ, ਔਰ ਜੋ ਇਹਨਾਂ ਦੀ ਸੁਪਤਨੀ ਹੈ ਕੁਲਵਿੰਦਰ ਕੌਰ, ਬੀਬੀ ਕੁਲਵਿੰਦਰ ਕੌਰ। ਮਤਲਬ ਇੱਕ ਸ਼ਹੀਦ ਪਰਿਵਾਰ ਦੇ ਨਾਲ ਵੀ ਸੰਬੰਧ ਹੈ, ਇੱਕ ਗੁਰੂ ਕੇ ਸਿੱਖ ਨੇ। ਇਹ ਪਹਿਲੀ ਗੱਲ ਤਾਂ ਇਹ ਹੈ, ਸ਼ਹੀਦ ਪਰਿਵਾਰ ਨਾਲ ਸੰਬੰਧ ਹੈ,
ਜਿਨ੍ਹਾਂ ਨੇ ਪੰਥ ਦੇ ਲਈ ਕੁਰਬਾਨੀਆਂ ਕੀਤੀਆਂ। ਉਹ ਜੋ ਦੌਰ ਸੀ, ਜੋ ਖਾੜਕੂਵਾਦ ਦਾ ਦੌਰ ਸੀ, ਔਰ ਉਹਨਾਂ ਨੇ ਮਤਲਬ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਹਨਾਂ ਦਾ ਆਪਣਾ ਕੋਈ ਸਵਾਰਥ ਤਾਂ ਹੈ ਨਹੀਂ ਸੀ। ਅੱਜ ਵੀ ਬਹੁਤਾਤ ਵਿੱਚ ਬੜੇ ਸ਼ਹੀਦ ਸਿੰਘ ਐਸੇ ਨੇ, ਉਹਨਾਂ ਦੇ ਪਰਿਵਾਰ ਨੇ ਮਤਲਬ ਉਹਨਾਂ ਦੇ ਘਰੇ ਰੋਟੀ ਤੱਕ ਵੀ ਨਹੀਂ ਬਣਦੀ। ਐਸੀ ਵੀ ਆਰਥਿਕ ਮਤਲਬ ਸਥਿਤੀ ਹੈ ਪਰਿਵਾਰਾਂ ਦੀ ਹੈਗੀ ਹੈ, ਲੇਕਿਨ ਉਹ ਕੁਰਬਾਨੀਆਂ ਕਰ ਗਏ, ਪੰਥ ਲਈ ਜੂਝ ਗਏ, ਹੈ ਨਾ। ਮਤਲਬ ਜਾਨਾਂ ਹਥੇਲੀ 'ਤੇ ਰੱਖ ਕੇ ਉਹ ਜੂਝ ਗਏ, ਉਹ ਹੈ ਨਾ, ਦੇਸ਼ ਕੌਮ ਲਈ, ਪੰਥ ਦੇ ਲਈ। ਲੇਕਿਨ ਅਸੀਂ ਉਹਨਾਂ ਲਈ ਕੀ ਕੀਤਾ, ਕਿੰਨਾ ਕੁ ਕੀਤਾ, ਸਾਡੇ ਤੁਹਾਡੇ ਸਾਹਮਣੇ ਹੈ। ਸਿਰਫ ਅਖਬਾਰਾਂ ਦੀਆਂ ਸੁਰਖੀਆਂ ਜਾਂ ਉਹਦਾ ਮਾਣ ਲੈਣ ਦੇ ਲਈ ਅਸੀਂ ਆਹ ਕੀਤਾ, ਕਿ ਬਿਲਕੁਲ ਨਹੀਂ ਕੀਤਾ। ਤੁਸੀਂ ਨਿਕਲੋ ਬਾਹਰ, ਅਸੀਂ ਤਾਂ ਹੁਣ ਮੀਡੀਆ ਦੇ ਵਿੱਚ, ਸਾਨੂੰ ਤਾਂ ਪਤਾ ਇਹ ਕੀ ਕਰਦੇ ਨੇ, ਔਰ ਉਹਨਾਂ ਦੇ ਵਿਚਾਰਿਆਂ ਦੀ, ਉਹਨਾਂ ਦੀ ਹਾਲਤ ਕੀ ਹੈ, ਉਹ ਵੀ ਅਸੀਂ ਸਾਹਮਣੇ ਲਿਆ ਰਹੇ ਹਾਂ, ਲਿਆਉਂਦੇ ਹਾਂ ਅਸੀਂ ਸਮੇਂ ਅਨੁਸਾਰ। ਅੱਛਾ, ਇਹ ਸ਼ਹੀਦ ਕੁਲਦੀਪ ਸਿੰਘ ਵਰਪਾਲ ਦੀ ਧੀ ਹੈ ਤੁਹਾਡੀ ਸੁਪਤਨੀ ਕੁਲਵਿੰਦਰ ਕੌਰ। ਬੜੇ ਮਾਣ ਵਾਲੀ ਗੱਲ ਹੈ ਵੀ ਤੁਹਾਡੇ ਵਾਸਤੇ। ਇਹ ਮੋਹਾਲੀ ਟਰਸਟ ਹੈ, ਗੁਰਾਸਰਾ ਟਰਸਟ ਹੈ, ਗੁਰਾਸਰਾ ਟਰਸਟ ਔਰ ਧਾਮੀ, ਹਾਂ, ਉੱਥੇ ਰਹਿ ਕੇ ਇਹ 10-12 ਸਾਲ ਉੱਥੇ ਰਹੇ ਨੇ। ਅੱਛਾ, ਗੁਰਾਸਰਾ ਟਰਸਟ 'ਚ ਰਹੇ। ਹਾਂ, ਮੈਂ ਪਿੱਛੇ ਮਤਲਬ ਪਰਿਵਾਰ, ਉਹ ਫੈਮਿਲੀ ਜ਼ਿਆਦਾ ਆਰਥਿਕ ਪੱਖੋਂ, ਹਾਂ ਆਰਥਿਕ ਪੱਖੋਂ ਵੀ, ਵੈਸੇ ਵੀ ਨਾ ਜਦੋਂ ਕੋਈ ਇੱਦਾਂ ਹੋ ਜਾਵੇ ਫਿਰ ਬੰਦਾ ਸੋਚਣ ਲੱਗ ਜਾਂਦਾ ਵੀ ਇੱਕ ਤਾਂ ਫੈਮਿਲੀ ਸਪੋਰਟ ਘੱਟ ਕਰਨ ਲੱਗ ਜਾਂਦੀ ਆ। ਮੈਨੂੰ ਇਹ ਲੱਗਦਾ, ਹੋ ਸਕਦਾ ਕਰਦੀ ਹੋਵੇ ਉਹ, ਪਰ ਜਿਵੇਂ ਇਹਨਾਂ ਦੇ ਮੰਮੀ ਸੀ, ਹੋ ਸਕਦਾ ਉਹਨਾਂ ਨੇ ਇਹ ਸੋਚਿਆ ਹੋਵੇ ਵੀ ਕਿਉਂ ਇਹਨਾਂ ਨੂੰ ਸ਼ਹਿਰ ਲਿਆ ਕੇ ਮੈਂ ਵਧੀਆ ਪੜ੍ਹਾਵਾਂ ਲਿਖਾਵਾਂ। ਫਿਰ ਉਹ ਇੱਥੇ ਟਰਸਟ 'ਚ ਆ ਗਏ ਸੀ, 10-12 ਸਾਲ ਇੱਥੇ ਰਹੇ। ਇਹਨਾਂ ਦੇ ਮਾਤਾ ਜੀ ਵੀ ਨਾਲ ਸੀ? ਨਾਲੇ, ਤੁਹਾਡੀ ਸੱਸ ਵੀ ਨਾਲ ਸੀ? ਹਾਂ, ਨਾਲੇ ਸੀ। ਅੱਛਾ। ਫਿਰ ਉਹਨਾਂ ਨੇ ਇੱਥੇ ਨਰਸਿੰਗ ਕੀਤੀ ਆ, ਕਿ GNM 'ਚ ਨਰਸਿੰਗ ਕੀਤੀ ਹੈ। ਅਤੇ ਫਿਰ ਉਹ ਮੈਗਜ਼ੀਨ 'ਚ ਉਹਨਾਂ ਨੇ ਇਹਨਾਂ ਦੇ ਵਿਆਹ ਬਾਰੇ ਦੱਸਿਆ ਸੀ ਵੀ ਬਹੁਤ ਗਰੀਬ ਘਰੋਂ ਹੈ ਅਤੇ ਸ਼ਹੀਦ ਸਿੰਘ ਦੀ ਧੀ ਹੈ, ਅਤੇ ਵਿਆਹ ਵਾਸਤੇ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਹੈਲਪ ਦੀ ਲੋੜ ਆ। ਅਤੇ ਚਲੋ ਸਾਡੇ ਕੋਲ ਇੰਨਾ ਤਾਂ ਜ਼ਿਆਦਾ ਨਹੀਂ ਹੈਗਾ, ਪਰ ਅਸੀਂ ਇਹ ਸੀ ਵੀ ਸਾਨੂੰ ਇੱਕ ਤਰ੍ਹਾਂ ਨਾਲ ਤਰਸਵਾਂਗੇ। ਅਸੀਂ ਉਹਨਾਂ ਨੂੰ ਫੋਨ ਕੀਤਾ ਵੀ ਅਸੀਂ ਰੱਖਾਂਗੇ, ਸਭ ਕੁਝ ਕਰਾਂਗੇ। ਤਾਂ ਅਸੀਂ ਘਰਦਿਆਂ ਨੇ ਅੱਗੇ ਹੋ ਕੇ ਵਿਆਹ ਕਰਾਇਆ। ਜਲੰਧਰ ਮਾਡਲ ਟਾਊਨ ਗੁਰਦੁਆਰਾ ਸਾਹਿਬ ਹੈ, ਤਕਰੀਬਨ ਉੱਥੇ ਕਹਿ ਲਓ ਵੀ ਕੋਈ ਵੀ ਇਹੋ ਜਿਹਾ ਹੈ ਨਹੀਂ ਸੀ, ਜਥੇਦਾਰ ਤੋਂ ਲੈ ਕੇ ਤਕਰੀਬਨ ਸਾਰੇ ਆਏ ਸੀ। ਸਤਨਾਮ ਸਿੰਘ ਪੌਂਟਾ ਸਾਹਿਬ ਵਾਲੇ ਸੀ, ਵਿਆਹ 'ਤੇ ਆਏ ਸੀ। ਹਾਂ, ਉਹ ਇਹਨਾਂ ਦੇ ਲੜਕੀ ਦੇ ਡੈਡੀ ਵੱਲੋਂ ਖੜੇ ਹੋਏ ਸੀ। ਉਹ ਕਿਆ ਬਾਤ, ਸਤਨਾਮ ਸਿੰਘ ਪੌਂਟਾ ਇੱਕ ਬੜਾ ਨਾਂ ਹੈ ਜੋ ਇਹਨਾਂ ਦੇ ਸਹੁਰਾ ਸਾਹਿਬ ਨੇ, ਉਹਨਾਂ ਦਾ ਵੱਡਾ ਇੱਕ ਨਾਂ ਆ। ਖਾੜਕੂ ਸੰਘਰਸ਼ ਜੋ ਸੀ, ਜੋ ਵੀ ਉਹ ਸੰਘਰਸ਼ ਸੀ ਜਿਹੜਾ ਚੱਲਿਆ ਸੀਗਾ, ਉਹਦੇ ਵਿੱਚ ਵੱਡਾ ਨਾਮ ਹੈ ਇੱਕ ਵਰਪਾਲ ਦੇ ਰਹਿਣ ਵਾਲੇ, ਅਤੇ ਇਸ ਕਰਕੇ ਉਹ ਸਨਮਾਨ ਦਿੱਤਾ ਮਤਲਬ ਉਹਨਾਂ ਨੇ ਸਾਰਾ। ਹਾਂ, ਔਰ ਇਹ ਤੁਹਾਡੇ ਲਈ ਵੀ ਵੱਡੇ ਸਨਮਾਨ, ਇਹ ਮਤਲਬ ਇੱਕ ਹੋਰ ਸਨਮਾਨ ਵਾਲੀ ਗੱਲ ਜੁੜ ਗਈ। ਹਾਂ, ਮਤਲਬ ਤੁਸੀਂ ਇੱਕ ਸ਼ਹੀਦ ਦੀ ਧੀ ਨਾਲ ਵਿਆਹ ਕਰਾਇਆ। ਹਾਂਜੀ, ਔਰ ਇਹ ਵੀ ਇੱਕ ਵੱਡੀ ਕੁਰਬਾਨੀ ਹੈ ਤੁਹਾਡੀ। ਉਹੀ ਹੈ ਵੀ ਜੇ ਆਪਾਂ ਨਹੀਂ ਕਰਾਵਾਂਗੇ ਤਾਂ ਹੋਰ ਕੌਣ ਸੰਭੂਗਾ ਪਰਿਵਾਰਾਂ ਨੂੰ। ਇੱਕ ਸ਼ਹੀਦ ਦੀ ਧੀ ਦੇ ਨਾਲ ਵਿਆਹ ਕਰਵਾਇਆ, ਵਰਲਡ ਫੇਮਸ ਸਾਈਕਲਿਸਟ। ਪਰ ਉਹੀ ਜਤਿੰਦਰ ਸਿੰਘ ਜਦੋਂ ਗੁਰਦੁਆਰੇ ਸਾਹਿਬ ਜਾਂਦੇ ਨੇ ਤਾਂ ਉਹਨਾਂ ਨੂੰ ਕਿੰਨਾ ਕੁ ਸਨਮਾਨ ਅਸੀਂ ਦਿੰਦੇ ਹਾਂ, ਇਹ ਸੋਚਣ ਵਾਲੀ ਗੱਲ ਹੈ। ਔਰ ਕਿੰਨਾ ਕੁ ਦੇਣਾ ਚਾਹੀਦਾ, ਹੱਥਾਂ 'ਤੇ ਚੁੱਕਣੇ ਚਾਹੀਦੇ ਨੇ ਇਹੋ ਜਿਹੇ ਸਿੰਘ ਜਿਨ੍ਹਾਂ ਦੀ ਕੁਰਬਾਨੀ ਹੈ, ਪੰਥ ਦੇ ਲਈ ਕੁਰਬਾਨੀ। ਮੈਂ ਕਹੂੰਗਾ ਪੰਥ ਲਈ ਕੁਰਬਾਨੀ ਹੈ ਤੁਹਾਡੀ। ਸ਼ਹੀਦ ਸਿੰਘ ਦੀ ਧੀ ਨੂੰ ਪ੍ਰਵਾਨ ਕੀਤਾ, ਔਰ ਤੁਸੀਂ ਖੁਦ ਮੰਗੀ ਵੀ ਹਾਂ ਵੀ ਮੈਂ ਵਿਆਹ ਕਰੂੰਗਾ। ਹਾਂ, ਅਸੀਂ ਆਪ ਉਹ ਪਹਿਲ ਕੀਤੀ ਆ ਉਹ, ਕਿਉਂਕਿ ਉਹਨਾਂ ਨੇ ਤਾਂ ਮੈਗਜ਼ੀਨ ਹੈ ਫਤਿਹਨਾਮਾ ਮੈਗਜ਼ੀਨ, ਉਹਦੇ 'ਚ ਉਹਨਾਂ ਨੇ ਕੀਤੇ ਹੋਏ ਸੀ। ਬੀਬੀ ਸੰਦੀਪ ਕੌਰ ਨੇ ਜਿਹੜੇ ਕਾਸ਼ਤੀਵਾਲ ਨੇ, ਬਿਲਕੁਲ ਉਹਨਾਂ ਨੇ ਪਾਇਆ ਹੋਇਆ ਸੀ। ਤਾਂ ਮੇਰੇ ਕਹਿਣ ਦਾ ਮਤਲਬ ਹੈ ਵੀ ਸਪੋਰਟ ਕਰਨੀ ਚਾਹੀਦੀ ਆ। ਅਗਰ ਇੰਨੀ ਆਪਣੀ ਅਮੀਰ ਸੰਸਥਾ ਹੈ ਤਾਂ ਉਹਨੂੰ ਕੋਈ ਜ਼ਿਆਦਾ ਇਹ ਚੀਜ਼ ਦਾ ਫਿਕਰ ਨਹੀਂ ਹੋਣਾ ਚਾਹੀਦਾ। ਕੁਛ ਆਪਣੇ ਲੋਕਲ ਜੋ ਸਾਡੇ ਸ਼੍ਰੋਮਣੀ ਕਮੇਟੀ ਸਾਡੇ ਇਲਾਕੇ ਦੇ ਨੇ, ਤਾਂ ਉਹਨਾਂ ਨੂੰ ਕਹਿ ਕੇ ਵੀ ਕੰਮ ਕਰਾ ਸਕਦੇ ਨੇ, ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ। ਉਹਨਾਂ ਨੇ ਮਤਲਬ ਇਸ ਗੱਲ ਨੂੰ ਗੌਲਿਆ ਨਹੀਂ। ਉਹਨਾਂ ਨੇ ਕਿਹਾ ਸੀ ਵੀ ਕਰਾਂਗੇ ਹੈਲਪ ਤੁਹਾਡੀ ਕਰਾਂਗੇ, ਪਰ ਜਦੋਂ ਮੈਂ ਦੁਬਾਰਾ ਫੋਨ ਕੀਤਾ ਤਾਂ ਮੈਨੂੰ ਇੱਦਾਂ ਫੀਲ ਹੋਇਆ ਵੀ ਉਹ ਹੈਲਪ ਨਹੀਂ ਕਰਨਾ ਚਾਹੁੰਦੇ, ਕਿਉਂਕਿ ਗੱਲਬਾਤ ਤੋਂ ਪਤਾ ਲੱਗ ਜਾਂਦਾ ਹਾਂ ਬੰਦੇ ਦਾ ਬੋਲਣ। ਕਿਉਂਕਿ ਮੇਰਾ YouTube ਤੇ ਸਭ ਕੁਝ ਪਿਆ ਹੈ, ਸੋਸ਼ਲ ਮੀਡੀਆ ਤੇ ਮੇਰੀਆਂ ਫੋਟੋਆਂ, ਕਿਉਂਕਿ ਐਡਾ ਅਸੀਂ ਮਿਸ਼ਨ ਲੈ ਕੇ ਚੱਲ ਰਹੇ ਹਾਂ, ਉਹਦੇ 'ਚ ਤਾਂ ਵੈਸੇ ਹੀ ਬੰਦਾ ਹੋ ਜਾਂਦਾ ਵੀ, ਕਿਉਂਕਿ ਇੰਨੀ ਸਾਈਕਲਿੰਗ ਇੰਨੀ ਦੂਰ ਤੱਕ ਕਰਨੀ ਕੋਈ ਸੌਖਾ ਕੰਮ ਨਹੀਂ ਹੈਗਾ। ਇਹ ਕਹਿਣ ਨੂੰ ਸੌਖਾ ਲੱਗਦਾ, ਆਪਾਂ 8-10 ਕਿਲੋਮੀਟਰ ਚੱਲੀਏ ਤਾਂ ਸਾਹ ਚੜ ਜਾਂਦਾ। ਤੁਸੀਂ ਮਤਲਬ ਜਦੋਂ ਸਾਈਕਲਿੰਗ ਕਰਦੇ ਹੋ ਇੱਕ ਦਿਨ ਦੇ ਵਿੱਚ ਕਿੰਨੇ ਕਿਲੋਮੀਟਰ ਕਰ ਜਾਂਦੇ ਹੋ?
ਇਹ ਡਿਪੈਂਡ ਕਰਦਾ ਜੇ ਤਾਂ ਮੈਦਾਨੀ ਇਲਾਕਾ ਹੋਵੇ ਉਹਦੇ ਤੱਕ ਤਾਂ ਜਿਵੇਂ ਇਹ ਸਾਈਕਲ ਆ ਇਹਦੇ ਤੇ ਮੈਂ ਈਜ਼ੀਲੀ 100 ਕਿਲੋਮੀਟਰ ਬਹੁਤ ਆਰਾਮ ਨਾਲ ਹੋ ਜਾਂਦਾ 100 ਕਿਲੋਮੀਟਰ ਹਾਂ। ਪਰ ਜਿਹੜਾ ਇਹ ਛੋਟਾ ਸਾਈਕਲ ਆ ਇਹਦੇ ਤੇ ਇਹਦੀ ਪ੍ਰੋਫਾਈਲ ਕੁਝ ਹੋਰ ਤਰ੍ਹਾਂ ਦੀ ਹੈ, ਇਹ ਪਹਾੜਾਂ ਵਿੱਚ ਜ਼ਿਆਦਾ ਯੂਜ਼ ਹੁੰਦਾ ਹੈ। ਪਹਾੜਾਂ 'ਚ ਜ਼ਿਆਦਾ ਯੂਜ਼ ਹੁੰਦਾ। ਇਹਦੇ ਤੇ ਸਮਝ ਲਓ ਵੀ 60 ਤੋਂ 70 ਕਿਲੋਮੀਟਰ ਹੁੰਦਾ ਕੰਫਰਟੇਬਲੀ, ਉਸ ਤੋਂ ਬਾਅਦ ਧੱਕਾ ਹੀ ਹੁੰਦਾ, ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ। ਜਾਣੀ ਤੁਸੀਂ ਐਵਰੇਜ ਲਾ ਕੇ ਚੱਲੋ ਵੀ 80-90 ਕਿਲੋਮੀਟਰ ਮੈਂ ਈਜ਼ੀਲੀ ਕਰ ਸਕਦਾ ਹਰ ਰੋਜ਼ 1-2 ਮਹੀਨੇ ਤੱਕ, ਕਿਉਂਕਿ ਸਾਡਾ ਜੋ ਪਲਾਨ ਆ ਇੱਥੋਂ ਵੀਅਤਨਾਮ ਲਾਓਸ ਦਾ ਉਹ ਅਸੀਂ ਕੈਲਕੂਲੇਟ ਕੀਤਾ ਹੈ, ਕੋਈ ਉਹ 7,500-8,000 ਕਿਲੋਮੀਟਰ ਬਣਦਾ ਹੈ। ਤਾਂ ਉਹਦੇ ਅਸੀਂ ਦਿਨ ਰੱਖ ਲੈਨੇ ਵੀ ਇੰਨੇ ਦਿਨਾਂ 'ਚ ਅਸੀਂ ਇੰਨੇ ਕਿਲੋਮੀਟਰ ਚਲਾਵਾਂਗੇ, ਇੱਥੇ ਸਟੇ ਕਰਾਂਗੇ, ਇੱਥੇ ਪਿੰਡ 'ਚ ਇੰਨੇ ਦਿਨ ਰੁਕਾਂਗੇ, ਫਿਰ ਉੱਥੇ ਪਿੰਡ ਵਾਲਿਆਂ ਨਾਲ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੀ ਲੋਕਲ ਲਾਈਫ ਦੇਖਾਂਗੇ ਵੀ ਕਿਹੋ ਜਿਹੀ ਹੈ, ਉਹ ਅਸੀਂ ਇੱਥੇ ਬਾਈ YouTube ਸ਼ੇਅਰ ਕਰਾਂਗੇ। ਤਾਂ ਕਰਕੇ ਤੁਹਾਡੇ ਜਿਹੜੇ ਮੈਸੇਜ ਨੇ, ਤੁਹਾਡੀ ਜਿਹੜੀ ਧਰਮ ਸੁਪਤਨੀ ਹੈ ਉਹ ਕੁਲਵਿੰਦਰ ਕੌਰ, ਬੀਬੀ ਕੁਲਵਿੰਦਰ ਕੌਰ ਜੀ, ਉਹ ਹੁਣ ਕੀ ਕਰਦੇ ਨੇ? ਉਹ ਸਾਡੇ ਕੋਲ ਮਹਾਰਾਜ ਨੇ 5 ਕੁ ਮਹੀਨੇ ਹੋ ਗਏ ਪਹਿਲਾਂ ਬੱਚੀ ਦੀ ਦਾਤ ਦਿੱਤੀ ਹੈ। ਅੱਛਾ, ਬਹੁਤ ਤੇ ਅੱਛਾ। ਫਿਲਹਾਲ ਤਾਂ ਉਹਦੀ ਉਹ ਸੇਵਾ ਸੰਭਾਲ ਤੇ ਉਹ ਕਰ ਰਹੇ ਨੇ ਉਹਨਾਂ ਨੇ ਨਰਸਿੰਗ ਕੀਤੀ ਹੋਈ ਆ, ਪਰ ਮੈਂ ਨਹੀਂ ਚਾਹੁੰਦਾ ਵੀ ਉਹ ਕੋਈ ਜੌਬ ਕਰਨ ਉਹ, ਕਿਉਂਕਿ ਹਾਂ ਮੈਂ ਨਹੀਂ ਚਾਹੁੰਦਾ ਹੈਗਾ, ਕਿਉਂਕਿ ਮੈਨੂੰ ਇਹ ਪਰਸਨਲੀ ਸ਼ਿਕਵਾ ਵੀ ਜਿਹੜਾ ਬੰਦਾ ਆਪਣਾ ਸਰੀਰ ਹੀ ਕੁਰਬਾਨ ਕਰ ਗਿਆ ਵੀ ਉਹਦੇ ਵਾਸਤੇ ਉਹ ਨੌਕਰੀਆਂ ਕਰਦੇ ਫਿਰਨ, ਉਹ ਇਹ ਚੀਜ਼ ਮੈਨੂੰ ਬਹੁਤ ਵੱਡਾ ਸਵਾਲ ਹੈ। ਜਿਹੜੇ ਸਾਡੇ ਸ਼ਹੀਦ ਖਾੜਕੂ ਸਿੰਘ ਜਿਹੜੇ ਜੂਝ ਗਏ ਪੰਥ ਦੇ ਲਈ, ਕੌਮ ਦੇ ਲਈ, ਬਈ ਉਹਨਾਂ ਦੀ ਧੀ ਜਾਂ ਉਹਨਾਂ ਦੇ ਪਰਿਵਾਰ ਦੇ ਜੀ ਵੀ ਨੌਕਰੀਆਂ ਕਰਦੇ ਫਿਰਨ, ਲੋਕਾਂ ਦੀ ਮੁਤਾਜ਼ਗੀ ਕਰਦੇ ਫਿਰਨ, ਕਿਉਂ? ਇੱਕ ਵੱਡਾ ਸਵਾਲ ਹੈ। ਧਰਮ ਦੇ ਠੇਕੇਦਾਰੋ, ਤੁਹਾਡੇ ਲਈ ਬਹੁਤ ਵੱਡਾ ਸਵਾਲ ਹੈ। ਇੱਕ ਅਰਬਾਂ ਦੇ ਬਜਟ, ਕਰੋੜਾਂ ਦੇ ਬਜਟ ਤੁਹਾਡੇ ਨੇ, ਕੀ ਸੋਚਿਆ ਤੁਸੀਂ? ਪੰਥ ਲਈ ਕੀ ਕਰਦੇ ਹੋ ਤੁਸੀਂ? ਸਿਰਫ ਗੋਲ ਟੇਬਲਾਂ 'ਤੇ ਮੀਟਿੰਗਾਂ? ਕੀ ਕਰਦੇ ਹੋ ਤੁਸੀਂ? ਸਿਰਫ ਪੱਥਰ 'ਤੇ ਪੱਥਰ ਲਾਈ ਜਾ ਰਹੇ ਹੋ। ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਸਾਖੀ ਯਾਦ ਆ ਗਈ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ ਬਲਿਓ ਚਿਰਾਗ ਵਿੱਚ। ਹਾਂਜੀ। ਇੱਕ ਨਾ ਨੂਰੀ ਨਾਮ ਦਾ ਜੁਲਾਹਾ ਉਹਨਾਂ ਨੇ, ਇੱਕ ਨੂਰੀ ਨਾਮ ਵਰਤਿਆ, ਇੱਕ ਦਾਊਦ ਵਰਤਿਆ, 2 ਵਰਤੇ ਨੇ ਇਤਿਹਾਸਕਾਰਾਂ ਨੇ ਨਾਮ ਜੀ। ਨੂਰੀ ਨਾਮ ਦਾ ਇੱਕ ਜੁਲਾਹਾ, ਉਹਨੇ ਗਲੀਚਾ ਹੋਣਿਆ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਲਿਆ ਕੇ ਉਹਨੇ ਰੱਖਤਾ। ਤੇ ਮਹਾਰਾਜ ਕਹਿੰਦੇ ਵੀ ਨੂਰੀ ਇਹ ਕੀ ਹੈ? ਕਹਿੰਦਾ ਮਹਾਰਾਜ ਨਵਾਂ ਗਲੀਚਾ ਹੋਣਿਆ ਵੀ ਮੈਂ ਭੇਟਾ ਕੀਤਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਨੂਰੀ? ਕਹਿੰਦਾ ਹਾਂ ਮਹਾਰਾਜ। ਮਹਾਰਾਜ ਕਹਿੰਦੇ ਵੀ ਤੂੰ ਚਾਹੁੰਦਾ ਵੀ ਤੇਰਾ ਗਲੀਚਾ ਸੱਚਖੰਡ 'ਚ ਪ੍ਰਵਾਨ ਹੋ ਜਾਵੇ ਹੁਣੇ? ਉਹ ਕਹਿੰਦਾ ਮਹਾਰਾਜ ਇਹ ਤਾਂ ਸਭ ਦੀ ਇੱਛਾ ਹੁੰਦੀ ਹੈ, ਵੀ ਇਕੱਲੀ ਮੇਰੀ ਕਿਉਂ? ਵੀ ਹਾਂ ਬਿਲਕੁਲ ਹੈ। ਮਹਾਰਾਜ ਕਹਿੰਦੇ ਫਿਰ ਐਂ ਕਰ, ਗਲੀਚਾ ਚੁੱਕ, ਤੇਰੇ ਘਰ ਦੇ ਸਾਹਮਣੇ ਇੱਕ ਕੂਕਰੀ ਨੇ ਛੋਟੇ ਛੋਟੇ ਪਿੱਲੇ ਕਤੂਰਿਆਂ ਨੂੰ ਜਨਮ ਦਿੱਤਾ ਹੈ, ਸਰਦੀ ਦਾ ਮੌਸਮ ਹੈ, ਗਲੀਚਾ ਚੁੱਕ ਕੇ ਲੈ ਜਾ ਤੇ ਉਹਨਾਂ ਦੇ ਉੱਤੇ ਪਾ ਦੇ, ਉਹ ਠਰ ਰਹੇ ਨੇ ਸਰਦੀ ਦੇ ਨਾਲ। ਮਹਾਰਾਜ ਕਹਿੰਦੇ ਤੇਰਾ ਗਲੀਚਾ ਹੁਣੇ ਸੱਚਖੰਡ ਪ੍ਰਵਾਨ ਹੋ ਜਾਊਗਾ। ਧੌਲ ਧਰਮ ਦਇਆ ਕਾ ਪੂਤ, ਖਾਲਸਾ ਸੋ ਜੋ ਨਿਰਧਨ ਕੋ ਪਾਲੇ। ਪਰ ਕਿੰਨੇ ਕੁ ਨਿਰਧਨਾਂ ਨੂੰ ਪਾਲਦਾ ਹੈ ਖਾਲਸਾ, ਜਿਹੜਾ ਅੱਜ ਆਪਣੇ ਆਪ ਨੂੰ, ਜਿਹੜਾ ਆਪਣੇ ਨਾਮ ਨਾਲ ਖਾਲਸਾ ਲਗਾ ਰਿਹਾ ਹੈ, ਜਾਂ ਜਿਹੜੇ ਧਰਮ ਦੇ ਠੇਕੇਦਾਰ ਬਣੇ ਨੇ, ਕਿੰਨੇ ਕੁ ਤੁਸੀਂ ਦਇਆਵਾਨ ਹੋ, ਕਿੰਨੇ ਕੁ ਤੁਸੀਂ ਨਿਰਧਨ ਲੋਕਾਂ ਨੂੰ ਪਾਲਦੇ ਹੋ? ਬਹੁਤ ਕੁਛ ਹੈ, ਬਹੁਤ ਕੁਛ ਅਜੇ ਬਾਕੀ ਹੈ, ਬਹੁਤ ਕੁਛ ਬਾਕੀ ਹੈ, ਔਰ ਸਾਹਮਣੇ ਆਏਗਾ, ਸਭ ਦੇ ਸਾਹਮਣੇ ਆਏਗਾ। ਲਿਆਵਾਂਗੇ, ਸੋਚੋ, ਵਿਚਾਰੋ, ਔਰ ਜਿਹੜੀਆਂ ਖਾਮੀਆਂ ਨੇ ਆਪਣੀਆਂ ਦੂਰ ਕਰੋ। ਉਹ ਇੱਕ ਸ਼ਹੀਦ ਦੀ ਧੀ, ਇੱਕ ਸ਼ਹੀਦ ਦੀ ਪਤਨੀ ਹੈ, ਉਹ ਮੁਤਾਜ਼ਗੀ ਕਰੇ, 5-5, 10-10 ਹਜ਼ਾਰ ਦੀ ਨੌਕਰੀ ਕਰੇ, 20-20 ਹਜ਼ਾਰ ਦੀ ਨੌਕਰੀ ਕਰੇ, ਕਿਉਂ? ਵੱਡਾ ਸਵਾਲ ਹੈ ਇੱਕ ਤੁਹਾਡੇ ਲਈ। ਤੁਸੀਂ ਕੀ ਕਹਿ ਰਹੇ ਸੀ? ਮੈਂ ਟੂਰ ਬਾਰੇ ਦੱਸ ਰਿਹਾ ਸੀ ਵੀ ਇੱਦਾਂ ਇਹਦੇ 'ਚ ਇਹ ਆ ਵੀ ਸਾਡਾ ਜੋ ਸਮਾਨ ਹੈ ਸਾਡੇ ਕੋਲ, ਅਸੀਂ ਆਪਾਂ ਨਾਲੇ ਲੈ ਕੇ ਚੱਲਾਂਗੇ, ਕੈਮਰੇ ਹੋਣਗੇ ਸਾਡੇ ਕੋਲ। ਸਮਾਨ ਦਾ ਵਜ਼ਨ ਕਿੰਨਾ ਕੁ ਹੁੰਦਾ? ਉਹਦਾ ਜਿੰਨਾ ਵੀ ਘੱਟ ਤੋਂ ਘੱਟ ਹੋ ਸਕੇ। ਜਿਵੇਂ ਮੇਰੇ ਕੋਲ ਜਦੋਂ ਮੈਂ ਇੱਥੇ ਟੂਰ ਕਰਦਾ ਤਾਂ 7 ਤੋਂ 8 ਕਿਲੋ ਹੁੰਦਾ ਹੈ, ਜੇ ਮੈਂ 1 ਮਹੀਨੇ ਵਾਸਤੇ ਜਾ ਰਹੇ ਹਾਂ। ਜੇ ਕੋਈ 2-3 ਦਿਨਾਂ ਦਾ ਹੀ ਆ ਸਫ਼ਰ ਜਾਂ ਹਫ਼ਤੇ ਦਾ, ਫਿਰ ਸਮਝ ਲਓ ਵੀ ਬਸ 3-4 ਕਿਲੋ ਦੀ ਚੀਜ਼, ਕੱਪੜੇ ਹੁੰਦੇ ਨੇ, ਕੈਮਰੇ ਦਾ ਸਮਾਨ ਹੁੰਦਾ, ਪਾਵਰ ਬੈਂਕ ਹੁੰਦੇ ਨੇ, ਫ਼ੋਨ ਹੁੰਦਾ, ਬਸ ਹੋਰ ਛੋਟੀਆਂ ਮੋਟੀਆਂ ਚੀਜ਼ਾਂ। ਪਰ ਜਿਹੜਾ ਅਸੀਂ ਜਦੋਂ ਨਿਕਲਾਂਗੇ 3 ਮਹੀਨੇ ਵਾਸਤੇ ਜਾਂ 4 ਮਹੀਨੇ ਵਾਸਤੇ, ਉਹਦੇ ਵਾਸਤੇ ਸਾਡੇ ਕੋਲ ਟੈਂਟ ਹੋਊਗਾ, ਵੱਡਾ ਟੈਂਟ ਹੋਊਗਾ, ਜਿਹਦੇ 'ਚ ਅਸੀਂ ਆਪ ਵੀ ਰਹਾਂਗੇ, ਔਰ ਉਹਦੇ 'ਚ ਸਾਈਕਲ ਵੀ ਅੰਦਰ ਹੀ ਲੱਗ ਜਾਂਦੇ ਨੇ। ਤੇ ਕੁਕਿੰਗ ਦਾ ਸਮਾਨ ਹੋਊਗਾ, ਛੋਟੇ ਛੋਟੇ ਸਟੋਵ ਹੁੰਦੇ ਨੇ, ਇੰਨੇ ਕੁ ਸਿਲੰਡਰ ਹੁੰਦੇ ਨੇ।
ਤੇ ਇਹ ਰੱਖਣੇ ਕਿਉਂ ਪੈ ਰਹੇ ਨੇ? ਆਪਾਂ ਕਹਿੰਦੇ ਵੀ ਨਿਸ਼ਾਨ ਸਾਹਿਬ ਹਰ ਜਗ੍ਹਾ ਤੇ ਝੂਲਦੇ ਨੇ, ਗੁਰਦੁਆਰਾ ਸਾਹਿਬ ਹਰ ਜਗ੍ਹਾ ਤੇ ਹੈ, ਲੰਗਰ ਹਰ ਜਗ੍ਹਾ ਚੱਲਦੇ ਨੇ, ਪਰ ਇਹ ਜਤਿੰਦਰ ਸਿੰਘ ਜੀ ਜੋ ਟੂਰ ਕਰਦੇ ਨੇ, ਇੰਡੀਆ ਦਾ ਟੂਰ ਕੀਤਾ, ਪੰਜਾਬ ਦਾ ਕੀਤਾ, ਹੁਣ ਵਰਲਡ ਦਾ ਕਰ ਰਹੇ ਨੇ, ਇਹ ਚੀਜ਼ਾਂ ਰੱਖਣੀਆਂ ਕਿਉਂ ਪੈ ਰਹੀਆਂ ਨੇ? ਮੰਨਿਆ ਕਿ ਚਲੋ ਫਾਸਲੇ ਹੋਣਗੇ, ਫਾਸਲਿਆਂ ਤੇ ਗੁਰਧਾਮ ਹੋਣਗੇ, ਪਰ ਉਹਨਾਂ ਨੇ ਗੱਲ ਹੀ ਸਪਸ਼ਟ ਕਰ ਦਿੱਤੀ ਵੀ ਹੁਣ ਅਸੀਂ ਆਪਣਾ ਜਿਹੜਾ ਸਟੇ ਹੈ ਉਹ ਭਾਵੇਂ ਅਸੀਂ ਸੜਕ ਦੇ ਉੱਪਰ ਕਰੀਏ, ਭਾਵੇਂ ਕਿਸੇ ਹੋਟਲ ਵਿੱਚ ਕਰੀਏ, ਪਰ ਉੱਧਰੋਂ ਇਹਨਾਂ ਦਾ ਮਨ ਜਿਹੜਾ ਹੈ ਨਾ ਬੜਾ ਮਤਲਬ ਠੇਸ ਪਹੁੰਚੀ ਹੈ। ਔਰ ਇਹ ਠੇਸ ਪਹੁੰਚਾਉਣ ਵਾਲੇ ਕੌਣ ਨੇ? ਤੁਸੀਂ ਹੀ ਲੋਕ ਜ਼ਿੰਮੇਦਾਰ ਹੋ, ਇਹ ਧਰਮ ਦੇ ਬਣੇ ਹੋਏ ਅਖੌਤੀ ਠੇਕੇਦਾਰ ਹੋ, ਕੜਮ ਚੌਧਰੀ ਹੋ। ਹਾਂਜੀ, ਉਸ ਤੋਂ ਬਾਅਦ ਫਿਰ ਟੈਂਟ ਹੋ ਗਿਆ, ਕੁਕਿੰਗ ਹੋ ਗਿਆ, ਸਾਈਕਲ ਦੇ ਸਪੇਅਰ ਪਾਰਟ ਹੋ ਗਏ, ਟਿਊਬ ਪੰਪ ਹੋ ਗਿਆ, ਤੇ ਜੋ ਛੋਟੇ ਮੋਟੇ ਹਲਕੇ ਫੁਲਕੇ ਇੱਕ ਦੋ ਜੋੜੀਆਂ ਕੱਪੜਿਆਂ ਦੀਆਂ ਹੋਣਗੀਆਂ। ਤਾਂ ਇਹ ਕੋਈ ਤਕਰੀਬਨ 2 ਜਾਣੇ ਅਸੀਂ ਤਾਂ 15-16 ਕਿਲੋ ਵਜ਼ਨ ਹੋਊਗਾ ਸਾਈਕਲ ਤੇ, ਦੋਨਾਂ ਸਾਈਕਲਾਂ ਤੇ 15-16 ਕਿਲੋ ਵਜ਼ਨ ਦੋਨਾਂ ਸਾਈਕਲਾਂ ਤੇ। ਹਾਂਜੀ। ਚਲੋ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਜੋ ਤੁਹਾਡਾ ਪ੍ਰਣ ਹੈ, ਸੰਕਲਪ ਹੈ ਬਈ ਤੁਸੀਂ ਉਹ ਪੂਰਾ ਕਰਨਾ, ਮਾਲਕ ਕਿਰਪਾ ਕਰੇ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ, ਔਰ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਤੁਸੀਂ ਘਰ ਘਰ ਪਹੁੰਚਾ ਰਹੇ ਹੋ। ਕੋਈ ਗੱਲ ਨਹੀਂ, ਇਹ ਜੋ ਕੁਛ ਆਪਣੇ ਨਾਲ ਹੋ ਰਿਹਾ ਤਾਂ ਗੁਰੂ ਸਾਹਿਬਾਂ ਦੇ ਨਾਲ ਵੀ ਹੋਇਆ, ਪਰ ਚਲੋ ਉਹ ਲੋਕ ਹੋਰ ਸੀ ਕਰਨ ਵਾਲੇ। ਹਾਂਜੀ। ਮਤਲਬ ਗੁਰੂ ਨਾਨਕ ਸਾਹਿਬ ਕਿਤੇ ਜਾਂਦੇ ਨੇ ਤਾਂ ਪਿੰਡ ਵਿੱਚ ਉਹ ਲੋਕ ਥਾਂ ਨਹੀਂ ਦਿੰਦੇ ਬੈਠਣ ਲਈ, ਉਹ ਲੋਕ ਸਿੱਖ ਨਹੀਂ ਸੀ, ਉਹ ਲੋਕ ਹੋਰ ਸੀ ਜੋ ਸਿੱਖੀ ਸਿਧਾਂਤ ਤੋਂ ਜਾਣੂ ਨਹੀਂ ਸਨ, ਜੋ ਗੁਰੂ ਦੀ ਮਹਿਮਾ ਤੋਂ ਜਾਣੂ ਨਹੀਂ ਸਨ। ਪਰ ਜਿਹੜੇ ਜਾਣੂ ਨੇ ਸਿੱਖੀ ਸਿਧਾਂਤਾਂ 'ਤੇ ਕਹਿੰਦੇ ਅਸੀਂ ਪਹਿਰਾ ਦਿੰਦੇ ਹਾਂ, ਅਤੇ ਅਜੋ ਹੀ ਸਿੱਖ ਨੂੰ ਹੀ ਦੁਰਕਾਰ ਦਿੰਦੇ ਨੇ ਗੁਰਦੁਆਰੇ ਸਾਹਿਬ ਦੇ ਵਿੱਚੋਂ। ਬੜੀ ਨਮੋਸ਼ੀ ਦੀ ਬਾਤ ਹੈ, ਸੋਚਣਾ ਪਏਗਾ। ਕੜਮ ਚੌਧਰੀ ਹੋ, ਅਖੌਤੀ ਧਰਮ ਦੇ ਠੇਕੇਦਾਰ ਹੋ, ਸੋਚਣਾ ਪਏਗਾ। ਨਹੀਂ, ਉਹ ਦਿਨ ਦੂਰ ਨਹੀਂ। ਹੁਣ ਜਾਗਰੂਕ ਹੋ ਗਈ ਹੈ ਸੰਗਤ। ਜਦੋਂ ਸੰਗਤ ਤੁਹਾਨੂੰ ਪਕੜ ਕੇ ਤੁਹਾਡੇ ਵਰਗਿਆਂ ਨੂੰ, ਉਹ ਜੋ ਮਸੰਦਾਂ ਦਾ ਹਾਲ ਕੀਤਾ ਸੀ ਨਾ ਮਹਾਰਾਜ ਨੇ, ਉਹ ਤੁਹਾਡਾ ਵੀ ਹਾਲ ਸੰਗਤ ਕਰੇਗੀ, ਜ਼ਰੂਰ ਕਰੇਗੀ। ਜਤਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ। ਮੈਂ ਪਰਮਜੀਤ ਸਿੰਘ ਰਾਣਵਾ, ਗੁਰਬਾਣੀ ਅਖੰਡ ਬਾਣੀ ਵੱਲੋਂ, ਔਰ ਤੁਹਾਡੇ ਨਾਲ ਇਹ ਸਾਰੀਆਂ ਜੋ ਵਿਚਾਰਾਂ ਕੀਤੀਆਂ, ਮੇਰੀ ਇੱਕ ਦਿਲੀ ਇੱਛਾ ਹੈ ਹਾਂਜੀ ਕਿ ਮੈਂ ਉਸ ਸ਼ਹੀਦ ਦੀ ਧੀ ਦੇ ਦਰਸ਼ਨ ਕਰਨਾ ਚਾਹੁੰਦਾ। ਠੀਕ ਹੈ, ਉਹ ਮੈਨੂੰ ਤੁਸੀਂ ਕਰਾਓ। ਹਾਂਜੀ। ਇਹ ਨੇ ਬੀਬੀ ਕੁਲਵਿੰਦਰ ਕੌਰ, ਔਰ ਜੋ ਤੁਸੀਂ ਦੇਖ ਰਹੇ ਹੋ ਫੋਟੋ, ਇਹ ਪੰਥ ਦੇ ਮਹਾਨ ਜਿਹੜੇ ਸਿੰਘ ਹੋਏ ਨੇ, ਸ਼ਹੀਦ ਹੋਏ ਨੇ। ਅਖਾੜ ਸੰਘਰਸ਼ ਜੋ ਚੱਲਿਆ, ਸਾਰਾ ਦੌਰ ਚੱਲਿਆ, ਜੋ ਭਾਈ ਕਾਰਜ ਸਿੰਘ ਥਾਂਦਾ ਦੇ ਨਾਲ ਹੁੰਦੇ ਸੀ। ਇਹ ਭਾਈ ਕੁਲਦੀਪ ਸਿੰਘ ਵਰਪਾਲ, ਸ਼ਹੀਦ ਸਿੰਘ, ਸਾਹਮਣੇ ਦੇਖ ਰਹੇ ਹੋ ਤੁਸੀਂ, ਸਰਦਾਰ ਜਤਿੰਦਰ ਸਿੰਘ ਜੀ ਦੇ ਸਹੁਰਾ ਸਾਹਿਬ ਨੇ, ਔਰ ਸ਼ਹੀਦ ਭਾਈ ਕੁਲਦੀਪ ਸਿੰਘ ਵਰਪਾਲ ਜੀ ਦੀ ਇਹ ਧੀ ਤੁਹਾਡੇ ਸਾਹਮਣੇ ਹੈ, ਦੇਖੋ। ਤੇ ਇਸ ਵਕਤ ਸ਼ਹੀਦ ਭਾਈ ਕੁਲਦੀਪ ਸਿੰਘ ਵਰਪਾਲ ਦੀ ਜਿਹੜੀ ਦੋਹਤਰੀ ਹੈ, ਉਹ ਵੀ ਤੁਹਾਡੇ ਸਾਹਮਣੇ ਜਪਜੀ ਕੌਰ, ਵੇਖੋ। ਸ਼ਹੀਦ ਪਰਿਵਾਰ ਦੇ ਨਾਲ ਸੰਬੰਧਿਤ, ਔਰ ਬਹੁਤ ਮੰਗ ਕੇ ਮਤਲਬ ਇਸ ਧੀ ਦਾ, ਸ਼ਹੀਦ ਦੀ ਧੀ ਦਾ ਰਿਸ਼ਤਾ ਸਰਦਾਰ ਜਤਿੰਦਰ ਸਿੰਘ ਉੱਚੀ ਰੁੜਕੀ ਵਾਲਿਆਂ ਨੇ ਲਿਆ। ਇਹ ਵੀ ਬਹੁਤ ਵੱਡੀ ਇੱਕ ਕੁਰਬਾਨੀ ਹੈ। ਔਰ ਕੈਨੇਡਾ ਦੇ ਇੱਕ ਗੁਰਦੁਆਰੇ ਸਾਹਿਬ ਦੇ ਵਿੱਚ ਵੀ ਸ਼ਹੀਦ ਭਾਈ ਕੁਲਦੀਪ ਸਿੰਘ ਵਰਪਾਲ ਦੀ ਫੋਟੋ ਲੱਗੀ ਹੋਈ ਹੈ। ਇਹਨਾਂ ਨੇ ਦੱਸਿਆ, ਬੜੀ ਮਾਣ ਵਾਲੀ ਗੱਲ ਹੈ। ਮਤਲਬ ਇੱਕ ਸਾਈਕਲਿਸਟ ਵੀ ਨੇ, ਔਰ ਇੱਕ ਸ਼ਹੀਦ ਪਰਿਵਾਰ ਦੀ ਧੀ ਦੇ ਉਹ ਪਤੀ ਵੀ ਨੇ। ਸੋ ਬਹੁਤ ਮਾਣ ਵਾਲੀ ਗੱਲ ਹੈ, ਪੰਥ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ। ਸਰਦਾਰ ਜਤਿੰਦਰ ਸਿੰਘ ਉੱਚੀ ਰੁੜਕੀ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।